घर च हमेशा सिर्फ सियासत ਦੀਆਂ ਹੀ ਗੱਲਾਂ ਹੁੰਦੀਆਂ ਨੇ ਜਾਂ ਕੁਝ ਹੋਰ ਵੀ ਗੱਲਾਂ ਚੱਲਦੀਆਂ ਵੀ ਨਾਲ ਪਰੌਂਠਾ ਖਾਂਦੇ ਖਾਂਦੇ ਇੱਧਰਲੀਆਂ ਵੋਟਾਂ ਆਪਾਂ ਤੋੜ ਦੇਣੀਆਂ ਇੱਧਰਲੀਆਂ ਆ ਜਾਣੀਆਂ। ਹੁਣ ਮੇਰੀ ਵਾਈਫ ਦਾ ਇਹਦਾ ਪੂਰਾ ਰਾਈਟ ਹੈ ਮੇਰੀ ਜੇਬ ਚੋਂ ਪੈਸੇ ਕੱਢ ਲਵੇ ਜੋ ਮਰਜ਼ੀ ਕੱਢ ਲੇ, ਪਰ ਇਹਦੀ ਇਹ ਡਿਊਟੀ ਵੀ ਬਣਦੀ ਮੈਨੂੰ ਰਾਤ ਨੂੰ ਆਏ ਨੂੰ 12 ਵਜੇ ਰੋਟੀ ਪਕਾ ਕੇ ਦੇਵੇ। ਢਿੱਡੋਂ ਹੋ ਗਏ ਬਾਈ ਜੀ। ਬੀਇੰਗ ਇੱਕ ਮੰਤਰੀ ਦੀ ਵਾਈਫ ਹੈ ਨਾ, ਸਾਬਕਾ ਮੰਤਰੀ ਦੀ ਵਾਈਫ ਜਾਂ ਸਿਆਸਤ ਹੈ ਘਰ ਦੇ ਵਿੱਚ, ਸੋ ਇਹ ਕਿੰਨਾ ਕੁ ਬੋਰਿੰਗ ਜਾਂ ਕਿੰਨਾ ਕੁ ਵਧੀਆ ਲੱਗਦਾ, ਕਿੰਨਾ ਕੁ ਤੁਹਾਨੂੰ ਕੀ? ਸਾਨੂੰ ਤਾਂ ਇੰਟਰਸਟਿੰਗ ਲੱਗਦਾ ਜੀ। ਮੈਂ ਤਾਂ ਫੋਨ ਚੱਕ ਕੇ ਦੇਖਦੀ ਅੱਜ ਕੋਈ ਵੱਜਿਆ ਹੀ ਨਹੀਂ ਹੈਗਾ, ਕੋਈ ਫੋਨ ਨਹੀਂ ਆਇਆ। ਵਾਹ ਵਾਹ। ਕੀ ਮੰਨਦੇ ਹੋ ਵੀ ਕਾਂਗਰਸ ਕਿੰਨੀਆਂ ਸੀਟਾਂ ਲੈ ਜੂ ਇਤਕੀ ਅੰਦਾਜ਼ਾ? ਅਸੀਂ ਜਿਹੜਾ ਸਾਡਾ ਪਿਛਲਾ ਰਿਕਾਰਡ ਹੈ ਉਹਨੂੰ ਅਸੀਂ ਮੇਨਟੇਨ ਕਰਾਂਗੇ। ਅਸੀਂ ਜਿੰਨਾ ਮੈਨੀਫੈਸਟੋ 'ਚ ਕਿਹਾ ਸੀ ਅਸੀਂ ਕੀਤਾ। 111 ਦਿਨਾਂ 'ਚ ਕੀਤਾ ਕਿ 4.5 ਸਾਲ 'ਚ ਕੀਤਾ ਜੀ? ਹਾਂਜੀ। ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਵੀ ਅਸੀਂ 20,000 ਰੁਪਈਆ ਵੀ ਦਿਆਂਗੇ, ਅਸੀਂ 2,000 ਵੀ ਦਿਆਂਗੇ। ਬਜਾਏ 1,000 ਰੁਪਏ ਦੇ ਜਾਂ 2,000 ਦੇਣ ਦੀ ਬਜਾਏ ਸਾਨੂੰ ਉਹਨਾਂ ਬੱਚਿਆਂ ਨੂੰ ਇੱਕ ਚੰਗੀ ਮਿਆਰੀ ਐਜੂਕੇਸ਼ਨ ਦਿਵਾਉਣ ਦੀ ਜ਼ਰੂਰਤ ਹੈਗੀ ਹੈ। ਕਈ ਕਹਿੰਦੇ ਹੁਣੇ ਵੀ ਤੁਹਾਡੇ ਭਾਪੇ ਨੇ ਬਹੁਤ ਵਧੀਆ ਕੰਮ ਕੀਤਾ, ਕਈ ਕਹਿੰਦੇ ਨਹੀਂ ਗੱਲ ਨਹੀਂ ਬਣੀ। ਤਕਰੀਬਨ ਮੈਜੋਰਿਟੀ ਲੋਕ ਆ ਜਿਹੜੇ ਉਹ ਸੰਤੁਸ਼ਟ ਨੇ। ਨਿੱਜੀ ਹਸਪਤਾਲਾਂ ਦੇ ਬਹੁਤ ਲੁੱਟ ਬਚਾਈ ਕਈਆਂ ਨੇ। ਦੇਖੋ ਜਿਹੜਾ ਤਾਂ ਮੇਰੇ ਨੌਲੇਜ 'ਚ ਆ ਗਿਆ ਉਹਨੂੰ ਤਾਂ ਮੈਂ ਬਖਸ਼ਿਆ ਨਹੀਂ ਹੈਗਾ। ਤੇ ਉਹ 14 ਆਈਟਮਾਂ ਸੀਗੀਆਂ, ਉਹਦੇ ਬੜੇ ਐਲੀਗੇਸ਼ਨ ਵੀ ਲੱਗੇ, ਮੇਰੇ ਤੇ ਵੀ ਲਾਏ ਵੀ ਖਬਰ ਨਹੀਂ ਮੈਂ ਘੁਟਾਲਾ ਕੀਤਾ ਇਹ। ਕੋਈ ਕਪੜਾ ਹੋਇਆ ਸੀ ਉੱਦਾਂ? 1195 ਰੁਪਏ 'ਚ ਪੂਰੀ ਕਿੱਟ ਦਿੱਤੀ ਸੀ, ਪਰ ਦਿੱਲੀ ਵਾਲਿਆਂ 1250 ਦਾ ਇੱਕ ਆਕਸੀਮੀਟਰ ਖਰੀਦਿਆ ਸੀ, ਉਹ ਵੀ 1.5 ਲੱਖ। ਆਮ ਆਦਮੀ ਪਾਰਟੀ ਤੋਂ ਬਾਅਦ ਭਗਵੰਤ ਮਾਨ ਦੇ ਚਿਹਰਾ ਆਉਣ ਤੋਂ ਬਾਅਦ ਕੀ ਮੰਨਦੇ ਹੋ ਵੀ ਤੁਸੀਂ ਲੋਕਾਂ ਦੇ ਵਿੱਚ ਕੀ ਵਿਚਰਦਾ ਦੇਖਦੇ ਹੋ? ਆਫਟਰ ਜਦੋਂ ਭਗਵੰਤ ਮਾਨ ਜੀ ਦਾ ਨਾਮ ਸਾਹਮਣੇ ਆਇਆ, ਆਪ ਦੀ ਲਹਿਰ ਟੁੱਟੀ ਹੋਈ ਹੈ ਇੱਕ ਤਰੀਕੇ ਨਾਲ ਨਾ ਜੀ। ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਪੱਕੇ ਆੜੀ ਹੋ। ਅੱਧਾ ਪੰਜਾਬ ਇਹ ਕਹਿਣ ਲੱਗ ਪਿਆ ਸੀ ਵੀ ਸਿੱਧੂ ਸਾਹਿਬ ਦੀ ਟਿਕਟ ਗਈ। ਮੈਂ ਕਾਂਗਰਸਮੈਨ ਹਾਂ। ਤੁਸੀਂ ਇਹ ਦੱਸੋ ਕੇਜਰੀਵਾਲ ਕੋਲ ਲੜਾਈ ਹੋ ਰਹੀ, ਕੱਲ੍ਹ 'ਚ ਕੋਈ ਲੜਾਈ ਹੋ ਰਹੀ, ਉਹਨਾਂ ਨੂੰ ਪਤਾ ਸਾਡੀ ਸਰਕਾਰ ਨਹੀਂ ਬਣਨੀ। ਤੁਹਾਨੂੰ ਵੀ ਨਹੀਂ ਪਤਾ ਵੀ ਭਾਈ ਕੌਣ ਮੁੱਖ ਮੰਤਰੀ ਚਿਹਰਾ ਹੋ, ਵੀ ਤੁਹਾਡੇ ਉੱਤੇ ਕੁਝ ਕੁ ਦੋਸ਼ ਲਾਉਂਦੇ ਆ ਸ਼ਾਮਲਾਟ ਵਾਲੀ ਗੱਲ ਤੇ। ਜਿਹੜਾ ਅਸੀਂ ਜ਼ਮੀਨ ਲਈ ਹੈ ਉਹਦੇ 'ਚ ਕੋਈ ਪਾਪ ਨਹੀਂ ਕੀਤਾ, ਉਹ ਜ਼ਮੀਨ ਦੇ ਵਿੱਚ ਗਊਸ਼ਾਲਾ ਬਣਾਈ ਹੈ। ਤੁਸੀਂ ਦੱਸਿਆ ਵੀ ਪੰਜਾਬ ਸਰਕਾਰ ਨੇ ਆ ਕੁਝ ਕੀਤਾ, ਪਰ ਲੋਕ ਤਾਂ ਵੀ ਖੁਸ਼ ਨਹੀਂ ਹੈਗੇ। ਸਭ ਤੋਂ ਵੱਡੀ ਹੈਲਥ ਸਕੀਮ ਤੁਹਾਡੇ ਸਾਹਮਣੇ ਜਿਹੜੀ ਇੰਸ਼ੋਰੈਂਸ ਦੀ ਆ, ਆਯੁਸ਼ਮਾਨ ਭਾਰਤ ਜਿਹਨੂੰ ਕਹਿੰਦੇ ਨੇ ਸੁਰੱਖਿਅਤ ਬੀਮਾ ਯੋਜਨਾ, ਉਹ ਮੈਂ ਸਟਾਰਟ ਕੀਤੀ ਸੀ। ਸੰਸਕਾਰ ਨਹੀਂ ਸੀ ਆਪਦੇ ਟੱਬਰ ਦੇ ਜੀ ਦਾ ਮਾਪਿਆਂ ਦਾ ਕੋਈ ਕਰਨ ਵਾਸਤੇ ਬਾਹਰ ਨਿਕਲਦਾ। ਉਹ ਵੀ ਕਹਿੰਦੇ ਸੀ ਵੀ ਭਾਈ ਜੋ ਬੈਗ ਦੇ ਵਿੱਚ ਬੋਡੀ ਹੈਗੀ ਆ, ਸਰੀਰ ਆ, ਇਹਨੂੰ ਭਾਈ ਆਪੇ ਹੀ ਨਿਬੇੜ ਦਿਓ, ਅਸੀਂ ਨਹੀਂ ਜਾਣਾ। ਉਦੋਂ ਫਿਰ ਕੀ ਹੁੰਦਾ ਸੀ ਮਨ ਦੇ ਉੱਤੇ? ਇੱਕ ਸਿਹਤ ਮੰਤਰੀ ਦੀ ਵਹੁਟੀ ਹੋਣ ਦੇ ਨਾਤੇ ਮਨ ਦੇ ਵਿੱਚ ਕੀ ਚੱਲਦਾ ਸੀ? ਅਸੀਂ ਤਾਂ ਆਪ ਜਾ ਕੇ ਸੰਸਕਾਰ ਕਰਾਉਂਦੇ। ਮੈਂ ਖੁਦ ਉਹ ਡੈੱਡ ਬੋਡੀ ਲੈ ਕੇ ਨਾਲ ਗੱਡੀ ਲੈ ਕੇ ਉੱਥੇ ਗਿਆ, ਤੇ ਅਸੀਂ ਬਕਾਇਦਾ ਉੱਥੇ ਮੈਂ ਵੀ ਚੰਨੀ ਸਾਹਿਬ ਜੀ ਖੜ੍ਹ ਕੇ ਉਹਨਾਂ ਦੀ ਕਨਵੈਸ਼ਨ ਕਰਾਈ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਪ੍ਰੋਗਰਾਮ ਪ੍ਰਾਈਮ ਇਲੈਕਸ਼ਨ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਹਰ ਰੋਜ਼ ਦੀ ਤਰ੍ਹਾਂ ਸਵਰਨ ਸਿੰਘ ਟੈਣਾ ਜੀ। ਸਤਿ ਸ਼੍ਰੀ ਅਕਾਲ ਟੈਣਾ ਸਾਹਿਬ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ? ਬੜਾ ਵਧੀਆ। ਨਹੀਂ ਕਿਉਂ? ਸਰੀਰ ਜਾਂ ਟੁੱਟੀ ਜਾਂਦਾ। ਹਾਂ। ਤੇ ਮੈਂ ਅੱਜ ਨਾ ਦਵਾਈ ਲੈਣ ਆਇਆ ਅਸਲ 'ਚ ਜੀ। ਇਹ ਦੇਖਿਓ ਕਿਤੇ ਦਵਾਈ ਜ਼ਿਆਦਾ ਹੀ ਕੁਛ ਹੋ ਨਾ ਮਿਲ ਜਾਏ। ਦੇਖੋ, ਜਦੋਂ ਸਾਬਕਾ ਸਿਹਤ ਮੰਤਰੀ ਦੀ ਇੰਟਰਵਿਊ ਕਰਨੀ ਹੋਵੇ ਜੀ, ਜਦੋਂ ਅਸੀਂ ਸਿਹਤ ਮੰਤਰੀ ਦੇ ਘਰ ਦੇ ਵਿੱਚ ਬੈਠ ਕੇ ਟੱਬਰ ਦੇ ਜੀਆਂ ਨਾਲ ਗੱਲਬਾਤ ਕਰਨੀ ਹੋਵੇ ਤੇ ਫਿਰ ਐਂ ਜੇ ਹੋ ਜਾਂਦਾ। ਮੈਂ ਕਿਹਾ ਵੀ ਚਲੋ ਹੱਡ ਭੰਨਣੀ ਦੀਆਂ ਗੋਲੀਆਂ ਜੀਆਂ ਲਿਆਵਾਂਗੇ, ਹਰੇ ਪੱਤੇ ਵਾਲੀਆਂ। ਜੀ ਜੀ ਜੀ, ਜਿਹੜੀਆਂ ਹਰ ਇੱਕ ਰੋਗ ਦੇ ਲਈ ਮਾਫਕ ਨੇ, ਹੈਨਾ। ਸੋ ਖੈਰ, ਤੁਸੀਂ ਦੱਸ ਦਿੱਤਾ ਵੀ ਅੱਜ ਅਸੀਂ ਕਿੱਥੇ ਬੈਠੇ ਹਾਂ, ਤੇ ਥੋੜਾ ਜਿਹਾ ਹੋਰ ਚਾਨਣਾ ਪਾ ਦਿਓ। ਬਿਲਕੁਲ ਜੀ, ਅਸੀਂ ਪ੍ਰਾਈਮ ਇਲੈਕਸ਼ਨ ਦੇ ਤਹਿਤ ਤੇ ਚੱਜ ਦਾ ਵਿਚਾਰ ਦੇ ਤਹਿਤ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਰਾਜਨੀਤਿਕ ਮਾਹੌਲ ਦੇ ਵਿੱਚ ਜਦੋਂ ਚੋਣਾਂ ਦਾ ਤਿਉਹਾਰ ਬਣ ਗਿਆ, ਜਦੋਂ ਚੋਣਾਂ ਦਾ ਮੌਕਾ ਵਿਆਹ ਵਰਗਾ ਲੱਗਦਾ, ਤੇ ਉਸ ਵਕਤ ਗੈਰ ਸਿਆਸੀ ਦੀਆਂ ਮੁਲਾਕਾਤਾਂ ਕਰੀਏ। ਕਿਉਂਕਿ ਕਿਹਨੂੰ ਵੋਟ ਪਾਉਣੀ ਆ, ਕਿਹਨੂੰ ਨਹੀਂ ਪਾਉਣੀ, ਇਹ ਸਾਡੇ ਸਰੋਤਿਆਂ ਦੀ ਆਪੋ ਆਪਣੀ ਮਰਜ਼ੀ ਹੈ। ਪਰ ਜਦੋਂ ਚਾਰੇ ਪਾਸੇ ਇੱਕ ਮਸਜਾ ਮੱਚਿਆ ਹੋਇਆ ਵੀ ਭਾਈ ਉਹਨੂੰ ਇੰਨੀਆਂ ਸੀਟਾਂ ਮਿਲ ਜਾਣੀਆਂ, ਉਹਨੇ ਉਹਦੇ ਪੈਰ ਤੇ ਪੈਰ ਧਰਤਾ, ਉਹਨੇ ਉਹਨੂੰ ਕੁਛ ਕਹਿਤਾ, ਉਦੋਂ ਥੋੜ੍ਹੀਆਂ ਜਿਹੀਆਂ ਗੈਰ ਰਾਜਨੀਤਿਕ ਗੱਲਾਂ ਵੀ ਚੋਣਾਂ ਦੇ ਸੀਜ਼ਨ ਦੇ ਵਿੱਚ, ਚੋਣਾਂ ਦੇ ਦੌਰ ਦੇ ਵਿੱਚ
ਚਿਹਰੇ ਤੇ ਇਹਨਾਂ ਦੇ ਖੁਸ਼ੀਆਂ ਰਹਿੰਦੀਆਂ ਕਰੀ ਉਮੀਦਵਾਰਾਂ ਦੇ ਜੀ। ਟੱਬਰ ਦੇ ਜੀ ਉਦੋਂ ਕਿੰਨਾ ਕੁ ਤਣਾਅ ਮਹਿਸੂਸ ਕਰਦੇ ਆ। ਸਾਨੂੰ ਤਾਂ ਐਂ ਲੱਗਦਾ ਹੁੰਦਾ ਵੀ ਭਾਈ ਹੁਣ ਤਾਂ ਕੰਮ ਹੋਇਆ ਪਿਆ, ਸਮਝ ਲਓ। ਹਾਂ, ਇਮਤਿਹਾਨਾਂ ਵੇਖਦੇ ਵਾਲਾ ਆ ਕੰਮ ਅੱਜ ਹੈ। ਕੀ ਬਣਦਾ। ਬਿਲਕੁਲ ਸਹੀ। ਸੋ ਬਹੁਤ ਸਾਰੀਆਂ ਗੱਲਾਂ ਕਰਾਂਗੇ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਵੀ। ਸੋ ਬਲਬੀਰ ਸਿੱਧੂ ਜੀ ਦਾ ਤੇ ਉਹਨਾਂ ਦੇ ਪਰਿਵਾਰ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਬਾਈ ਜੀ ਠੀਕ ਠਾਕ ਹੋ? ਇਹ ਨੇ ਜੀ ਸਰਦਾਰ ਬਲਬੀਰ ਸਿੰਘ ਸਿੱਧੂ ਜੀ। ਤੇ ਇਹਨਾਂ ਦੇ ਧਰਮ ਪਤਨੀ, ਨਾਂ ਚੇਤੇ ਰੱਖਿਆ ਕਰੋ ਜਿਹੜਾ ਨਹੀਂ ਰੱਖਿਆ, ਉਹ ਕਮਰਵੀਰ ਸਿੰਘ, ਉਹ ਇੱਕ ਨੂਰ ਕੌਰ ਜੀ ਬਿਲਕੁਲ, ਉਹ ਦਲਜੀਤ ਕੌਰ। ਹਾਂਜੀ ਜੀ, ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ। Thank you ਜੀ। ਤੇ ਕਿਵੇਂ ਸਿਹਤ ਤੁਹਾਡੀ ਸਾਰਿਆਂ ਦੀ ਠੀਕ ਬਹੁਤ ਠਾਕ ਵਧੀਆ ਹੈ? ਜੀ। ਸਿੱਧੂ ਸਾਹਿਬ, ਪਹਿਲਾ ਹੀ ਸਵਾਲ ਆ, ਹਰੇ ਪੱਤੇ ਵਾਲੀ ਗੋਲੀ ਤੁਸੀਂ ਵੀ ਦਿੰਦੇ ਰਹੇ ਹੋ ਕਿ ਨਹੀਂ? ਮੈਂ ਗੋਲੀਆਂ ਦਿੰਦਾ ਨਹੀਂ ਸੀਗਾ। ਮੈਂ ਡਾਕਟਰਾਂ ਨੂੰ ਕਹਿੰਦਾ ਵੀ ਚੰਗੀ ਦਵਾਈ ਦਿਓ ਬੰਦੇ ਨੂੰ। ਕਹਿੰਦੇ ਹੁੰਦੇ ਮੰਤਰੀ ਮਿੱਠੀ ਗੋਲੀ ਦੇ ਜਾਂਦੇ। ਨਹੀਂ ਨਹੀਂ, ਉਹ ਮਿੱਠੀ ਗੋਲੀ ਤਾਂ ਕਾਲੀਆਂ ਕੋਲੇ ਦਾ ਫਰਕ ਹੁੰਦਾ, ਪਰ ਸਾਡੇ ਕੋਲ ਤਾਂ ਜਿਹੜੀ ਗੋਲੀ ਆ ਅਸਲ ਇਲਾਜ ਕਰਨ ਵਾਲੀ ਗੋਲੀ ਹੁੰਦੀ। ਜੀ, ਤੇ ਮੈਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਆ ਵੀ ਤੁਹਾਡਾ ਹਾਲ ਚਾਲ ਪਤਾ ਲੱਗ ਗਿਆ, ਪੰਜਾਬ ਦਾ ਹਾਲ ਕੀ ਹੈ, ਸਿਹਤ ਕਿਵੇਂ ਦੀ ਹੈ ਪੰਜਾਬ ਦੀ? ਦੇਖੋ, ਪੰਜਾਬ ਦੀ ਸਿਹਤ ਜਿਹੜੀ ਹੈਗੀ ਆ, ਜਦੋਂ ਕਰੋਨਾ ਦੌਰਾਨ ਮੈਂ ਵੀ ਮੰਤਰੀ ਰਿਹਾ ਤਾਂ ਕਾਫੀ ਉਸ ਵੇਲੇ ਤੁਸੀਂ ਦੇਖਿਆ ਹੋਣਾ ਕਿ ਉਤਰਾਅ ਚੜ੍ਹਾਅ ਆਉਂਦੇ ਸੀਗੇ, ਪਰ ਅਸੀਂ ਉਸ ਸਮੇਂ ਬੜਾ ਅੱਛਾ ਕੰਟਰੋਲ ਕੀਤਾ ਤੇ ਉਦੋਂ ਪੰਜਾਬ ਦੀ ਸਿਹਤ ਨੂੰ ਸੰਭਾਲ ਕੇ ਰੱਖਿਆ। ਜਿਹੜੀ ਹੁਣ ਜਿਹੜੀ ਸਿਹਤ ਹੈਗੀ ਆ, ਹੁਣ ਤਾਂ ਸਿਆਸੀ ਬੰਦਿਆਂ ਦੀ ਸਿਹਤ ਦਾ ਜਾਂ ਪਲੱਸ ਜਿਹੜੇ ਵੋਟਰਾਂ ਦੀ ਸਿਹਤ ਦਾ ਖਿਆਲ ਰੱਖਣਾ ਤਾਂ ਵੈਸੇ ਪਹਿਲੇ ਮੇਰਾ ਧਰਮ ਸੀਗਾ, ਪਰ ਉਦੋਂ ਮੈਂ ਪੂਰੇ ਪੰਜਾਬ ਵਾਸਤੇ ਵਜ਼ੀਰ ਸੀਗਾ। ਅੱਜ ਮੈਂ ਆਪਣੇ ਹਲਕੇ ਦੀ ਸਿਹਤ ਵਾਸਤੇ ਲੱਗਿਆ ਵੀ ਉਹਨਾਂ ਨੂੰ ਤੰਦਰੁਸਤ ਰਹਿਣ, ਤੇ ਜੋ ਮੇਰਾ 2017 ਦਾ ਜਾਂ 2012 ਦਾ ਜੋ 14 ਦਾ ਰਿਕਾਰਡ ਹੈ ਉਹਨੂੰ ਅਸੀਂ ਤੋੜ ਕੇ ਇੱਕ ਨਵਾਂ ਰਿਕਾਰਡ ਬਣਾਈਏ। ਕਰੋਨਾ ਦੇ ਦੌਰ ਦੇ ਵਿੱਚ ਭੈਣ ਜੀ ਅਸੀਂ ਦੇਖਿਆ ਬਹੁਤ ਕੁਝ ਦੇਸ਼ ਦੇ ਲੋਕਾਂ ਨੇ, ਦੁਨੀਆ ਦੇ ਲੋਕਾਂ ਨੇ ਪਿੰਡੇ ਤੇ ਹੰਢਾਇਆ, ਪੰਜਾਬ ਦੇ ਲੋਕਾਂ ਨੇ ਵੀ ਬਹੁਤ ਕੁਝ ਪਿੰਡੇ ਤੇ ਹੰਢਾਇਆ। ਸੰਸਕਾਰ ਨਹੀਂ ਸੀ ਆਪਦੇ ਟੱਬਰ ਦੇ ਜੀ ਦਾ, ਮਾਪਿਆਂ ਦਾ ਕੋਈ ਕਰਨ ਵਾਸਤੇ ਬਾਹਰ ਨਿਕਲਦਾ। ਉਹ ਵੀ ਕਹਿੰਦੇ ਸੀ ਵੀ ਭਾਈ ਜੋ ਬੈਗ ਦੇ ਵਿੱਚ ਬੋਡੀ ਹੈਗੀ ਆ, ਸਰੀਰ ਆ, ਇਹਨੂੰ ਭਾਈ ਆਪੇ ਹੀ ਨਿਬੇੜ ਦਿਓ, ਅਸੀਂ ਨਹੀਂ ਜਾਣਾ। ਉਦੋਂ ਫਿਰ ਕੀ ਹੁੰਦਾ ਸੀ ਮਨ ਦੇ ਉੱਤੇ? ਇੱਕ ਸਿਹਤ ਮੰਤਰੀ ਦੀ ਵਹੁਟੀ ਹੋਣ ਦੇ ਨਾਤੇ ਮਨ ਦੇ ਵਿੱਚ ਕੀ ਚੱਲਦਾ ਸੀ? ਬਹੁਤ ਬੁਰਾ ਲੱਗਦਾ ਸੀਗਾ ਸੀ, ਜਿਹੜੇ ਸਾਡੇ ਆਪਣੇ ਹੀ ਸੀਗੇ, ਚਾਹੇ ਪੇਰੈਂਟਸ ਸੀ ਜਾਂ ਕੁਛ ਵੀ, ਕਿਸੇ ਦੀ ਵੀ ਡੈਥ ਹੁੰਦੀ ਸੀ ਅਸੀਂ ਉਹਨੂੰ ਇਸ ਤਰ੍ਹਾਂ ਛੱਡ ਦਿੰਦੇ ਸੀ। ਅਸੀਂ ਤਾਂ ਆਪ ਜਾ ਕੇ ਸੰਸਕਾਰ ਕਰਾਉਂਦੇ ਰਹੇ ਜੀ ਉਹਨਾਂ ਦੇ। ਸਿੱਧੂ ਸਾਹਿਬ ਆਪ ਜਾਂਦੇ ਸੀ, ਅਸੀਂ ਕਿਸੇ ਨੂੰ ਇਦਾਂ ਨਹੀਂ ਛੱਡਿਆ ਹੈਗਾ। ਪਰ ਲੋਕ ਉਹ ਲਾਂਭੇ ਜਿਹੇ ਵੀ ਦਿੰਦੇ ਰਹੇ ਵੀ ਭਾਈ ਪ੍ਰਬੰਧ ਸਹੀ ਨਹੀਂ। ਨਹੀਂ, ਉਹਦਾ ਇੱਦਾਂ ਹੁੰਦਾ ਕਿ ਵੀ ਜਦੋਂ ਕਰੋਨਾ ਆਇਆ ਉਦੋਂ ਇੱਕ ਬਹੁਤ ਵੱਡਾ ਪੈਨਿਕ ਵੀ ਸੀ ਲੋਕਾਂ ਦੇ ਵਿੱਚ। ਉਹ ਸੀ ਕਿ ਲੋਕ ਜਦੋਂ ਉਹਨਾਂ ਨੂੰ ਆਈਸੋਲੇਟ ਕਰਦੇ ਸੀਗੇ ਜਾਂ ਕੁਆਰੰਟਾਈਨ ਕਰਦੇ ਸੀਗੇ, ਲੋਕ ਇੱਕ ਪੈਨਿਕ ਮਹਿਸੂਸ, ਉਹਦੇ ਅੰਦਰ ਫੀਅਰ ਸੀ ਬਹੁਤ ਵੱਡਾ। ਉਹ ਡਰ ਨੂੰ ਦੂਰ ਖਤਮ ਕਰਨ ਵਾਸਤੇ ਜਾਂ ਪਲੱਸ ਜਿਹੜਾ ਸਾਡਾ ਸਟਾਫ ਸੀਗਾ ਉਹ ਵੀ ਇੰਨਾ ਜ਼ਿਆਦਾ ਐਕਸਪਰਟ ਨਹੀਂ ਸੀ, ਉਹਨਾਂ ਨੇ ਇਹੋ ਜਿਹੀ ਕੋਈ ਆਫਤ ਦੇਖੀ ਨਹੀਂ ਸੀ ਜਿਹੜੀ ਕਿ ਲਾਗ ਦੀ ਬਿਮਾਰੀ ਹੋਵੇ ਤੇ ਬੰਦੇ ਨੂੰ ਬਹੁਤ ਛੇਤੀ ਆਪਣੀ ਜਕੜ 'ਚ ਲੈ ਲੈਂਦੀ ਹੋਵੇ। ਤੇ ਹੌਲੀ ਹੌਲੀ ਉਹਨਾਂ ਦਾ ਮੋਰਾਲ ਹਾਈ ਕਰਨ ਵਾਸਤੇ ਜਾਂ ਉਹਨਾਂ ਨੂੰ ਬੂਸਟ ਕਰਨ ਵਾਸਤੇ, ਜਾਂ ਫਿਰ ਜਿਹੜੇ ਲੋਕ ਸੀਗੇ, ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਿ ਸਾਡੇ ਸਭ ਤੋਂ ਪਹਿਲਾਂ ਆਪਣੇ ਨਵੇਂ ਸ਼ਹਿਰ 'ਚ ਕਾਂਡ ਹੋਇਆ ਸੀ, ਇੱਕ ਜਿਹੜੇ ਰਾਗੀ ਸਿੰਘ ਸੀਗੇ ਉਹਨਾਂ ਦੀ ਮੌਤ ਹੋਈ ਸੀ। ਉਸ ਤੋਂ ਬਾਅਦ ਆਪਣੇ ਇੱਥੇ ਮੋਹਾਲੀ ਜ਼ਿਲ੍ਹੇ ਦੇ ਨਾਲ ਰੋਪੜ ਦਾ ਪਿੰਡ ਹੈਗਾ ਚਤਾਮਲੀ, ਉੱਥੋਂ ਤੋਂ ਸਾਡੇ ਇਸ ਇਲਾਕੇ 'ਚ ਪਹਿਲੀ ਮੌਤ ਸਰਪੰਚ ਮੋਹਨ ਦੀ ਹੋਈ ਸੀ। ਜਦੋਂ ਅਸੀਂ ਉਹਨਾਂ ਦੇ ਮਾਤਾ ਪਿਤਾ ਦੀ ਖੁਆਇਸ਼ ਸੀ ਕਿ ਸਾਡੇ ਪੁੱਤ ਦਾ ਸੰਸਕਾਰ ਜਿਹੜਾ ਹੈਗਾ ਉਹ ਪਿੰਡ 'ਚ ਕੀਤਾ ਜਾਣਾ ਚਾਹੀਦਾ ਹੈ, ਤੇ ਅਸੀਂ ਉੱਥੇ ਸਵੇਰੇ ਦੋ ਬੰਦਿਆਂ ਨੇ ਇਸ ਗੱਲ ਦੀ ਆਪਣੀ ਆਫਰ ਦਿੱਤੀ ਕਿ ਅਸੀਂ ਖੁਦ ਜਿਹੜੇ ਸਾਰੇ ਮਰਿਆਦਾ ਮੁਤਾਬਕ ਅਸੀਂ ਉਹਨਾਂ ਦਾ ਸੰਸਕਾਰ ਕਰਾਂਗੇ, ਅਸੀਂ ਰੈਡੀ ਹਾਂ ਇਸ ਗੱਲ 'ਤੇ। ਉਹ ਚੰਨੀ ਸਾਹਿਬ ਦੇ ਹਲਕੇ 'ਚ ਪੈਂਦਾ ਹੈ ਪਿੰਡ, ਅਤੇ ਮੈਂ ਉੱਥੇ ਸਾਡਾ ਆਪਣਾ ਫਾਰਮ ਹੈ ਅਤੇ ਮੇਰਾ ਪਰਿਵਾਰ ਨਾਲ ਬਹੁਤ ਨੇੜਤਾ ਸੀ, ਅਤੇ ਮੈਂ ਉਹ ਐਕਚੁਅਲੀ ਉਹਨੂੰ ਸ਼ੂਗਰ ਕਾਫੀ ਸੀ ਸਰਪੰਚ ਸਾਹਿਬ ਨੂੰ। ਉਹ ਗਏ ਸੀ ਸ਼ੂਗਰ ਦੇ ਟ੍ਰੀਟਮੈਂਟ ਵਾਸਤੇ 16 ਸੈਕਟਰ ਹਸਪਤਾਲ ਐਡਮਿਟ ਹੋਏ। ਉੱਥੋਂ ਵਿਚਾਰਿਆਂ ਦਾ ਕੀ ਹੋਇਆ ਕਿ ਉਦੋਂ ਬਾਅਦ ਕਰੋਨਾ ਤੋਂ ਬਾਅਦ ਉਹਨੂੰ ਪੀਜੀ ਸ਼ਿਫਟ ਕੀਤਾ ਗਿਆ। ਅਸੀਂ ਉਹਦੀ ਪੂਰੀ ਡੇ ਟੂ ਡੇ ਮੋਨੀਟਰਿੰਗ ਕਰਦੇ ਸੀਗੇ ਵੀ ਉਹ ਕਿੱਦਾਂ ਦੇ ਹਾਲਾਤ ਨੇ, ਪਰ ਉਹ ਅਸੀਂ ਬਚਾ ਨਹੀਂ ਪਾਏ, ਕਿਉਂਕਿ ਇੱਕ ਤਾਂ ਪਹਿਲਾਂ ਸ਼ੂਗਰ ਜਿੱਥੇ ਕੋਮੋਰਬਿਡਿਟੀ ਹੁੰਦੀ ਆ, ਉਹ ਜ਼ਿਆਦਾ ਸਿੱਕ ਹੋਣ ਤੋਂ ਬਾਅਦ ਉਹਦਾ ਇਲਾਜ ਸਟਾਰਟ ਹੋਇਆ, ਅਤੇ ਪਲੱਸ ਸ਼ੂਗਰ ਕਰਕੇ ਉਹਨੂੰ ਹੋਰ ਕਈ ਬਿਮਾਰੀਆਂ ਜੁੜ ਗਈਆਂ ਸੀਗੀਆਂ। ਅਤੇ ਜਦੋਂ ਉਹਦੀ ਡੈਥ ਹੋਣ ਤੋਂ ਬਾਅਦ ਤਾਂ ਅਸੀਂ ਉਹਨਾਂ ਨੇ ਕਿਹਾ ਵੀ ਉੱਥੇ ਸੰਸਕਾਰ ਕਰੋ ਪਿੰਡ 'ਚ, ਤਾਂ ਉਹ ਬੰਦੇ ਉਹ ਵੀ ਦੌੜ ਗਏ ਸੀਗੇ। ਪਰ ਮੈਂ ਆਪਣੇ ਡਾਕਟਰਾਂ ਦਾ ਅਤੇ ਆਪਣੇ ਸਾਰੇ ਸਟਾਫ ਦਾ ਜਾਂ ਜਿਹੜਾ ਪ੍ਰਸ਼ਾਸਨ ਦਾ ਮੈਂ ਉਦੋਂ ਧੰਨਵਾਦ ਵੀ ਕੀਤਾ ਕਿ ਮੈਂ ਖੁਦ ਉਹ ਡੈੱਡ ਬੋਡੀ ਲੈ ਕੇ ਨਾਲ ਗੱਡੀ ਲੈ ਕੇ ਉੱਥੇ ਗਿਆ, ਅਤੇ ਅਸੀਂ ਬਕਾਇਦਾ ਉੱਥੇ ਮੈਂ ਵੀ ਚੰਨੀ ਸਾਹਿਬ ਜੀ ਖੜ੍ਹ ਕੇ ਉਹਨਾਂ ਦੀ ਕਨਵੈਸ਼ਨ ਕਰਾਈ, ਅਤੇ ਜਿਹੜੇ ਉਹਨਾਂ ਦਾ ਭਤੀਜਾ ਸੀ ਉਹਨੇ ਬਕਾਇਦਾ ਜਿਹੜੀ ਕਿੱਟ ਪਾ ਕੇ PPE ਕਿੱਟ ਪਾ ਕੇ ਉਹਨੇ ਬਕਾਇਦਾ ਉੱਥੇ ਸਾਰਾ ਕੁਛ ਅਰਦਾਸ ਵੀ ਹੋਈ ਅਤੇ ਉਹਨੂੰ ਸੰਸਕਾਰ ਕੀਤਾ ਗਿਆ। ਉਹਦੇ ਨਾਲ ਕੀ ਮੈਸੇਜ ਗਿਆ ਕਿ ਲੋਕਾਂ 'ਚ ਥੋੜ੍ਹਾ ਡਰ ਘੱਟ ਗਿਆ ਵੀ ਯਾਰ ਜੇ ਬੰਦੇ ਨੇੜੇ ਜਾਣ ਨਾਲ ਨਹੀਂ ਹੁੰਦਾ ਇਹ ਜਾਂ ਉੱਥੇ ਜਾਣਾ ਹੁੰਦਾ, ਲੇਕਿਨ ਸਾਨੂੰ ਪ੍ਰੀਕਾਸ਼ਨ ਲੈਣਾ, ਹਾਂ ਧੂਏ ਨਾਲ ਵੀ ਨਹੀਂ ਹੁੰਦਾ,
ਤੇ ਵੀ ਇਸ ਕਰਕੇ ਸਾਨੂੰ ਡਰਨ ਦੀ ਲੋੜ ਨਹੀਂ ਹੈ। ਤੇ ਇਦਾਂ ਹੀ ਮੈਂ ਫਿਰ ਜਦੋਂ ਕਈ ਸਾਡਾ ਇੱਕ ਡਾਕਟਰ ਸੀ, ਸ਼ਾਇਦ ਤੁਸੀਂ ਦੇਖਿਆ ਹੋਣਾ ਕਿ ਉਹਨੇ ਬੇਚਾਰਾ ਭੰਗੜਾ ਪਾ ਰਿਹਾ ਸੀਗਾ ਹਸਪੀਟਲ ਜਦੋਂ ਵਾਰਡ ਦੇ ਵਿੱਚ ਐਡਮਿਟ ਸੀਗਾ, ਤੇ ਉਹਨਾਂ ਦੀ ਮੌਤ ਹੋਈ। ਤਾਂ ਉਹਨਾਂ ਦੀ ਮੌਤ ਤੇ ਮੈਂ ਕ੍ਰਿਮੇਸ਼ਨ ਖੁਦ ਜਾ ਕੇ ਮੈਂ ਗਰਾਊਂਡ 'ਚ ਜਾ ਕੇ ਕਰਵਾ ਕੇ ਆਇਆ ਸੀ ਅੰਮ੍ਰਿਤਸਰ ਦੇ ਵਿੱਚ ਜਾ ਕੇ। ਤੇ ਜਿਹੜੇ ਭਾਈ ਨਿਰਮਲ ਸਿੰਘ ਖਾਲਸਾ ਸੀਗਾ, ਐਕਚੁਅਲੀ ਕੀ ਸੀ, ਜਦੋਂ ਭਾਈ ਨਿਰਮਲ ਸਿੰਘ ਖਾਲਸਾ ਵਾਲਾ ਇੰਸੀਡੈਂਟ ਹੋਇਆ, ਉਹ ਬੜਾ ਹੀ ਲੋਕਾਂ ਨੂੰ ਉਹਨੇ ਜਾਣੀ ਕਿ ਦੁੱਖ ਪਹੁੰਚਾਇਆ। ਤੇ ਜੋ ਉਹਦੇ ਨਾਲ ਉਦੋਂ ਦੀ ਡੈੱਡ ਬੋਡੀ ਦੇ ਨਾਲ ਲੋਕਾਂ ਨੇ ਵਰਤਾਓ ਕੀਤਾ ਕਿ ਇੱਥੇ ਨਹੀਂ ਇਹਦਾ ਸੰਸਕਾਰ ਕਰ ਲੈਣਾ, ਇੱਥੇ ਨਹੀਂ ਕਰਨਾ। ਹਾਂ, ਬਹੁਤ ਦੁੱਖ ਹੋਇਆ। ਤੇ ਫਿਰ ਅਸੀਂ ਇਸ ਗੱਲ ਕਹੇ ਨਹੀਂ ਯਾਰ, ਇਹ ਸਾਰੀ ਚੀਜ਼ਾਂ ਅਸੀਂ ਕਰਾਂਗੇ। ਈਵਨ ਇੱਕ ਡਾਕਟਰ ਸੀ ਲੜਕੀ, ਉਹਦਾ ਫਾਦਰ ਚੀਫ ਇੰਜੀਨੀਅਰ ਰਿਟਾਇਰ ਸੀਗਾ ਜਲੰਧਰ ਦੇ ਵਿੱਚ ਹੀ, ਸ਼ਾਇਦ ਤੁਸੀਂ ਸੁਣਿਆ ਹੋਣਾ ਕਿ ਉਹ ਆਪਣੇ ਫਾਦਰ ਡੈੱਡ ਬੋਡੀ ਲੈਣ ਤੋਂ ਇਨਕਾਰ ਕਰਤਾ ਸੀਗਾ। ਉਹਦੀ ਕ੍ਰਿਮੇਸ਼ਨ ਵੀ ਅਸੀਂ ਆਪਣੇ ਡਿਪਾਰਟਮੈਂਟ ਸਾਡੇ ਨੇ ਕੀਤੀ। ਲੁਧਿਆਣੇ ਦੇ ਇੱਕ ਲੇਡੀ ਸੀਗੀ ਜਿਹੜੀ ਕਿ ਉਹ ਸਾਡੇ ਤੇ ਮੋਹਾਲੀ 91 ਸੈਕਟਰ ਕਿਤੇ ਆਈ ਸੀ, ਉੱਥੋਂ ਨੂੰ ਕਰੋਨਾ ਹੋ ਕੇ ਚਲੇ ਗਏ ਲੁਧਿਆਣੇ DMC 'ਚ ਉਹ ਦਾਖਲ ਸੀਗੇ, ਤੇ DMC 'ਚ ਉਹ ਐਕਸਪਾਇਰ ਹੋ ਗਏ। ਉਸ ਪਰਿਵਾਰ ਨੇ ਨਾ ਤਾਂ ਡੈੱਡ ਬੋਡੀ ਨਹੀਂ ਲਈ, ਈਵਨ ਸਾਡੇ ਕੋਈ ਪੋਲੀਟੀਕਲ ਲੋਕ ਸੀ ਜਿਹੜੇ ਉੱਥੋਂ ਦੇ, ਉਹਨਾਂ ਦੇ ਬੜੇ ਕਲੋਜ਼ ਰਿਲੇਟਿਵ ਸੀਗੇ। ਫਿਰ ਮੈਂ ਉਹਨਾਂ ਨੂੰ ਇਹ ਵੀ ਕਿਹਾ ਆਪਣੇ ਡਿਪਾਰਟਮੈਂਟ ਦੇ ਬੰਦਿਆਂ ਨੂੰ ਵੀ ਤੁਸੀਂ ਸੰਸਕਾਰ ਵੀ ਕਰੋ ਤੇ ਭੋਗ ਵੀ ਆਪਾਂ ਪਾਈਏ। ਤੇ ਉਸ ਪਰਿਵਾਰ ਨੂੰ ਕਹਿੰਦੇ ਕਮ ਸੇ ਕਮ ਭੋਗ ਤੇ ਵੀ ਨਾ ਆਉਣ। ਇੰਨੀ ਇਨਸਾਨੀਅਤ ਜਾਣੀ ਕਿ ਉਸ ਵੇਲੇ ਗਿਰ ਗਈ ਸੀ ਕਿ ਉਹ ਚੀਜ਼ ਜਿਹੜੀ ਸੀ ਅਸੀਂ ਪੰਜਾਬ 'ਚ ਨਹੀਂ ਹੋਣ ਦਿੱਤੀ। ਪੰਜਾਬ 'ਚ ਕੋਈ ਵੀ ਕਿਤੇ ਬੰਦੇ ਦੀ ਡੈਥ ਹੁੰਦੀ ਸੀ, ਉਹਨਾਂ ਨੂੰ ਅਸੀਂ ਬਕਾਇਦਾ ਉਹਦੀ ਪ੍ਰੋਪਰ ਮਰਿਆਦਾ ਨਾਲ, ਜੋ ਉਹਦੇ ਰਸਮਾਂ ਰਿਵਾਜ ਹੁੰਦੇ ਸੀਗੇ, ਜਿਵੇਂ ਮੁਸਲਮਾਨ ਤਾਂ ਮੁਸਲਮਾਨ ਨਾਲ, ਕ੍ਰਿਸਚਨ ਦਾ ਕ੍ਰਿਸਚਨ ਦੇ ਨਾਲ, ਜੇ ਕੋਈ ਹਿੰਦੂ ਹੈ ਤਾਂ ਹਿੰਦੂ ਰਵਾਇਤਾਂ ਦੇ ਮੁਤਾਬਕ, ਤੇ ਸਿੱਖ ਦਾ ਸਿੱਖ ਰਵਾਇਤਾਂ ਦੇ ਮੁਤਾਬਕ। ਤੇ ਉਹਦਾ ਅਸੀਂ ਬਕਾਇਦਾ ਸਾਰਿਆਂ ਦੇ ਸੰਸਕਾਰ ਕਰਦੇ ਸੀਗੇ ਜਾਂ ਉਹਨਾਂ ਨੂੰ ਦਫਨਾਉਂਦੇ ਸੀਗੇ। ਪਰ ਜਿਹੜੀ ਚੀਜ਼ ਇਹ ਸੀ ਕਿ ਉਹ ਚੀਜ਼ ਦਾ ਬੜਾ ਵੱਡਾ ਮੈਸੇਜ ਆਉਂਦਾ ਸੀ। ਫਿਰ ਉਹ ਜਿਹੜੇ ਸਾਡੇ ਵਰਕਰ ਸੀ, ਮੈਡੀਕਲ ਹੈਲਥ ਵਰਕਰ ਸੀਗੇ ਜਾਂ ਫਰੰਟ ਲਾਈਨ ਦੇ ਵਰਕਰ ਸੀ, ਉਹਨਾਂ ਦਾ ਮੋਰਾਲ ਹਾਈ ਹੋ ਗਿਆ ਕਿ ਯਾਰ ਅਸੀਂ ਉਹਨਾਂ ਨੇ, ਮੈਂ ਇਹ ਕਹੂੰ ਵੀ ਉਹਨਾਂ ਨੂੰ ਅਸੀਂ ਜਿੰਨਾ ਵੱਧ ਤੋਂ ਵੱਧ ਉਹਨਾਂ ਦੀ ਪ੍ਰੇਜ ਕਰ ਲਈ ਉਹ ਘੱਟ ਹੈਗੀ ਆ। ਔਰ ਖਾਸ ਕਰਕੇ ਆਸ਼ਾ ਵਰਕਰ ਜਾਂ ਜਿਹੜਾ ANM, ਜਿਹੜੀਆਂ ਕਿ ਲੋਕਾਂ ਦੇ ਘਰ ਘਰ ਕੁੰਡਾ ਖੜਕਾ ਕੇ ਸੈਂਪਲਿੰਗ ਕਰਦੀਆਂ ਸੀਗੀਆਂ, ਜਾਂ ਇੱਕ ਕੁਛ ਏਰੀਆ ਦੇ ਅਸੀਂ ਪੂਰਾ ਸੀਲ ਕਰ ਦਿੰਦੇ ਸੀਗੇ। ਤੇ ਉਹ ਹਾਲਾਤ ਇਹ ਬਣਦੇ ਕਿ ਬਈ ਉਸ ਗਲੀ 'ਚ ਲੋਕ ਲੰਘਣਾ ਪਸੰਦ ਨਹੀਂ ਸੀ ਕਰਦੇ, ਪਰ ਲੋਕਾਂ ਦਾ ਭੈ ਦੂਰ ਕਰਨ ਵਾਸਤੇ ਅਸੀਂ ਫਿਰ ਬੜਾ ਕਾਫੀ ਅੱਗੇ, ਮੈਂ ਆਪ ਵੀ ਆਇਆ। ਈਵਨ ਉਸ ਤੋਂ ਬਾਅਦ ਮੈਨੂੰ ਵੀ ਕਰੋਨਾ ਹੋ ਗਿਆ, ਤੇ ਮੇਰੇ ਪਰਿਵਾਰ 'ਚ ਮੇਰੇ ਪਿੰਡ ਆਪਣੀ ਮਦਰ ਮਿਲ ਗਿਆ, ਉਹਨੂੰ ਵੀ ਕਰੋਨਾ, ਮੇਰੇ ਬ੍ਰਦਰ ਨੂੰ ਵੀ ਕਰੋਨਾ, ਸਾਰਿਆਂ ਨੂੰ ਜਾਣੀ ਕਿ ਇਸ ਲਪੇਟ 'ਚ ਆ ਗਿਆ। 90 ਸਾਲ ਦੀ ਮੇਰੀ ਮਦਰ, ਹਾਲਾਂਕਿ ਉਹ ਇੰਨੀ ਸਟਰੋਂਗ ਸੀ, ਉਹ ਘਰ ਹੀ ਆਪਣੇ ਟ੍ਰੀਟਮੈਂਟ ਨਾਲ ਠੀਕ ਹੋ ਗਈ। ਤੇ ਉਹ ਚੀਜ਼ ਬੜੀ ਉਸ ਵੇਲੇ ਲੋਕਾਂ ਦੇ ਵਿੱਚ ਫਿਰ ਮੈਸੇਜ ਗਿਆ ਵੀ ਵਾਕਈ ਬਦਲਾਅ ਆਇਆ, ਲੋਕਾਂ ਨੇ ਸੋਚ ਬਦਲੀ ਕਿ ਯਾਰ ਨਹੀਂ। ਈਵਨ ਦੇਖੋ ਸਭ ਤੋਂ ਵੱਡੀ ਗੱਲ ਕਿ ਯੂਪੀ, ਬਿਹਾਰ, ਦਿੱਲੀ ਦੇ ਵਿੱਚ ਲੋਕਾਂ ਦੀਆਂ ਲਾਸ਼ਾਂ ਕਾਫੀ ਰੁਲੀਆਂ, ਔਰ ਬਹੁਤ ਸਾਰੀਆਂ ਡੈੱਡ ਬੋਡੀਆਂ ਦਰਿਆਵਾਂ 'ਚ ਸੁੱਟੀਆਂ ਗਈਆਂ, ਠੀਕ ਹੈ ਨਾ। ਤੇ ਉੱਥੇ ਨਾ ਫਿਰ ਇਹ ਲੱਗਦਾ ਵੀ ਯਾਰ ਇਨਸਾਨੀਅਤ ਸਾਡੇ ਜਾਂ ਜ਼ਮੀਰ ਮਰ ਗਈ ਸਾਡੇ ਲੋਕਾਂ ਦੀ। ਪਰ ਪੰਜਾਬ ਦੀ ਮੈਂ ਇਹ ਗੱਲ ਗਰੰਟੀ ਕਰਦਾ, ਅਸੀਂ ਜਿਹੜਾ ਬੰਦਾ ਕੋਈ ਵੀ ਹਾਰਟ ਅਟੈਕ ਨਾਲ ਵੀ ਕੋਈ ਡੈਥ ਹੁੰਦੀ ਸੀ, ਅਸੀਂ ਉਹਦਾ ਕਰੋਨਾ ਨੂੰ ਟੈਸਟ ਕਰਦੇ ਸੀ। ਜੇ ਐਕਸੀਡੈਂਟ ਵੀ ਮੌਤ ਹੋਈ ਤਾਂ ਉਹਦਾ ਅਸੀਂ 32 ਮੌਤਾਂ ਇਹੋ ਜਿਹੀਆਂ ਹੋਈਆਂ ਸੀ ਐਕਸੀਡੈਂਟ ਦੇ ਵਿੱਚ ਜਿਹੜੇ ਬੰਦੇ ਕਰੋਨਾ ਪੋਜ਼ਿਟਿਵ ਸੀਗੇ। 3 ਬੰਦਿਆਂ ਨੇ ਤਕਰੀਬਨ, ਕਿਸੇ ਨੇ ਪੋਇਜ਼ਨ ਲੈ ਲਈ, ਕਿਸੇ ਨੇ ਡੀਜ਼ਲ ਪੀ ਲਿਆ, ਉਹਨਾਂ ਦੀ ਮੌਤ ਹੋ ਗਈ। ਲੇਕਿਨ ਉਹਨੂੰ ਅਸੀਂ ਆਪਣੇ ਉਸ 'ਚ ਕਾਊਂਟ ਕੀਤਾ ਕਿ ਬੰਦੇ ਕਰੋਨਾ ਪੋਜ਼ਿਟਿਵ ਸੀਗੇ। ਜਿਹੜੀ ਸਾਡੀ ਫਿਗਰ ਸੀ, ਜਿਹੜੀ ਅੱਜ 17,000 ਦੇ ਲਾਗੇ ਛਾਗੇ ਪਹੁੰਚ ਗਈ ਹੈ, ਉਹ 'ਚ ਉਹ ਐਡ ਨੇ, ਜਿਹੜੀ ਇੱਕ ਵੀ ਜਿਹੜੀ ਅਨਡਿਕਲੇਅਰ ਡੈਥ ਅਸੀਂ ਨਹੀਂ ਛੱਡੀ। ਤੇ ਜਿਵੇਂ ਦਿੱਲੀ ਦੇ ਵਿੱਚ ਕੀ ਆ ਵੀ ਆਕਸੀਜਨ ਨਹੀਂ ਮਿਲੀ, ਬੈੱਡ ਨਹੀਂ ਮਿਲਿਆ ਸੜਕਾਂ 'ਤੇ। ਈਵਨ ਕੱਲ੍ਹ ਰਾਤ ਮੈਨੂੰ ਇੱਕ ਬੰਦਾ ਮਿਲਿਆ ਸੀ ਕਿ ਡਿਫੈਂਸ ਦੇ ਵਿੱਚੋਂ ਇੱਕ ਸੈਕਟਰੀ ਰਿਟਾਇਰ ਹੋਇਆ ਸੀ ਬੰਦਾ, ਕਿ ਉਹ ਆਕਸੀਜਨ ਨੂੰ ਪਾਰਕ 'ਚ ਬੈਠਾ ਹਸਪਤਾਲ ਤੜਫ ਕੇ ਮਰ ਗਿਆ। ਜਾਣੀ ਕਿ ਇਹ ਜਿਹੜੀ ਚੀਜ਼ਾਂ ਸੀਗੀਆਂ, ਅਸੀਂ ਇਸ ਗੱਲ ਤੋਂ ਬੜੇ ਸੀਗੇ। ਫਿਰ ਉਸ ਵੇਲੇ ਅਸੀਂ, ਸਾਡੀ 300 ਮੀਟਰ ਟਨ ਦੀ ਪਰ ਡੇ ਦੀ ਰਿਕੁਆਇਰਮੈਂਟ ਸੀ ਜਿਹੜੀ ਸੈਕੰਡ ਪੀਕ ਵੇਲੇ, ਤੇ ਆਕਸੀਜਨ ਦੀ, ਪਰ ਸਾਨੂੰ 225 ਮੀਟਰ ਟਨ ਮਿਲਦੀ ਸੀਗੀ। ਤੇ ਅਸੀਂ ਜਿਹੜੀ ਸਾਡੀ ਇੰਡਸਟਰੀ ਸਟੀਲ ਵਾਲੀ ਸੀ, ਉਹਨੂੰ ਸਾਰੇ ਅਸੀਂ ਪ੍ਰੋਸੈਸ ਰੋਕ ਕੇ ਉਹ ਜਿਹੜੀ ਪ੍ਰੋਡਕਸ਼ਨ ਵਾਲੀ ਆਕਸੀਜਨ ਸੀ ਉਹ ਵੀ ਇੱਧਰ ਡਾਈਵਰਟ ਕੀਤੀ, ਤੇ 300 ਮੀਟਰ ਟਨ ਦਾ ਆਪਣਾ ਜਿਹੜਾ ਆਪਣਾ ਸੀਗਾ ਟਾਰਗੇਟ ਉਹ ਮੀਟ ਕੀਤਾ। ਤੇ ਉਹ ਜਿਹੜੀ ਡਿਮਾਂਡ ਸੀ ਉਹ ਪੂਰੀ ਹੋਈ। ਤੇ ਉਹਦੇ ਨਾਲ ਫਿਰ ਹਸਪਤਾਲਾਂ ਦੇ ਵਿੱਚ ਇੱਕ ਹਰਿਆਵਲ ਜੀ ਆ ਗਈ ਵੀ ਯਾਰ ਆਕਸੀਜਨ ਦੀ ਕਮ ਸੇ ਕਮ ਕਮੀ, ਜਿਹੜੀਆਂ ਹੋਰ ਵੀ ਏਜੰਸੀਆਂ ਸੀਗੀਆਂ, ਜਿੰਨੇ ਪਲਾਂਟ ਸੀਗੇ, ਉਹਨਾਂ ਸਾਰਿਆਂ ਦੇ ਜਿਹੜੇ ਸਿਲੰਡਰ ਸੀਗੇ ਅਸੀਂ ਉਹਨਾਂ ਨੂੰ ਬਕਾਇਦਾ ਜਿਹੜੀ ਮੈਡੀਕਲ ਆਕਸੀਜਨ ਦੇ ਤੌਰ 'ਤੇ ਵਰਤਣਾ ਸ਼ੁਰੂ ਕੀਤਾ। ਤੇ ਉਹਦਾ ਮੈਸੇਜ ਬਹੁਤ ਵੱਡਾ ਗਿਆ ਕਿ ਕਮ ਸੇ ਕਮ ਆਕਸੀਜਨ ਨਾਲ ਹੀ ਕੋਈ ਬੰਦਾ ਗਿਆ। ਜਿਹੜੇ ਬੰਦੇ ਦੀ ਮੌਤ ਹੋਈ ਆ, ਮੌਤ ਹੋਣ ਦੇ 2-3 ਕਾਰਨ ਨੇ ਕਿ ਇੱਕ ਤਾਂ ਪਹਿਲੀ ਗੱਲ, ਬੰਦਾ ਬਹੁਤ ਸਿੱਕ ਹੋਣ ਦਾ, ਜੋ ਲੰਗਸ ਬਿਲਕੁਲ ਸਫੈਦ ਹੋ ਗਿਆ ਆ, ਉਹ ਘਰੇ ਹੀ ਪਿਆ ਰਿਹਾ, ਘਰੇ ਹੀ ਆਪਣੇ, ਜੇ ਬੁਖਾਰ ਚੜ੍ਹ ਗਿਆ ਡੋਲੋ ਲੈ ਲਈ, ਜਾਂ ਕਿਤੇ ਜਿਹੜਾ ਨੇੜੇ ਡਾਕਟਰ ਹੁੰਦਾ ਸੀ ਉਹਨੂੰ ਕੋਈ ਟੀਕੇ ਲਵਾ ਲਏ,
ਉਹ ਬੁਖਾਰ ਉਤਰ ਜਾਂਦਾ ਸੀ, ਲੇਕਿਨ ਫਿਰ ਉਸ ਤੋਂ ਬਾਅਦ ਫਿਰ ਬੁਖਾਰ ਚੜ੍ਹ ਜਾਂਦਾ ਸੀਗਾ। ਪਰ ਜਿਹੜਾ ਅਸਲ ਜਿਹੜੇ ਬੰਦੇ ਸਮੇਂ ਸਿਰ ਹਸਪੀਟਲ ਆ ਗਏ ਉਹਨਾਂ ਕਿਸੇ ਦੀ ਮੌਤ ਨਹੀਂ ਹੋਈ। ਤੇ ਜਾਂ ਏਜ ਸੀ ਜ਼ਿਆਦਾ ਬੰਦੇ, ਉਹਨਾਂ ਦੇ ਆਰਗਨ ਬਹੁਤ ਵੀਕ ਹੋ ਗਏ ਸੀ, ਜਾਂ ਸ਼ੂਗਰ ਦਾ ਮਰੀਜ਼ ਸੀਗਾ, ਜਾਂ ਬਲੱਡ ਪ੍ਰੈਸ਼ਰ ਦਾ ਮਰੀਜ਼ ਸੀਗਾ, ਜਾਂ ਉਹਨੂੰ ਕੈਂਸਰ ਦੀ ਪ੍ਰੋਬਲਮ ਸੀ, ਜਾਂ ਕਿਡਨੀ ਦੀ ਜਾਂ ਟੀਵੀ ਦੀ ਪ੍ਰੋਬਲਮ ਸੀਗੀ, ਉਹ ਲੋਕਾਂ ਦੀ ਜਿਹੜੀ ਮੌਤਾਂ ਜ਼ਿਆਦਾ ਹੋਈਆਂ ਨੇ। ਆਪਾਂ ਨਾ ਹੁਣ ਗੱਲ ਕਰਨੀ ਕਮਰਵੀਰ ਬਾਈ ਨਾਲ। ਬਾਈ ਜੀ ਫਿਰ ਕਿਵੇਂ ਲੱਗਦਾ ਜਦੋਂ ਲੋਕਾਂ ਦੇ ਵਿੱਚ ਵਿਚਰਦੇ? ਕਈ ਕਹਿੰਦੇ ਹੋਣੇ ਵੀ ਤੁਹਾਡੇ ਭਾਪੇ ਨੇ ਬਹੁਤ ਵਧੀਆ ਕੰਮ ਕੀਤਾ, ਕਈ ਕਹਿੰਦੇ ਨਹੀਂ ਗੱਲ ਨਹੀਂ ਬਣੀ। ਬਿਲਕੁਲ ਜੀ, ਹਰ ਤਰ੍ਹਾਂ ਦੇ ਲੋਕਾਂ ਦੇ ਵਿਚਾਰ ਨੇ ਤੇ ਪਰ ਮੈਂ ਜਿਵੇਂ ਡੋਰ ਟੂ ਡੋਰ ਵੀ ਜਾਈਦਾ ਜਾਂ ਪਿੰਡਾਂ 'ਚ ਵੀ ਮਿਲੀਦਾ, ਤਕਰੀਬਨ ਮੈਜੋਰਿਟੀ ਲੋਕ ਆ ਜਿਹੜੇ ਉਹ ਸੰਤੁਸ਼ਟ ਨੇ। ਤੇ ਜਿਹੜੇ ਨਹੀਂ ਵੀ ਸੰਤੁਸ਼ਟ ਹੁੰਦੇ ਉਹਨਾਂ ਨਾਲ ਅਸੀਂ ਬਹਿ ਕੇ ਗੱਲਬਾਤ ਕਰਕੇ ਮਤਲਬ ਉਹਨਾਂ ਨੂੰ ਸੈਟਿਸਫਾਈ ਕਰਾਈਦਾ। ਤਾਂ ਕੋਈ ਐਡੀ ਕੋਈ ਮਤਲਬ ਨੈਗੇਟਿਵ ਹਜੇ ਤੱਕ ਗੱਲ ਦਿਖੀ ਨਹੀਂ ਹੈਗੀ ਸਾਨੂੰ ਕਿ ਲੋਕ ਇਹ ਕਹਿਣ ਕਿ ਕੰਮ ਨਹੀਂ ਹੋਇਆ ਜਾਂ ਉਹੋ ਜਿਹੀ ਕੋਈ ਗੱਲ ਹੈ। ਜੀ ਭੈਣ ਜੀ, ਤੁਸੀਂ ਵੀ ਸਾਰਾ ਪਰਿਵਾਰ ਕਿੱਟਾਂ ਵੰਡਦੇ ਰਹੇ ਹੋ ਕੋਵਿਡ ਦੇ ਦੌਰ ਦੇ ਵਿੱਚ, ਬਹੁਤ ਕੁਝ ਇਹੋ ਜਿਹਾ ਵੀ ਹੋਇਆ ਹੋਊਗਾ ਜਿਹਨੇ ਦਿਲੋਂ ਦਿਮਾਗ ਦੇ ਉੱਪਰ ਬਹੁਤ ਜ਼ਿਆਦਾ ਅਸਰ ਕੀਤਾ ਹੋਊਗਾ। ਉਦੋਂ ਫਿਰ ਜਦੋਂ ਲੋਕ ਇੰਨੇ ਜ਼ਿਆਦਾ ਡਰੇ ਹੋਏ ਸੀ, ਕੋਈ ਵੀ ਰਿਸ਼ਤੇਦਾਰ ਉਹਨਾਂ ਦੇ ਕੋਲ ਨਹੀਂ ਸੀ ਜਾ ਰਹੇ, ਭੈਣ ਭਰਾ ਕੋਲ ਨਹੀਂ ਸੀ ਜਾ ਰਹੇ, ਤੁਸੀਂ ਉੱਥੇ ਜਾ ਕੇ ਕਿੱਟਾਂ ਵੰਡ ਰਹੇ ਸੀ, ਉਸ ਵੇਲੇ ਫਿਰ ਮਨ ਦੇ ਉੱਪਰ ਕੀ ਬੀਤੀ ਸੀ? ਮਨ ਦੇ ਉੱਤੇ ਜੀ ਜਦੋਂ ਵੈਸੇ ਹੀ ਦੁਨੀਆ ਤੇ ਏਡੀ ਆਪਦਾ ਆ ਗਈ ਤੇ ਸਾਡੇ ਉੱਤੇ ਇੱਕ ਜ਼ਿੰਮੇਵਾਰੀ ਸੀਗੀ ਵੀ ਅਸੀਂ ਪੰਜਾਬ ਦੇ ਵਿੱਚ ਇਹਦੇ ਅਗੇਂਸਟ ਫਾਈਟ ਕਰਨਾ ਹੈ। ਫਿਰ ਉਸ ਟਾਈਮ ਤੇ ਹੋਰ ਦਿਮਾਗ 'ਚ ਆਉਂਦਾ ਨਹੀਂ ਸੀਗਾ, ਜਦੋਂ ਪਾਪਾ ਫਰੰਟ ਲਾਈਨ ਤੇ ਲੱਗੇ ਹੋਏ ਸੀ ਅਸੀਂ ਪਿੱਛੇ ਕਿਵੇਂ ਹਟ ਜਾਂਦੇ। ਜੀ ਬਿਲਕੁਲ ਸਹੀ, ਬਿਲਕੁਲ ਸਹੀ ਆ। ਪਰ ਸਿੱਧੂ ਸਾਹਿਬ ਇਹ ਦੱਸੋ ਕਿ ਉਸ ਦੌਰ ਦੇ ਵਿੱਚ ਨਿੱਜੀ ਹਸਪਤਾਲਾਂ ਨੇ ਬਹੁਤ ਲੁੱਟ ਮਚਾਈ, ਕਈਆਂ ਨੇ, ਮੈਂ ਸਾਰੇ ਇੱਕੋ ਰੱਸੇ ਨਹੀਂ ਬੰਨ੍ਹਦਾ, ਪਰ ਕਈਆਂ ਨੇ ਤਾਂ ਇੰਨੀ ਕੁ ਲੁੱਟ ਮਚਾਈ ਵੀ ਪੁੱਛੋ ਹੀ ਕੁਛ ਨਾ। ਸਰਕਾਰ ਨੇ ਰੇਟ ਵੀ ਤੈਅ ਕਰਤੇ ਵੀ ਭਾਈ ਹਸਪਤਾਲ ਦੇ ਕਮਰੇ ਦਾ ਮੁੱਲ ਆਹਾ, ਉਹਨਾਂ ਨੇ ਫਿਰ ਚੰਬਦੀਆਂ ਚਲਾਈਆਂ। ਆਪਾਂ ਅੰਮ੍ਰਿਤਸਰ ਵਾਲੀ ਇੱਕ ਲੈਬੋਰਟਰੀ ਹੈ ਜਿਹੜੀ ਪੋਜ਼ਿਟਿਵ ਨੂੰ ਨੈਗੇਟਿਵ ਤੇ ਨੈਗੇਟਿਵ ਨੂੰ ਪੋਜ਼ਿਟਿਵ ਕਰ ਦਿੰਦੀ ਸੀ, ਉਹਦੇ ਬਾਰੇ ਵੀ ਜਾਣਿਆ। ਉਦੋਂ ਤੁਹਾਨੂੰ ਪਤਾ ਸੀਲ ਵੀ ਕਰਤੀ ਸੀ, ਬਿਲਕੁਲ ਕਰਤੀ ਸੀ। ਉਦੋਂ ਫਿਰ ਜਿਹੜਾ ਇਹ ਲੁੱਟ ਖਸੁੱਟ ਕਰਦੇ ਆ, ਦੇਖੋ ਜਿਹੜਾ ਤਾਂ ਮੇਰੇ ਨੌਲੇਜ 'ਚ ਆ ਗਿਆ ਉਹਨੂੰ ਤਾਂ ਮੈਂ ਬਖਸ਼ਿਆ ਨਹੀਂ ਹੈਗਾ। ਤੇ ਜਾਂ ਫਿਰ ਜਿਸ ਤਰ੍ਹਾਂ ਐਦਾਂ ਹੁੰਦਾ ਸੀ ਕਈ ਜਾ ਕੇ ਦੇਖੋ ਆਮ ਤੌਰ 'ਤੇ ਲੋਕਾਂ ਦਾ ਕੀ ਟਰੈਂਡ ਸੀਗਾ, ਉਹਨਾਂ ਨੂੰ ਬਿਮਾਰੀ ਦੀ ਸਮਝ ਬਹੁਤ ਲੇਟ ਆਈ, ਪਹਿਲਾਂ ਨਹੀਂ ਆਈ। ਫਿਰ ਇੱਕ ਕੀ ਹੁੰਦਾ ਕਿ ਜਿਹੜੇ ਇਹ ਹਸਪੀਟਲ ਨੇ ਜਿਹੜੇ ਕਾਰਪੋਰੇਟ ਸੈਕਟਰ ਦੇ ਨੇ, ਆਲਮੋਸਟ ਸਾਰੇ ਇਹ ਵਪਾਰ ਵਾਸਤੇ ਬਣੇ ਹੋਏ ਨੇ। ਇਹਨਾਂ ਨੇ ਉਸ ਵੇਲੇ ਕਈ ਜਗ੍ਹਾ 'ਤੇ ਧੱਕੇ ਵੀ ਕੀਤੇ ਨੇ, ਲੇਕਿਨ ਅਸੀਂ ਉਹਦੇ ਖਿਲਾਫ ਕਾਰਵਾਈ ਵੀ ਕੀਤੀਆਂ ਨੇ। ਕਈਆਂ ਨੂੰ ਬਕਾਇਦਾ ਅਸੀਂ ਡੀਪੈਂਡਲ ਵੀ ਕੀਤਾ, ਕਈਆਂ ਨੂੰ ਅਸੀਂ ਉਹਨੂੰ ਨੋਟਿਸ ਵੀ ਦਿੱਤੇ, ਔਰ ਬਕਾਇਦਾ ਡੀਸੀ ਦੀ ਜ਼ਿੰਮੇਵਾਰੀ ਫਿਕਸ ਕਰਦੇ ਸੀ ਵੀ ਤੁਸੀਂ ਇਹਦੇ ਖਿਲਾਫ ਕਾਰਵਾਈ ਕਰਨੀ ਹੈ। ਅਤੇ ਕਈਆਂ ਨੇ ਸਾਨੂੰ, ਜਿਵੇਂ IM ਵਾਲੇ ਸੀ ਬਹੁਤ ਸਾਰੇ ਡਾਕਟਰ, ਉਹਨਾਂ ਸਾਨੂੰ ਕੋਆਪਰੇਟ ਵੀ ਬਹੁਤ ਕੀਤਾ। ਅਤੇ ਜਿਵੇਂ ਜਦੋਂ ਕੀ ਹੋਇਆ ਕਿ ਵੀ ਪੰਜਾਬ ਦੇ ਵਿੱਚ ਤਾਂ ਅਸੀਂ ਸੰਭਾਲ ਲਿਆ ਸੀਗਾ, ਲੋਕਾਂ ਨੂੰ ਸਭ ਤੋਂ ਵੱਡੀ ਜਿਹੜਾ ਇਕੱਲਾਪਣ ਸੀ ਨਾ, ਉਹ ਮਹਿਸੂਸ ਹੁੰਦਾ ਸੀ ਜ਼ਿਆਦਾ, ਕਿਉਂ ਉਹ ਬੰਦੇ ਦੇ ਜਿਹੜਾ ਪਰਿਵਾਰ ਸੀ, ਹਾਲਾਤ ਇਹੋ ਜਿਹੇ ਸੀਗੇ, ਜੇ ਉਹਨੂੰ ਰੋਟੀ ਵੀ ਦਿੰਦੇ ਸੀ ਨਾ, ਜਿਵੇਂ ਡੰਡੇ ਨਾਲ ਧੱਕ ਕੇ ਗਾਂਹ ਦਰਵਾਜ਼ੇ 'ਤੇ ਕਰਦੇ ਸੀਗੇ, ਜਾਂ ਉਹਦੇ ਬਾਹਰ ਇੱਕ ਟੇਬਲ ਰੱਖ ਦਿੰਦੇ, ਉਹ ਚੱਕ ਲੈਂਦਾ, ਚੱਕ ਕੇ ਆਪਣੇ ਉਹ ਜਿਹੜਾ ਪਲੇਟ ਕੋਈ ਨਹੀਂ ਸੀ ਦਿੰਦਾ, ਜਿਹੜੇ ਆਪਣੇ ਬਣੇ ਹੁੰਦੇ ਨੇ ਡਿਸਪੋਜ਼ੇਬਲ ਹੁੰਦੇ ਨੇ, ਉਹ ਭਾਂਡੇ ਰੋਟੀ ਦਿੱਤੀ ਜਾਂਦੀ ਸੀ। ਮੇਰੇ ਨਾਲ ਵੀ ਹੋਈ ਇੱਦਾਂ, ਤੇ ਮੈਨੂੰ ਵੀ ਰੋਟੀ ਬਾਹਰ ਰੱਖ ਦਿੰਦੇ ਸੀ, ਮੈਂ ਵੀ ਚੱਕ ਕੇ ਆਪਣੀ। ਤੁਸੀਂ ਵੀ ਪੀੜਤ ਹੋ ਗਏ ਸੀ? ਹਾਂ ਜੀ, ਮੈਂ ਵੀ ਐਡਮਿਟ ਵੀ ਰਿਹਾ ਹਸਪੀਟਲ ਮੈਂ। ਅੱਛਾ। ਤੇ ਮੈਂ ਐਡਮਿਟ ਵੀ ਰਿਹਾ, ਤਾਂ ਮੇਰੇ ਨਾਲ ਵੀ ਇੱਦਾਂ, ਤੇ ਮੈਂ ਬਾਹਰਲੇ ਪਾਸੇ ਰੱਖਦਾ, ਬਾਹਰਲੇ ਪਾਸੇ ਉਹ ਡਸਟਬਿਨ ਰੱਖਿਆ, ਉਹ 'ਚ ਪਾਈ ਜਾਂਦਾ ਸੀ, ਬੋਰੀ 'ਚ ਪਾਈ ਜਾਂਦਾ ਸੀ ਭਾਂਡੇ। ਤੇ ਜੋ ਫਿਰ ਮੈਂ ਹਸਪੀਟਲ ਐਡਮਿਟ ਹੋ ਗਿਆ, ਉਸ ਤੋਂ ਬਾਅਦ ਮੈਂ ਠੀਕ ਹੋ ਗਿਆ। ਲੇਕਿਨ ਉਹ ਜਿਹੜੇ ਹਾਲਾਤ ਸੀ ਕਿ ਵੀ ਉਹ ਜੇ ਡੰਡਾ ਲਾਉਣ ਤੋਂ ਵੀ ਲੋਕ ਡਰਦੇ ਸੀ ਉਸ ਭਾਂਡੇ ਨੂੰ, ਯਾਨੀ ਇੰਨਾ ਪੈਨਿਕ ਸੀਗਾ। ਤੇ ਤੁਸੀਂ ਭੈਣ ਜੀ ਉਦੋਂ ਇਹ ਨਹੀਂ ਕਿ ਵੀ ਕਮਰ ਦੇ ਭਾਪੇ ਆ ਕਿੱਥੋਂ ਚੰਦ ਚਾੜ ਲਿਆ? ਸਾਰਿਆਂ ਨੂੰ ਚੜਿਆ ਜੀ, ਸਾਰਿਆਂ ਦੇ ਚੜਿਆ। ਸਾਰਿਆਂ ਦੇ 3 ਮਹੀਨੇ ਦੀ ਸੀਗੀ ਜੀ, ਛੋਟੀ। ਮੈਂ 17 ਡੇਜ਼ ਲਈ ਜੀ ਅੰਦਰ ਹੀ ਸੀ, ਮੇਰੇ ਦੋਨੋਂ ਬੱਚੇ ਬਾਹਰ ਸੀਗੇ, ਮੇਰੇ ਬੱਚੇ ਦੇਖੇ ਨਹੀਂ 17 ਦਿਨ। ਹਾਂਜੀ। ਇਹ ਸ਼ੁਰੂਆਤ ਕਿੱਥੋਂ ਹੋਈ ਸੀ ਵੈਸੇ? ਲੈ ਕੇ ਕੌਣ ਆਇਆ ਸੀ? ਆਪ ਜੀ ਹੋਗੇ? ਪਹਿਲਾਂ ਮੈਂ ਅੱਛਾ ਜੀ। ਬਾਰੀ ਹੋਇਆ ਜੀ, ਇੱਕ ਉੱਠ ਜਾਂਦਾ ਸੀ ਫਿਰ ਦੂਜਾ। ਪਰ ਇਹ ਬੜਾ ਔਖਾ ਦੌਰ ਸੀ ਪਹਿਲੀ ਰੇਡ ਬਾਈ ਜੀ ਨੇ ਪਾਈ ਸੀ। ਇਹ ਬਚ ਗਈ ਸੀ। ਤੇ ਇਵਨ ਜੋ ਮੇਰਾ ਜਿਹੜਾ ਡਰਾਈਵਰ ਸੀਗਾ, ਮੈਂ ਜਦੋਂ ਇਹ ਕਰੋਨਾ ਹੋਇਆ, ਮੇਰੇ ਕਿੱਥੋਂ ਹੋਇਆ ਕਿ ਮੈਂ ਰਾਹੁਲ ਗਾਂਧੀ ਆਏ ਸੀਗੇ ਸੰਗਰੂਰ ਦੀ ਰੈਲੀ ਦੀ, ਮੈਂ ਇਹਦੀ ਜ਼ਿੰਮੇਵਾਰੀ ਸੀਗੀ। ਅੱਛਾ ਜੀ। ਮੈਂ ਇੱਥੋਂ ਮੇਰੀ ਸਿਸਟਰ ਉੱਥੇ ਨਾਲ ਹੀ ਪਿੰਡ ਬਣਵਾਰਾ ਸੀ, ਰਾਤ ਨੂੰ ਜਾ ਕੇ ਉੱਥੇ ਮੈਂ ਇੱਕ ਦਿਨ ਪਹਿਲਾਂ ਮੈਂ ਮੀਟਿੰਗ ਕਰਕੇ ਆਇਆ, ਅਤੇ ਮੈਂ ਉੱਥੇ ਜਾ ਕੇ ਠਹਿਰਿਆ। ਅਤੇ ਅਗਲੇ ਦਿਨ ਕੀ ਹੋਇਆ ਕਿ ਮੈਂ ਰੈਲੀ ਤੋਂ ਬਾਅਦ, ਰੈਲੀ ਤੋਂ ਇੱਕ ਦਿਨ ਪਹਿਲਾਂ ਮੈਂ ਉੱਥੇ ਜਿਹੜਾ ਧੂਰੀ ਹਸਪਤਾਲ ਹੈ, ਕੋਵਿਡ ਵਾਰਡ ਸੀ, ਮੈਂ ਉਹ ਚਲਾ ਗਿਆ। ਅੱਛਾ ਜੀ। ਅਤੇ ਉੱਥੇ ਉਹਨਾਂ ਨੇ ਕਈ ਜਗ੍ਹਾ 'ਤੇ ਜੋ ਕੋਵਿਡ ਦੇ ਜਿਹੜੇ ਬੰਦੇ ਆਉਂਦੇ, ਐਮਰਜੈਂਸੀ ਲੈ ਆਉਂਦੇ ਸੀ,
ਉਹ ਮੈਂ ਇੱਕ ਮਾਤਾ ਨੂੰ ਬਕਾਇਦਾ ਜਿਹੜੀ ਕੋਵਿਡ ਦੀ ਪੀੜਤ ਸੀ, ਮੈਂ ਉਹਨੂੰ ਇਦਾਂ ਹੱਥ ਕਰਕੇ ਜਾਣੀ ਕਾਫੀ ਉਹਨੂੰ ਪੁੱਛਿਆ। ਮੈਨੂੰ ਨਹੀਂ ਪਤਾ ਵੀ ਕੋਵਿਡ ਇਹਨੂੰ ਕਿੰਨਾ ਕੁ ਹੋਣਾ ਹੈ, ਦਿਲਾਸਾ ਦਿੱਤਾ ਵੀ ਤੁਸੀਂ ਘਬਰਾਓ ਨਾ, ਠੀਕ ਹੋ ਜਾਓਗੇ। ਉਹਨਾਂ ਨੇ ਕਰੋਨਾ ਦਿੱਤਾ? ਹਾਂ, ਉਹਨਾਂ ਨੇ ਕਰੋਨਾ ਮੈਨੂੰ ਦਿੱਤਾ। ਤੇ ਅਗਲੇ ਦਿਨ ਫਿਰ ਉੱਥੇ ਰੈਲੀ ਸੀਗੀ, ਮੈਂ ਸਟੇਜ ਟੈਸਟ ਵੀ ਕਰਾਇਆ, ਉਹ ਤਾਂ ਨੈਗੇਟਿਵ ਸੀ। ਜੋ ਅਗਲੇ ਸਟੇਜ ਕੰਡਕਟ ਕੀਤੀ ਮੈਂ, ਤਾਂ ਉਸ ਤੋਂ ਬਾਅਦ ਅਸੀਂ ਦੋਨੋਂ ਰੈਲੀਆਂ, ਕੈਪਟਨ ਸਾਹਿਬ ਵੀ ਉਸ ਸ਼ਾਮਲ ਸੀਗੇ। ਫਿਰ ਮੈਂ ਭਵਾਨੀਗੜ੍ਹ ਤੋਂ ਵਾਪਸ ਆ ਗਿਆ, ਆਪਣੇ ਸਰੂਰ ਵੱਲ ਨੂੰ ਆਇਆ ਚੰਡੀਗੜ੍ਹ ਨੂੰ, ਤਾਂ ਮੈਨੂੰ ਰਾਹ 'ਚ ਮੇਰੇ ਹੱਡ ਪੈਰ ਟੁੱਟਣੇ ਸ਼ੁਰੂ ਹੋ ਗਏ। ਹਾਂ, ਤੇ ਜਦੋਂ ਮੈਨੂੰ ਉੱਥੇ ਮੈਂ ਆਪਣੇ ਫਾਰਮ 'ਤੇ ਕਰਾਲੀ ਆ ਗਿਆ, ਮੈਂ ਆਪਣੇ ਸਰਵੈਂਟ ਨੂੰ ਕਿਹਾ ਵੀ ਮੇਰੇ ਤੋਂ ਯਾਰ ਲੱਤਾਂ ਘੁੱਟਦੇ, ਬਹੁਤ ਦਰਦ, ਬਹੁਤ ਜ਼ਿਆਦਾ ਪੇਨ ਹੋ ਰਹੀ ਆ। ਪਰ ਉੱਥੋਂ ਸ਼ੁਰੂ ਹੋ ਗਿਆ ਕੰਮ ਇਹ। ਫਿਰ ਰਾਤ ਤੱਕ ਵੀ ਮੈਨੂੰ ਬੁਖਾਰ ਚੜ੍ਹ ਗਿਆ, 102 ਤੇ ਪਹੁੰਚ ਗਿਆ। ਪਰ ਮੇਰਾ ਡਰਾਈਵਰ ਬਚ ਗਿਆ। ਤੇ ਮੇਰਾ ਜਿਹੜਾ ਮੈਂ ਆਮ ਤੌਰ 'ਤੇ ਆਪਣਾ ਇੱਕ ਸਰਵੈਂਟ ਨਾਲ ਲੈ ਜਾਂਦਾ, ਕਿਤੇ ਬਾਹਰ ਅੰਦਰ ਜਾਂਦੇ ਹਾਂ, ਕੋਈ ਕਈ ਜਗ੍ਹਾ 'ਤੇ ਫੈਸਿਲਿਟੀ ਕੱਪੜੇ ਪ੍ਰੈਸ ਕਰਨ ਨਹੀਂ ਹੁੰਦਾ, ਉਹ ਬਚ ਗਿਆ। ਪਰ ਮੇਰਾ PA ਸੀ ਵਿਚਾਰਾ, ਉਹ 3 ਮਹੀਨੇ ਪੀੜਤ ਰਿਹਾ ਕਰੋਨਾ ਨਾਲ। ਜਾਣੀ ਉਹਦੀ ਤਾਂ ਇੰਨੀ ਜ਼ਿਆਦਾ, ਮੈਂ ਉਹਨੂੰ ਫੁਟੇਜ ਵੀ ਦਾਖਲ ਕਰਾਇਆ, ਤਾਂ ਉਹ ਫੁਟੇਜ ਵੀ ਤੋਂ ਵਾਪਸ ਆ ਗਿਆ, ਬਾਹਰ ਮੁੜ ਕੇ ਆ ਗਿਆ ਡਰਦਾ ਕਿ ਯਾਰ ਅੰਦਰ ਨਹੀਂ ਮੈਂ ਜਾਣਾ। ਤੇ ਮੈਂ ਫਿਰ ਉਹਨੂੰ ਉਹ 3 ਮਹੀਨਿਆਂ ਬਾਅਦ ਜਾ ਕੇ ਕਾਫੀ ਸਿੱਕ ਹੋਣ ਤੋਂ ਬਾਅਦ ਵਿਚਾਰਾ ਠੀਕ ਹੋਇਆ। ਤੇ ਉਦੋਂ ਫਿਰ ਇਹ ਹੁੰਦਾ ਸੀਗਾ ਟੈਣਾ ਸਾਹਿਬ ਕਿ ਵੀ ਜਦੋਂ ਸਾਨੂੰ ਕੋਈ ਫੋਨ ਆਉਂਦਾ ਸੀ, ਫਿਰ ਮੈਂ ਆਪਣਾ ਜਿਹੜਾ ਫੋਨ ਸੀਗਾ 9876271010, ਮੈਂ ਉਹਨੂੰ ਇੱਕ ਐਸਾ ਲਓ ਵੀ ਜਿਹੜੇ ਮੈਂ ਕਹਿੰਦੇ ਆਪਾਂ ਟੋਲ ਫਰੀ ਨੰਬਰ ਕਰਤਾ ਕਿ ਕੋਈ ਬੰਦਾ ਮੈਨੂੰ ਡਾਇਰੈਕਟ ਕਾਲ ਕਰੇ ਜਿੱਥੇ ਕੋਈ ਪ੍ਰੋਬਲਮ ਹੈਗੀ ਆ। ਤੇ ਮੈਨੂੰ ਰਾਤ ਨੂੰ ਫਿਰ 2-2 ਵਜੇ ਤੱਕ ਲੋਕਾਂ ਦੇ ਫੋਨ ਆਉਂਦੇ ਨੇ, ਮੈਂ ਉਹਨੂੰ ਬੈੱਡ ਦਵਾਉਣਾ, ਲੋਕਾਂ ਨੂੰ ਹਸਪੀਟਲ 'ਚੋਂ ਬਕਾਇਦਾ ਐਂਬੂਲੈਂਸ ਦਾ ਇੰਤਜ਼ਾਮ ਕਰਾਉਣਾ, ਤੇ ਜੇ ਕਿਤੇ ਕੋਈ ਖਾਣ ਪੀਣ ਦੀ ਦਿੱਕਤ ਹੁੰਦੀ ਸੀ ਉਹ ਕਰਨਾ। ਜਾਣੀ ਹੈਲਪਲਾਈਨ ਬਣਾਈ ਸੀ। ਫਿਰ ਉਹ ਬਾਅਦ ਇੱਕ ਇਹਨਾਂ ਨੇ ਰੂਬੀ ਨੇ ਆਪਣੇ ਦੋਸਤਾਂ ਕਿ ਸਾਡੇ ਜਿਹੜਾ ਕੰਟਰੋਲ ਰੂਮ ਬਣਾਇਆ ਕਾਂਗਰਸ ਭਵਨ ਦੇ ਵਿੱਚ, ਜਿੱਥੋਂ ਕਿ ਸਾਰੇ ਪੰਜਾਬ ਦੇ ਲੋਕਾਂ ਦੀ ਕਾਲਾਂ ਆਉਂਦੀਆਂ ਸੀਗੀਆਂ, ਕਿਤੇ ਆਕਸੀਜਨ ਘੱਟ ਹੈਗੀ ਆ, ਕਿਤੇ ਕੰਸਟਰੇਟਰ ਦੀ ਜ਼ਰੂਰਤ ਆ, ਕਿਤੇ ਮੈਡੀਸਿਨ ਦੀ ਜ਼ਰੂਰਤ ਆ, ਉਹ ਚੀਜ਼ਾਂ ਸਾਰੀਆਂ ਇਹਨਾਂ ਨੇ ਪ੍ਰੋਵਾਈਡ ਕੀਤੀਆਂ। ਜਾਣੀ ਉਹ ਸਮਾਂ ਬੜਾ ਖਤਰਨਾਕ ਸੀ, ਪਰ ਇੱਕ ਇਹ ਮੰਚ ਸੀ ਵੀ ਯਾਰ ਆਪਾਂ ਨੂੰ ਜੇ ਜ਼ਿੰਮੇਵਾਰੀ ਮਿਲੀ ਹੈ ਇਹਨੂੰ ਬਾਖੂਬੀ ਨਿਭਾਉਣਾ ਹੈਗਾ, ਤੇ ਉਹਨੂੰ ਨਿਭਾਉਣ 'ਚ ਮੈਂ ਕਾਮਯਾਬ ਵੀ ਹੋਇਆ। ਔਰ ਬਕਾਇਦਾ ਪੰਜਾਬ ਦੇ ਮਾਡਲ ਦੀ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਵੀ ਤਾਰੀਫ ਕੀਤੀ ਕਿ ਸਭ ਤੋਂ ਬਿਹਤਰ ਮਾਡਲ ਪੰਜਾਬ। ਪਰ ਇੱਕ ਹੋਰ ਬੜਾ ਮਹੱਤਵਪੂਰਨ ਸਵਾਲ ਆ ਵੀ ਜਿਹੜੇ ਪੰਜਾਬ ਦੇ ਹਸਪਤਾਲ ਆ ਨਾ ਸਰਕਾਰੀ, ਬਹੁ ਗਿਣਤੀ ਬੜੇ ਮਾੜੇ ਹਾਲ ਦੇ ਵਿੱਚ ਆ। ਨਹੀਂ, ਉਹਦੇ 'ਚ ਇਹ ਜੇ ਇਮਾਰਤ ਚੰਗੀ ਆ ਤਾਂ ਗੁਸਲਖਾਨਾ ਮਾੜਾ, ਉਹ ਚੰਗਾ ਤਾਂ ਡਾਕਟਰ ਸਾਹਿਬ ਹੈ ਨਹੀਂ, ਡਾਕਟਰ ਹੈ ਤਾਂ ਨਰਸ ਹੈ ਨਹੀਂ, ਉਹ ਹੈ ਤਾਂ ਦਵਾਈ ਹੈ ਨਹੀਂ, ਵੀ ਬਣੀ ਕੀ ਜਾਂਦਾ। ਦੇਖੋ ਇੱਦਾਂ ਹੁੰਦਾ ਹੈ ਕਿ ਵੀ ਜਿਹੜਾ ਇਨਫਰਾਸਟਰਕਚਰ ਹੈਗਾ ਸਾਡਾ, ਉਹਨੂੰ ਡਿਵੈਲਪ ਕਰਨ ਨੂੰ, ਦੇਖੋ ਮੈਂ 1600 ਡਾਕਟਰ ਭਰਤੀ ਕੀਤਾ। ਪਹਿਲਾਂ ਡਾਕਟਰ ਭਰਤੀ ਹੁੰਦੇ ਸੀ PPS ਰਾਹੀਂ, ਉਹ ਸਾਲ 1.5 ਸਾਲ ਦਾ ਚੱਕਰ ਸੀਗਾ। ਅਤੇ ਉਸ ਤੋਂ ਬਾਅਦ ਜਾ ਕੇ ਤੇ ਉਹਨੇ ਇੰਟਰਵਿਊ ਹੁੰਦੇ, ਫਿਰ ਜਾ ਕੇ ਉਹ ਟੈਸਟ ਹੁੰਦਾ, ਇੰਟਰਵਿਊ ਹੁੰਦੀ, ਫਿਰ ਅਸੀਂ ਉਹਨਾਂ ਦਾ ਪ੍ਰੀਵਿਊ 'ਚੋਂ ਕੱਢ ਲਿਆ। ਫਿਰ ਅਸੀਂ ਬਾਬਾ ਫਰੀਦ ਯੂਨੀਵਰਸਿਟੀ ਸਿੱਧਾ ਭਰਤੀ ਕਰਨਾ ਸ਼ੁਰੂ ਕਰਤੇ। 600 ਇਕੱਠਾ ਮੈਡੀਕਲ ਅਫਸਰ ਭਰਤੀ ਕੀਤਾ ਫਸਟ ਟਾਈਮ 'ਤੇ। ਫਿਰ ਜਿਹੜੇ ਸਪੈਸ਼ਲਿਸਟ ਸੀਗੇ ਉਹਨਾਂ 'ਤੇ ਇੱਕ ਵਾਕਨ ਇੰਟਰਵਿਊ ਸਟਾਰਟ ਕੀਤੀ। ਉਹ 'ਚ 5 ਮੈਂਬਰੀ ਕਮੇਟੀ ਬਣਾਤੀ। ਡਾਕਟਰ ਤਲਵਾਰ ਉਹਦੇ ਹੈੱਡ ਸੀਗੇ, ਡਾਕਟਰ ਰਾਜ ਬਹਾਦਰ ਅਤੇ ਸਾਡਾ ਡਾਇਰੈਕਟਰ, ਅਤੇ ਇੱਦਾਂ 4-5 ਬੰਦਿਆਂ ਦੀ ਟੀਮ ਸੀ ਜਿਹੜੇ ਕਿ ਸਪੈਸ਼ਲਿਸਟ, ਚੈਸਟ ਸਪੈਸ਼ਲਿਸਟ ਸੀਗੇ ਜਾਂ ENT ਸਪੈਸ਼ਲਿਸਟ ਸੀ, ਜਿਹੜੇ ਉਹਨਾਂ ਨੇ ਜ਼ਿਆਦਾ ਜ਼ਰੂਰ ਸੀ, ਮੈਡੀਸਨ ਦੇ ਸਪੈਸ਼ਲਿਸਟ ਸੀਗੇ ਜਾਂ ਰੇਡੀਓਲੋਜਿਸਟ ਸੀਗੇ, ਉਹਨਾਂ ਨੂੰ ਫਿਰ ਸਿੱਧੇ ਤੌਰ 'ਤੇ ਅਸੀਂ ਭਰਤੀ ਆਪਣਾ ਲੈਟਰ ਦੇ ਜਾਂਦੇ ਸੀਗੇ। ਅਤੇ ਉਹਦੇ ਨਾਲ ਸਾਨੂੰ ਕਾਫੀ ਉਹ ਹੋਇਆ। ਫਿਰ ਮੈਂ ਈਵਨ 6000 ਦੇ ਕਰੀਬ ਇੱਕ ਦਿਨ ਅਪੁਆਇੰਟਮੈਂਟ ਲੈਟਰ ਵੀ ਜਿਹੜੇ ਦਿੱਤੇ, ਜਿਹੜੇ ਕਿ ਸਟਾਫ ਨਰਸਾਂ, ANM, ਫਾਰਮਾਸਿਸਟ, ਘਾਟ ਵੀ ਜਿਹੜੀ ਬਹੁਤ ਵੱਡੀ ਸੀਗੀ, ਜਿਹੜੇ ਕਿ ਬਹੁਤ ਲੰਬੇ ਸਮੇਂ ਤੋਂ ਗੈਪ ਸੀਗਾ। ਫਿਰ ਜਿਹੜੇ ਹੈਲਥ ਵੈਲਨੈਸ ਸੈਂਟਰ ਸੀ ਉਹ ਅਸੀਂ ਚਲਾਤੇ। ਉਹਨਾਂ ਨੂੰ ਬੱਚਿਆਂ ਨੇ, ਵਿਚਾਰਿਆਂ ਨੇ ਫਰੰਟ ਲਾਈਨ 'ਤੇ ਆ ਕੇ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ ਵੀ ਤੁਸੀਂ ਇੱਦਾਂ ਦਾ ਕਰਕੇ ਉਹ ਕਰੋ। ਉਹਦੇ 'ਚ ਕੀ ਸੀਗਾ ਕਿ ਵੱਡੀ ਗੱਲ ਇਹ ਸੀ ਕਿ ਲੋਕ ਦੱਸਦੇ ਨਹੀਂ ਸੀ, ਆਪਣੇ ਘਰਾਂ 'ਚ ਹੀ ਪਏ ਰਹਿੰਦੇ ਸੀ। ਪਰ ਜਦੋਂ ਸਾਡੀ ਇਹ ਫਤਿਹ ਕਿੱਟ ਜਿਹੜੀ ਹੈਗੀ ਆ, ਜਿਹੜੀ ਅਸੀਂ ਉਹ ਕੀਤੀ, ਆਜ਼ਾਦ ਕੀਤੀ, ਇਹ ਫਤਿਹ ਕਿੱਟ ਦੇ ਵਿੱਚ 14 ਆਈਟਮਾਂ ਸੀਗੀਆਂ। ਅਤੇ ਉਹ 14 ਆਈਟਮਾਂ ਸੀਗੀਆਂ, ਉਹਦੇ ਬੜੇ ਐਲੀਗੇਸ਼ਨ ਵੀ ਲੱਗੇ, ਮੇਰੇ 'ਤੇ ਵੀ ਲਾਏ ਵੀ ਖਬਰ ਨਹੀਂ ਮੈਂ ਘੁਟਾਲਾ ਕੀਤਾ ਇਹ। ਹਾਲਾਂਕਿ ਉਹਦੀ ਪ੍ਰੋਕਿਉਰਮੈਂਟ ਕਮੇਟੀ ਦੀ ਹੈੱਡ ਸੀਗੀ ਚੀਫ ਸੈਕਟਰੀ ਪੰਜਾਬ ਜਾਂ ਪ੍ਰਿੰਸੀਪਲ ਸੈਕਟਰੀ ਇੰਡਸਟਰੀ ਹੁੰਦੀ ਸੀ ਪਹਿਲਾਂ, ਬਿੰਨੀ ਮਹਾਜਨ, ਅਤੇ ਬਾਅਦ ਚੀਫ ਸੈਕਟਰੀ ਬਣ ਗਏ ਉਹ ਹੋ ਗਏ ਡਾਕਟਰ ਤਲਵਾਰ ਵਗੈਰਾ। ਉਹ ਜਿਹੜਾ ਸਟੇਟ ਰਜਿਸਟਰੀ ਫੰਡ ਦੇ ਵਿੱਚੋਂ ਸਾਰੀ ਸਿੱਧੀ ਪਰਚੇਜ ਕਰਦੇ ਸੀ। ਕੋਈ ਘਪਲਾ ਹੋਇਆ ਸੀ ਉੱਦਾਂ? ਨਹੀਂ, ਘਪਲਾ ਉਹਦੇ ਇੱਦਾਂ ਕਿ ਵੀ ਜਿੱਦਾਂ ਉਹਨਾਂ ਰੇਟ ਸੀਗੇ ਜਿਹੜੇ ਕਿ ਵੀ ਉਹਨਾਂ ਦੇ 2-3 ਵਾਰੀ ਟੈਂਡਰਿੰਗ ਹੋ ਗਈ। ਕੁਛ ਬੰਦਿਆਂ ਨੂੰ ਜਿਹੜਾ ਆਕਸੀਮੀਟਰ ਸੀ ਨਾ, ਉਹ ਆਕਸੀਮੀਟਰ ਪਹਿਲਾਂ ਤਾਂ ਥੋੜ੍ਹਾ ਸੀਗਾ, ਬਾਅਦ 'ਚ ਪੂਰੇ ਵਰਲਡ 'ਚ ਡਿਮਾਂਡ ਵੱਧ ਗਈ ਉਹਦੀ, ਅਤੇ ਚਾਈਨਾ ਤੋਂ ਆਉਂਦਾ ਸੀ ਜਾਂ ਬਾਹਰਲੇ ਮੁਲਕਾਂ ਤੋਂ, ਉਹ ਮਿਲਦੇ ਨਹੀਂ ਸੀ। ਫਿਰ ਉਹ ਜਿਹੜਾ ਆਕਸੀਮੀਟਰ ਸੀ ਉਹ ਇੰਨਾ ਮਹਿੰਗਾ ਹੋ ਗਿਆ ਸੀ ਕਿ ਵੀ ਉਹ ਜਿਹੜੇ ਬੰਦੇ ਸਪਲਾਇਰ ਸੀਗੇ ਉਹ ਸਪਲਾਈ ਨਹੀਂ ਕਰ ਪਾਉਂਦੇ ਸੀਗੇ। ਅਤੇ ਪਹਿਲਾਂ ਰੇਟ 1000 ਦੇ ਕਰੀਬ ਸੀਗਾ, ਫਿਰ ਮੇਰੇ ਖਿਆਲ 'ਚ ਇੱਕ ਵਾਰੀ ਘਟ ਗਿਆ
ਜਦੋਂ ਇਹਨਾਂ ਅਫਸਰਾਂ ਨੂੰ ਇਹ ਸੀ ਵੀ ਹੁਣ ਰੇਟ ਡਾਊਨ ਆ ਗਏ ਵੀ ਕਰੋਨਾ ਖਤਮ ਹੋ ਗਿਆ, ਇੱਕ ਵਾਰੀ ਮਾਰਚ 'ਚ ਹੋਇਆ ਸੀ, ਖਤਮ ਜਿਹਾ ਹੋ ਗਿਆ ਸੀ, ਫਿਰ ਦੁਬਾਰੇ ਫਿਰ ਪੀਕ ਫੜ ਗਿਆ। ਉਸ ਤੋਂ ਬਾਅਦ ਉਹੀ ਅਸੀਂ ਤਾਂ 1195 ਰੁਪਏ 'ਚ ਪੂਰੀ ਕਿੱਟ ਦਿੱਤੀ ਸੀ, ਪਰ ਦਿੱਲੀ ਵਾਲਿਆਂ 1250 ਦਾ ਇੱਕ ਆਕਸੀਮੀਟਰ ਖਰੀਦਿਆ ਸੀ, ਉਹ ਵੀ 1.5 ਲੱਖ, ਛੋਟਾ ਮੋਟਾ ਨਹੀਂ, 1.5 ਲੱਖ ਖਰੀਦਿਆ। ਫਿਰ ਹਰਿਆਣੇ ਵਾਲਿਆਂ ਨੇ 825 ਰੁਪਏ ਦਾ ਖਰੀਦਿਆ। ਪਰ ਉਸ ਵੇਲੇ ਜਦੋਂ ਲੜਾਈ ਲੱਗੀ ਹੁੰਦੀ ਉਹਦੇ ਮਾਸਕਾਂ ਦਾ ਭਾਅ ਨਹੀਂ ਪੁੱਛਿਆ ਜਾਂਦਾ, ਤੇ ਉਹ ਸਾਡੇ ਜਿਹੜੇ ਇਹ ਪ੍ਰੋਕਿਊਰਮੈਂਟ ਕਮੇਟੀ ਸੀ ਬਕਾਇਦਾ, ਉਹਦੇ 4-5 IAS ਅਫਸਰ ਸੀਗੇ ਉਸ ਕਮੇਟੀ 'ਚ, ਉਹਨਾਂ ਸਾਰਿਆਂ ਨੇ ਜਿਹੜੀ ਇਹ ਸਾਰੀ ਪਰਚੇਜ ਕੀਤੀ, ਜਦੋਂ ਕਿ ਹੈਲਥ ਡਿਪਾਰਟਮੈਂਟ ਨੂੰ ਨਾਲ ਉਹਦਾ ਕੋਈ ਲਿੰਕ ਨਹੀਂ ਸੀ, ਕਿਉਂਕਿ ਕੁਦਰਤੀ ਆਫਤ ਸੀ, ਉਸੇ ਫੰਡ ਹੈਡ 'ਚ ਹੀ ਪੈ ਜਾਂਦੇ ਸੀ, ਸਾਡਾ ਹੈਲਥ ਦਾ ਕੋਈ ਲਿੰਕ ਨਹੀਂ ਸੀ ਉਹਦੇ ਨਾਲ ਹੁੰਦਾ। ਤੇ ਉਹ ਲੋਕਾਂ ਨੇ ਜਦੋਂ ਉਹ ਖਬਰ ਲੱਗੀ ਜੀ ਇਹਨਾਂ ਨੇ ਆਹ ਕਰਤਾ, ਫਿਰ ਮੈਂ ਤਾਂ ਇਹ ਵੀ ਕਿਹਾ ਵੀ ਮੇਰਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਔਰ ਪਲੱਸ ਮੈਂ ਨਾਲ ਇਹ ਵੀ ਕਿਹਾ ਵੀ ਆਹੀ ਆਕਸੀਮੀਟਰ ਤਾਂ ਅਸੀਂ ਤਾਂ ਕਿੱਟ ਦੇ ਰਹੇ ਹਾਂ, ਇਹ 1250 ਦਾ ਕੇਜਰੀਵਾਲ ਸਾਹਿਬ ਖੁਦ ਖਰੀਦ ਰਿਹਾ ਉੱਥੇ ਦਿੱਲੀ ਦੇ ਵਿੱਚ, ਉਹ ਛੋਟਾ ਮੋਟਾ 1.5 ਲੱਖ ਖਰੀਦ ਰਹੇ ਨੇ, ਹਰਿਆਣਾ 825 ਰੁਪਏ ਦਾ ਖਰੀਦ ਰਿਹਾ। ਪਰ ਤੁਸੀਂ ਉਹ ਜਿਹੜੇ ਕਾੜੇ ਸੀਗੇ, ਚਾਹੇ ਹੋਮਿਓਪੈਥ ਦਵਾਈ ਸੀ, ਚਾਹੇ ਸਾਡੇ ਵਿਟਾਮਿਨ ਸੀਗੇ, ਚਾਹੇ ਸਾਡੀ ਐਲੋਪੈਥੀ ਮੈਡੀਸਨ ਸੀਗੀ, ਉਹ ਸਾਰਿਆਂ ਨੇ ਲੋਕਾਂ ਨੂੰ ਜਿਹੜੇ ਘਰਾਂ 'ਚ ਆਪਣੇ ਆਈਸੋਲੇਟ ਹੋਏ, ਉਹ ਘਰਾਂ 'ਚ ਬਣੇ, ਤੁਸੀਂ ਜਾ ਕੇ ਗੱਲ ਕਰਿਓ। ਮੈਂ ਹੁਣ ਸ਼ਹਿਰ 'ਚ ਜਾਂਦਾ ਕਿ ਜਿਹਨਾਂ ਬੰਦਿਆਂ ਨੂੰ ਘਰਾਂ 'ਚ ਕਿਤੇ, ਸਾਡੇ ਵੀ ਕੋਆਰਡੀਨੇਸ਼ਨ ਇੰਨੀ ਵਧਾਤੀ ਸੀਗੀ ਕਿ ਸੁਬਾਹ ਸ਼ਾਮ ਉਸ ਬੰਦੇ ਨਾਲ ਗੱਲ ਵੀ ਕਰਦੇ ਸੀ ਕਿ ਵੀ ਹਾਂ, ਉਹ ਬਕਾਇਦਾ ਫੀਡਬੈਕ ਲੈਂਦੇ ਸੀ ਕਿ ਤੂੰ ਠੀਕ ਹੋਇਆ ਕਿ ਨਹੀਂ ਹੋਇਆ। ਫਿਰ ਜੇ ਉਹਦੇ ਪਰਿਵਾਰ 'ਚ ਬੰਦਾ ਹੋਰ ਕਿਟ ਭੇਜ ਦਿੰਦੇ ਸੀ ਕਿ ਤੁਸੀਂ ਪਰ ਇਹ ਕੰਟੀਨਿਊ ਰੱਖੋ, ਤੇ ਉਹ ਤਾਂ ਲੋਕਾਂ ਦੇ ਅੰਦਰੋਂ ਪੈਨਿਕ ਖਤਮ ਹੋ ਗਿਆ, ਘਟ ਗਿਆ। ਲੋਕ ਹਸਪੀਟਲ ਜਾਣਾ ਡਰਦੇ ਸੀਗੇ, ਪਰ ਘਰੇ ਇਹਨਾਂ ਨੂੰ ਕੋਈ ਦਿੱਕਤ ਨਹੀਂ ਸੀ, ਕਿ ਉਹ ਘਰੇ ਆਪਣਾ ਇੰਡੀਪੈਂਡੈਂਟ ਰੂਮ ਹੁੰਦਾ ਸੀਗਾ। ਹੁਣ ਜਿਵੇਂ ਤੁਸੀਂ ਗੱਲ ਕੀਤੀ ਵਾਸ਼ਰੂਮ ਦੀ, ਜੇ ਤੁਸੀਂ ਗੱਲ ਕੀਤੀ ਵੀ ਹਸਪਤਾਲ ਸਫਾਈ ਦੀ ਗੱਲ ਸੀਗੀ, ਉਹਨਾਂ ਦਿਨਾਂ ਦੇ ਵਿੱਚ ਡਾਕਟਰਾਂ ਦੀ, ਨਰਸਾਂ ਦੀ, ਉਦੋਂ ਦੇਖੋ ਇਹ ਹਾਲਾਤ ਬਣ ਗਏ ਸੀਗੇ ਕਿ ਇੱਕ ਓਵਰਆਲ ਹੀ ਇਦਾਂ ਨਹੀਂ, ਸਾਰੇ ਉਦੋਂ ਸੀ ਨਾ, ਨਹੀਂ ਓਵਰਆਲ ਦੇਖੋ ਹੁਣ ਤੁਸੀਂ ਬਹੁਤ ਬਿਹਤਰ ਹਸਪੀਟਲ ਨੇ, ਐਸੀ ਗੱਲ ਨਹੀਂ। ਸਾਡੇ ਹਸਪੀਟਲਾਂ ਨੇ ਬਕਾਇਦਾ, ਸਾਡਾ ਇੱਕ ਹੈਲਥ ਵੈਲਨੈਸ ਸੈਂਟਰ ਇੱਥੋਂ ਦਾ ਸਨੇਟੇ ਪਿੰਡ ਦਾ, ਜਾਂ ਸਾਡੇ ਪਠਾਨਕੋਟ ਦੇ ਹਸਪੀਟਲ ਨੇ, ਜਾਂ ਗੋਨਿਆਣਾ ਮੰਡੀ ਦਾ, ਜਾਂ ਸਾਡਾ ਮੋਹਾਲੀ ਵਾਲਾ ਵੀ, ਇਸ ਵੇਲੇ ਅਸੀਂ ਮੋਹਾਲੀ 124% ਵੈਕਸੀਨੇਸ਼ਨ ਹੋ ਚੁੱਕੀ ਹੈ ਇਹਦੀ। ਉਹਨਾਂ ਨੇ ਕੰਮ ਕੀਤਾ, ਪਰ ਉਹਨਾਂ ਦੇ ਕਰਾਊਡ ਬਹੁਤ ਜ਼ਿਆਦਾ ਸੀ। ਕਰਾਊਡ ਜ਼ਿਆਦਾ ਹੋਣ ਕਰਕੇ ਇੱਕ ਜਿਹੜੀ ਸਾਡੀ ਪਬਲਿਕ ਜਿਹੜੀ ਹੈਗੀ ਆ ਇਨੋਸੈਂਟ ਹੈਗੀ, ਉਹਨਾਂ ਨੂੰ ਵਾਸ਼ਰੂਮ ਯੂਜ਼ ਵੀ ਨਹੀਂ ਕਰਨੇ ਆਉਂਦੇ ਕਈ ਜਗ੍ਹਾ 'ਤੇ। ਉਹਦੀ ਫਿਰ ਅਸੀਂ ਜਿਹੜੇ 3 ਵਾਰੀ ਦਿਨ 'ਚ ਸਫਾਈ ਵੀ ਕਰਾਉਂਦੇ ਸੀ, ਅੱਜ ਵੀ ਹੁੰਦੀ ਹੈ। ਲੇਕਿਨ ਇਹ ਥੋੜ੍ਹਾ ਜਿਹਾ ਜਿਹੜਾ ਉੱਥੋਂ ਦਾ SMO ਉਹਦੇ ਡਿਪੈਂਡ ਕਰਦਾ ਉਹ ਕਿੰਨਾ ਕੁ ਕੰਮ। ਬਾਈ ਜੀ ਮੇਰਾ ਤੁਹਾਨੂੰ ਸਵਾਲ ਆ ਹੁਣ ਕਿ ਪੀੜ੍ਹੀ ਦਾ ਫਾਸਲਾ ਹੁੰਦਾ, ਬਾਪੂ ਜੀ ਦੀ ਪੀੜ੍ਹੀ ਪਿਛਲੀ ਹੁੰਦੀ ਹੈ, ਨਵੀਂ ਪੀੜ੍ਹੀ ਦਾ ਵਿਚਾਰ ਤੇ ਲਿਹਾਜ਼ ਤੇ ਦੋਸਤਾਨਾ ਸੰਬੰਧ ਹੋਰ ਤਰ੍ਹਾਂ ਨਾਲ ਹੁੰਦਾ। ਰਾਜਨੀਤੀ ਦੇ ਵਿੱਚ ਬਾਪੂ ਵਾਲੀ ਦੇ ਵਿੱਚ ਤੇ ਹੁਣ ਵਾਲੀ ਦੇ ਵਿੱਚ ਕਿੰਨਾ ਕੁ ਅੰਤਰ ਮੰਨਦੇ ਹੋ? ਰਾਜਨੀਤੀ 'ਚ ਅੰਤਰ ਮੈਨੂੰ ਲੱਗਦਾ ਹੈ ਤਾਂ ਉਹਨਾਂ ਦਾ ਹੀ ਚੱਲ ਰਿਹਾ, ਸਾਡੀ ਪੀੜ੍ਹੀ ਤਾਂ ਇਹ ਸ਼ੁਰੂ ਹੋਣੀ ਹੈ ਸਭ ਤੋਂ ਪਹਿਲਾਂ। ਪਰ ਵਿਚਰਦੇ ਤਾਂ ਹੈ ਨਾ ਤੁਸੀਂ? ਹਾਂਜੀ, ਵਿਚਰਦੇ ਹੈ। ਦੇਖੋ ਜਿਹੜੀ ਨਵੀਂ ਪੀੜ੍ਹੀ ਹੈ, ਨਵੇਂ ਵੋਟਰ ਨੇ ਜਿਹੜੇ, ਉਹਨਾਂ ਦਾ ਸੋਚਣ ਦਾ ਨਜ਼ਰੀਆ, ਵੋਟ ਪਾਉਣ ਦਾ ਨਜ਼ਰੀਆ ਬੜਾ ਡਿਫਰੈਂਟ ਹੈ। ਉਹ ਅੱਗੇ ਸਾਡੇ ਬਜ਼ੁਰਗਾਂ 'ਚ ਹੁੰਦਾ ਸੀ ਕਿ ਵੀ ਆਹ ਪਰਿਵਾਰ ਤਾਂ ਕੱਟੜ ਅਕਾਲੀ ਹੈ, ਵੀ ਕੁਛ ਵੀ ਹੋ ਜੇ ਵੋਟ ਤਾਂ ਤੱਕੜੀ 'ਤੇ ਪੈਣੀ ਹੈ ਜਾਂ ਪੰਜੇ 'ਤੇ ਹੀ ਪੈਣੀ ਹੈ। ਪਰ ਅੱਜ ਕੱਲ੍ਹ ਵੋਟਰ ਬੜੇ ਸੂਝਵਾਨ ਨੇ, ਸਾਡੇ ਨੌਜਵਾਨ ਜਿੰਨੇ ਆ ਉਹ ਕੁਐਸਚਨ ਕਰਦੇ ਨੇ। ਅੱਜ ਦੀ ਜੋ ਇਲੈਕਸ਼ਨ ਹੈ ਉਹ ਇਹ ਨਹੀਂ ਹੈ ਕਿ ਹਵਾ ਦੇ ਨਾਲ ਕਿਸੇ ਨੇ ਚਲੇ ਜਾਣਾ, ਉਹ ਤੁਹਾਡੇ ਮੈਰਿਟ 'ਤੇ ਹੀ ਤੁਹਾਨੂੰ ਵੋਟ ਪਾਣੀ ਹੈ। ਜਿਹੜਾ ਲੀਡਰ ਕੰਮ ਕਰੂਗਾ, ਜਿਹੜਾ ਲੀਡਰ ਲੋਕਾਂ 'ਚ ਵਿਚਰੂਗਾ, ਉਹਨਾਂ ਦਾ ਇਹੀ ਡਿਮਾਂਡ ਹੈ ਕਿ ਪਹਿਲਾਂ ਲੀਡਰ ਆਪਣੀ ਕਾਬਲੀਅਤ ਸਾਨੂੰ ਦੱਸੇ, ਆਪਣੇ ਕਿਉਂ ਅਸੀਂ ਵੋਟ ਪਾਈਏ, ਉਹਨਾਂ ਦੇ ਪੱਕਾ ਸਵਾਲ ਇਹ ਹੁੰਦਾ ਹੀ ਹੁੰਦਾ। ਜੀ, ਵੈਸੇ ਮੈਂ ਤੁਹਾਨੂੰ ਦੋਵਾਂ ਨੂੰ ਇਹ ਸਵਾਲ ਕਰਨਾ ਚਾਹੁੰਦੀ ਹਾਂ। ਆਮ ਤੌਰ ਤੇ ਕਿਉਂਕਿ ਬੀਬੀਆਂ ਜਿਹੜੀਆਂ ਨੇ ਘਰ ਦੇ ਵਿੱਚ ਨਾ, ਉਹਨਾਂ ਨੂੰ ਹੁੰਦਾ ਵੀ ਹਰ ਕਿਸਮ ਦੀ ਗੱਲ ਹੋਣੀ ਚਾਹੀਦੀ ਹੈ, ਕਦੇ ਘਰ ਦੀ ਸਬਜ਼ੀ ਦੀ ਗੱਲ ਹੋਣੀ ਚਾਹੀਦੀ ਹੈ, ਕਦੇ ਗਾਰਡਨਿੰਗ ਦੀ ਗੱਲ ਹੋਣੀ ਚਾਹੀਦੀ ਹੈ। ਘਰ 'ਚ ਹਮੇਸ਼ਾ ਸਿਰਫ ਸਿਆਸਤ ਦੀਆਂ ਹੀ ਗੱਲਾਂ ਹੁੰਦੀਆਂ ਨੇ ਜਾਂ ਕੁਝ ਹੋਰ ਵੀ? ਕਿਉਂਕਿ ਮੈਂ ਤਾਂ ਹੁਣ ਤੱਕ ਸਿਰਫ ਸਿਆਸਤ ਵਾਲੀਆਂ ਹੀ ਸੁਣੀਆਂ ਨੇ, ਕਿਉਂਕਿ ਘਰੇ ਅੱਜਕੱਲ ਤਾਂ ਮਾਹੌਲ ਹੈ ਨਾ। ਅੱਜ ਕੱਲ੍ਹ ਤਾਂ ਚਲੋ ਵੈਸੇ ਮਾਹੌਲ ਹੈ, ਗੱਲਾਂ ਚੱਲਦੀਆਂ ਵੀ ਨਾਲ ਪਰੌਂਠਾ ਖਾਂਦੇ ਖਾਂਦੇ ਇੱਧਰਲੀਆਂ ਵੋਟਾਂ ਆਪਾਂ ਤੋੜ ਦੇਣੀਆਂ, ਇੱਧਰਲੀਆਂ ਆ ਜਾਣੀਆਂ, ਏਦਾਂ ਗੱਲਾਂ ਚੱਲਦੀਆਂ। ਬਿਲਕੁਲ ਚੱਲਦੀਆਂ ਜੀ। ਅਸੀਂ ਸਾਨੂੰ ਆਪ ਨੂੰ ਟਾਈਮ ਲੱਭਦੇ ਹਾਂ ਜੀ ਵੀ ਇਹਨਾਂ ਨੂੰ ਆਹ ਗੱਲ ਦੱਸੀਏ। ਉਹ ਹੁੰਦਾ ਜੀ ਫੋਨ ਤੇ, ਕਦੀ ਇੱਧਰ ਵਾਲੇ ਫੋਨ ਤੇ, ਪਤਾ ਮੈਨੂੰ ਪਤਾ। ਪਰ ਵੈਸੇ ਮਤਲਬ ਬੀਇੰਗ ਇੱਕ ਮੰਤਰੀ ਦੀ ਵਾਈਫ ਹੈ ਨਾ, ਸਾਬਕਾ ਮੰਤਰੀ ਦੀ ਵਾਈਫ, ਜਾਂ ਸਿਆਸਤ ਹੈ ਘਰ ਦੇ ਵਿੱਚ, ਸੋ ਇਹ ਕਿੰਨਾ ਕੁ ਬੋਰਿੰਗ ਜਾਂ ਕਿੰਨਾ ਕੁ ਵਧੀਆ ਲੱਗਦਾ, ਕਿੰਨਾ ਕੁ ਤੁਹਾਨੂੰ ਕੀ? ਸਾਨੂੰ ਤਾਂ ਇੰਟਰਸਟਿੰਗ ਲੱਗਦਾ ਜੀ। ਜੀ, ਮਤਲਬ ਕਦੀ ਇਹ ਨਹੀਂ ਹੁੰਦਾ ਵੀ ਕੀ ਸਾਰਾ ਟਾਈਮ ਵੋਟਾਂ, ਸਿਆਸਤ? ਨਹੀਂ, ਸਾਨੂੰ ਤਾਂ ਇਹ ਹੁੰਦਾ ਵੀ ਕੋਈ ਆਵੇ। ਅੱਗੇ ਤਾਂ ਹੁੰਦਾ ਸੀ ਨਾ ਜੀ ਵੀ ਫੋਨ ਤਾਂ ਫੋਨ ਚੱਕ ਕੇ ਦੇ ਦਿੱਤੀ, ਅੱਜ ਕੋਈ ਵੱਜਿਆ ਹੀ ਨਹੀਂ ਹੈਗਾ, ਕੋਈ ਫੋਨ ਨਹੀਂ ਆਇਆ ਜੀ। ਉਹਦੇ 'ਚ ਹੁੰਦਾ ਕਿ ਵੀ ਪਰਿਵਾਰ ਦੇ ਅੰਦਰ ਇੱਕ ਇਸ ਤਰ੍ਹਾਂ ਦਾ ਸਿਸਟਮ ਮਾਹੌਲ ਬਣ ਜਾਂਦਾ ਹੈ। ਜੀ ਬਿਲਕੁਲ। ਕਿ ਇਹਨਾਂ ਨੂੰ ਹੁਣ ਬਹੁਤ ਸਾਰਾ, ਸਾਡਾ ਸ਼ਹਿਰ ਬੜਾ ਪੜ੍ਹਿਆ ਲਿਖਿਆ ਹੈ,
ਉਹਨਾਂ ਦਾ ਜੇ ਕੋਈ ਮੈਨੂੰ ਮੇਰਾ ਫੋਨ ਨਹੀਂ, ਕੋਈ ਬੰਦਾ 1 ਮਿੰਟ ਤੋਂ ਬਾਅਦ ਵੇਟ ਨਹੀਂ ਕਰਦਾ। ਬਾਈ ਦੀ ਵੇ ਮੈਂ ਹੁਣ ਤੁਹਾਡੇ ਨਾਲ ਬੈਠਾ ਹਾਂ ਜੀ, ਬਾਹਰ ਮੇਰੇ ਘੱਟੋ ਘੱਟ ਵੀ 100-150 ਕਾਲ ਆ ਗਈ ਹੋਣੀ ਆ। ਫਿਰ ਉਹ ਮੈਂ ਜਦੋਂ ਹੁਣ ਗੱਡੀ 'ਚ ਬੈਠੂਗਾ ਮੈਂ ਇਕੱਲੇ ਨੂੰ ਕਾਲ ਬੈਕ ਕਰੂੰਗਾ ਤੇ ਫਿਰ ਜਦੋਂ ਇਹਨਾਂ ਨੂੰ ਫਿਰ ਜੇ ਬੈਨ ਨਹੀਂ ਲੱਭਿਆ ਇਹਨਾਂ ਨੂੰ ਤਾਂ ਉਹ ਇਹਨਾਂ ਨੂੰ ਲੱਭ ਲੈਂਦੇ ਆ। ਪਹਿਲਾਂ ਤਾਂ ਮੇਰੇ ਬ੍ਰਦਰ ਨੂੰ ਲੱਭ ਲੈਣਗੇ ਜੀ, ਜਿਹੜੇ ਮੇਅਰ ਨੇ, ਹਾਂਜੀ, ਤੇ ਫਿਰ ਜੇ ਰੂਬੀ ਨੂੰ ਲੱਭਣਗੇ, ਜੇ ਫਿਰ ਲੱਗਾ ਫਿਰ ਇੱਧਰਲੇ ਪਾਸੇ ਵੀ ਪ੍ਰੋ ਥੋੜੀ ਸ਼ੁਰੂ ਹੋ ਜਾਂਦੀ ਆ। ਫਿਰ ਇੱਧਰੋਂ ਘਰੋਂ ਸਾਨੂੰ ਫੋਨ ਜਾਂਦਾ ਵੀ ਤੁਸੀਂ ਤੁਹਾਡਾ ਫੋਨ ਕਰ, ਮੈਂ ਅਸੀਂ ਭੋਗ ਤੇ ਬੈਠੇ ਹੁੰਦੇ ਆ ਜਾਂ ਕਿਤੇ ਕਨਵੈਨਸ਼ਨ ਤੇ ਖੜੇ ਆ ਜਾਂ ਕਿਤੇ ਮੀਟਿੰਗ 'ਚ ਹੁੰਦੇ ਆ। ਲੇਕਿਨ ਉਹ ਪੇਸ਼ੈਂਸ ਜਿਹੜੀ ਆ ਨਾ ਅੱਜ ਕੱਲ੍ਹ ਹੁਣ ਲੋਕਾਂ ਦਾ ਕੀ ਹੈ ਕਿ ਵੀ ਜਿਹੜੀ ਡਿਲੀਵਰੀ ਫੋਨ ਤੇ ਹੋਣੀ ਚਾਹੀਦੀ ਆ। ਪਹਿਲਾਂ ਜਿਹੜੇ ਲੋਕ ਸੀਗੇ ਉਹਨਾਂ ਕੋਲ ਸਮਾਂ ਹੁੰਦਾ ਸੀਗਾ ਤੇ ਉਹ ਵਿਚਾਰਿਆਂ 'ਚ ਬੈਠੇ ਰਹਿੰਦੇ ਸੀਗੇ ਪਿੰਡਾਂ ਦੇ ਲੋਕ ਜਾਂ ਸੀਗੇ। ਜਿਹੜਾ ਸ਼ਹਿਰ ਦਾ ਵੋਟਰ ਹੈ ਉਹ ਵੇਟ ਨਹੀਂ ਕਰਦਾ, ਉਹ ਤੁਹਾਡੇ ਕੋਲ ਬਿਲਕੁਲ ਜਿਵੇਂ ਨਾ ਤਤਕਾਲ ਉਹਦੇ ਮਸਲੇ ਵੀ ਹੋਰ ਹੁੰਦੇ ਆ। ਹੋਮ ਡਿਲੀਵਰੀ ਦਾ ਜ਼ਮਾਨਾ ਹੈ। ਇਵਨ ਸਾਡੇ ਜਿਹੜੇ ਸ਼ਹਿਰ ਦੇ ਲੋਕਾਂ ਦੇ ਮਸਲੇ ਵੀ ਪਿੰਡਾਂ ਦੇ ਵਿੱਚ ਕੀ ਹੁੰਦਾ ਹੈ ਕਿ ਉਹ ਬਹੁਤ ਛੇਤੀ ਐਗਰੈਸਿਵ ਹੋ ਜਾਂਦੇ ਆ। ਉਹ ਆਪਸ ਵਿੱਚ ਭਾਈਚਾਰੇ 'ਚ ਝਗੜਾ ਕਰ ਲੈਂਦੇ ਆ, ਭੈਣਾਂ ਭਰਾ ਵੀ ਲੜ ਪੈਂਦੇ ਆ। ਲੇਕਿਨ ਸ਼ਹਿਰ 'ਚ ਇਹ ਪ੍ਰੋਬਲਮ ਨਹੀਂ ਹੈਗੀ। ਸ਼ਹਿਰਾਂ ਦੀਆਂ ਪ੍ਰੋਬਲਮਾਂ ਨੇ, ਪਾਰਕਿੰਗ ਦੀ ਪ੍ਰੋਬਲਮ ਹੈ, ਪਾਰਕਾਂ ਦੀਆਂ ਪ੍ਰੋਬਲਮਾਂ ਨੇ, ਲਾਈਟ ਚਲੀ ਗਈ, ਜੇ ਹੁਣ ਥੋੜੀ ਲਾਈਟ ਬਾਈ ਦੀ ਵੇ ਕੋਈ ਫਿਊਜ਼ ਉੱਡ ਗਿਆ ਜਾਂ ਗ੍ਰਿਡ ਫੇਲ ਹੋ ਗਿਆ ਤੇ ਉਹ ਫਿਰ ਸਾਨੂੰ ਲੈਣਾ ਲੱਗ ਜਾਂਦੀਆਂ ਨੇ ਕਿ ਵੀ ਆਹ ਫੋਨ ਦੇਖੋ ਜੀ 2 ਘੰਟੇ ਹੋ ਗਏ ਲਾਈਟ ਨਹੀਂ ਆਈ। ਫਿਰ ਉਹ ਜਾਂ ਫਿਰ ਜਿਹੜੇ ਬਜ਼ੁਰਗ ਨੇ ਇਕੱਲੇ ਉਹ ਵਿਚਾਰੇ, ਮੈਂ ਤੁਹਾਨੂੰ ਇੱਕ ਆਪਣੀ ਹੱਡ ਬੀਤੀ ਗੱਲ ਸੁਣਾਉਣਾ। ਇੱਕ IAS ਅਫਸਰ ਹੁੰਦੇ ਸੀ, ਉਹਦੀ ਵਾਈਫ ਇੱਥੇ 3-1 'ਚ ਰਹਿੰਦੇ ਸੀ ਤੇ ਉਹਨਾਂ ਦੇ ਘਰ ਦੇ ਨਾਲ ਵਾਲਾ ਬੰਦਾ ਘਰ ਬਣਾ ਰਿਹਾ ਸੀ। ਉਹਨੇ ਮਲਬਾ ਜਿਹੜਾ ਸੀਗਾ, ਕਾਫੀ ਪੁਰਾਣੀ ਗੱਲ ਹੈ, ਮਲਬਾ ਉਹਦੇ ਘਰ ਦੇ ਮੂਹਰੇ ਨਾਲ ਲਾਈ ਜਾਂਦੇ ਬੈਕ ਸਾਈਡ ਤੇ। ਠੀਕ ਹੈ ਜੀ। ਹਾਲਾਂਕਿ ਬੈਕ ਸਾਈਡ ਤੇ ਸੀਗਾ ਘਰ, ਉਸ ਪਾਸੇ ਦੀ ਐਂਟਰ ਉਹ ਵੀ ਨਹੀਂ ਹੈਗੀ ਸੀਗੀ। ਤੇ ਉਹ ਮੈਨੂੰ ਮਾਤਾ ਫੋਨ ਕਰਦੇ ਸੀਗੇ ਤੇ ਮੈਂ ਉਹ ਮਲਬਾ ਉੱਥੋਂ ਰਿਮੂਵ ਕਰਾਤਾ ਤੇ ਮੈਂ ਆਪਣੇ ਬੰਦੇ ਨੂੰ ਕਹਿੰਦਾ ਵੀ ਉਹ 400 ਜ਼ਰੂਰ ਚੱਕੋ, ਅੱਜ ਜ਼ਰੂਰੀ ਹੈ ਇਹ। ਤੇ 2 ਦਿਨ ਉਹਨੂੰ ਲੱਗੇ, ਕਈ ਵਾਰੀ ਉਹਨਾਂ ਕੋਈ ਗੱਡੀ ਦਾ ਕੋਈ ਜਾਂ ਭੁੱਲ ਗਏ। ਉਸ ਤੋਂ ਬਾਅਦ ਮੈਂ ਉਹਦੇ ਘਰ ਇੱਕ ਇੰਸਪੈਕਟਰ ਭੇਜਿਆ, ਸੈਂਟਰੀ ਇੰਸਪੈਕਟਰ ਭੇਜਿਆ ਕਿ ਤੂੰ ਜਾ ਕੇ ਮੇਰੀ ਮਾਤਾ ਜੀ ਨਾਲ ਗੱਲ ਕਰਾਓ। ਮੈਂ ਤੁਹਾਨੂੰ ਬੜੀ ਇੰਟਰਸਟਿੰਗ ਗੱਲ ਹੈ ਜੀ। ਤੇ ਵੀ ਉਹ ਜੋ ਉਹਨੇ ਗੱਲ ਕਰਾਉਣੀ, ਉਹ ਕਹਿੰਦੇ ਮੈਂ ਨਹੀਂ ਗੱਲ ਕਰਦੀ ਹੁਣ। ਹਾਂ, ਕਹਿੰਦੇ ਕਿਉਂ? ਕਹਿੰਦੇ ਇਹ ਤਾਂ ਉਹਦੀ ਡਿਊਟੀ ਆ ਜਿਹਨੂੰ ਕਰ। ਮੈਂ ਤਾਂ ਉਹਨੂੰ ਸਿਰਫ ਇਹ ਕਹਿਣਾ ਸੀ ਕਿ ਮਾਤਾ ਜੀ ਗਾਂ ਨੂੰ ਤੁਹਾਨੂੰ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਇਸ ਬੰਦੇ ਦਾ ਫੋਨ ਨੰਬਰ ਨੋਟ ਕਰ ਲਓ ਜੀ। ਮੈਂ ਤਾਂ ਕਹਿੰਦੇ MLA ਨੂੰ ਫੋਨ ਕਰੂੰਗੀ। ਹਾਂ, ਫਿਰ ਇੱਕ ਦਿਨ ਕੀ ਹੋਇਆ ਕਿ ਵਿਧਾਨ ਸਭਾ ਦੇ ਵਿੱਚ ਕੋਈ ਜਿਹੜੇ ਪੈਨਸ਼ਨ ਹੋਲਡਰ ਸੀਗੇ ਉਹਨਾਂ ਦਾ ਕੋਈ ਸੀਗਾ ਮੁੱਦਾ, ਮੈਂ ਉਹ ਉੱਥੇ ਵਿਧਾਨ ਸਭਾ 'ਚ ਰੇਜ਼ ਕੀਤਾ ਸੀ ਤੇ ਉਹਦੇ ਅਮਲ ਹੋ ਗਿਆ ਸੀਗਾ। ਤੇ ਉਦੋਂ ਮੈਨੂੰ ਥੈਂਕਸ ਦਾ ਫੋਨ ਆਇਆ, ਠੀਕ ਹੈ ਨਾ, ਕਿ ਥੈਂਕ ਯੂ ਬੇਟਾ, ਤੁਸੀਂ ਅੱਜ ਬੜਾ ਅੱਛਾ ਕੰਮ ਕਰਤਾ ਇਹ। ਮੈਂ ਕਿਹਾ ਮਾਤਾ ਉੱਤੇ ਗੱਲ ਨਹੀਂ ਕਰੀ, ਕਹਿੰਦੇ ਅੱਜ ਮੇਰਾ ਪਰਸਨਲ ਕੰਮ ਆ ਤਾਂ ਥੈਂਕਸ ਕਰ ਰਹੀ ਆ। ਓਹ ਵਾਹ, ਵੈਸੇ ਲੋਕ ਬੜੇ ਅਜੀਬੋ-ਗਰੀਬ ਜਿਹੇ ਮਸਲੇ ਲੈ ਕੇ ਵੀ ਆਉਂਦੇ ਹੋਣਗੇ ਤੁਹਾਡੇ ਕੋਲ ਵੀ, ਕੋਈ ਇਹੋ ਜਿਹਾ ਕੋਈ ਮਸਲਾ ਦੱਸੋ ਵੀ ਕਿਵੇਂ ਆਉਂਦੇ ਨੇ? ਜਿਵੇਂ ਕੋਈ ਵੀ ਚੀਜ਼ ਉਹਨਾਂ ਨੂੰ ਹੁੰਦਾ ਵੀ ਫਟਾਫਟ ਉੱਥੇ ਫੋਨ ਕਰੋ ਤਾਂ ਹੁਣੀ ਹੋਣੀ ਚਾਹੀਦੀ ਹੈ। ਅੱਛਾ ਜੀ, ਇਹ ਹੈਗੀ ਹੈ ਜੀ। ਲੜਾਈਆਂ ਝਗੜਿਆਂ ਵਾਲੇ ਮਸਲੇ ਹਨਾ, ਜਿਵੇਂ ਹੋਰ ਕਈ ਤਰ੍ਹਾਂ ਦੇ ਕੋਈ ਹਾਸੋਹੀਣੀ ਮਸਲੇ ਵੀ ਆਉਂਦੇ ਹੋਣਗੇ। ਐਕਚੁਅਲੀ ਇਹ ਜਿਹੜੇ ਛੋਟੇ ਇਹ ਕੰਮ ਥੋੜੇ MC ਵੀ ਉਹ ਨਿਪਟਾਈ ਜਾਂਦੇ ਹਨ। ਹਾਂਜੀ, ਫਿਰ ਜਦ ਨਹੀਂ ਹੁੰਦੇ ਫਿਰ ਇਹਨਾਂ ਕੋਲ ਆਉਂਦੇ ਆ। ਉਹਦੇ ਇੱਦਾਂ ਕਿ ਜਿਹੜੇ ਛੋਟੇ ਜਿਹੜੇ ਘਰ ਨੇ ਨਾ, ਉਹਨਾਂ ਦਾ ਦੇਖੋ ਜਿਵੇਂ ਵੱਡੀ ਕੋਠੀਆਂ ਵਾਲੇ ਲੋਕ ਨੇ, ਉਹਨਾਂ ਦੇ 1 ਜਾਂ 2 ਬੰਦੇ ਰਹਿੰਦੇ ਨੇ, ਉਹਨਾਂ ਦਾ ਇੰਨੇ ਰਾਬਤਾ ਵੀ ਨਹੀਂ ਹੁੰਦਾ ਆਪਸ ਵਿੱਚ ਦੂਜੇ ਨਾਲ, ਕੋਈ ਬਹੁਤਾ ਮੇਰੇ ਖਿਆਲ ਝਗੜਾ ਵੀ ਨਹੀਂ ਹੁੰਦਾ। ਜਿੱਥੇ ਸਾਡੀ ਬਹੁਤ ਜ਼ਿਆਦਾ ਮਜ਼ਬੂਤ ਸਾਂਝ ਹੈਗੀ ਆ ਉਹ ਛੋਟੇ ਮਕਾਨਾਂ 'ਚ ਹੁੰਦੀ ਆ। ਉਹਨਾਂ ਦੀ ਬਹੁਤ ਜ਼ਿਆਦਾ ਨੇੜਤਾ ਵੀ ਹੁੰਦੀ ਆ ਤੇ ਦੂਰ ਵੀ ਮਿੰਟਾਂ 'ਚ ਹੋ ਜਾਂਦੇ ਆ ਉਹ। ਬਿਲਕੁਲ, ਕੋਈ ਬੱਚਿਆਂ ਪਿੱਛੇ, ਕੋਈ ਕਿਸੇ ਕੰਮ ਪਿੱਛੇ, ਕਿਸੇ ਪਾਸੇ ਉਹਨਾਂ ਦਾ ਕੋਈ ਗੱਡੀ ਪਾਰਕਿੰਗ ਪ੍ਰੋਬਲਮ ਆ ਜਾਂਦੀ ਆ, ਉਦੋਂ ਫਿਰ ਉਹ ਸਾਨੂੰ ਯਾਦ ਕਰਦੇ ਨੇ ਜੀ। ਅਸੀਂ ਥੋੜੇ ਬਹੁਤ ਜੇ ਢਿੱਡ ਵਰਤ ਲਈਏ ਤਾਂ ਉਹ ਕਹਿੰਦੇ ਨੇ ਤੁਸੀਂ, ਅਸੀਂ ਕਹਿੰਦੇ ਚਲੋ 2-4 ਘੰਟੇ ਪ੍ਰੋਬਲਮ ਠੀਕ ਹੋ ਜਾਊਗਾ। ਜਿਵੇਂ ਥਾਣੇ ਫੋਨ ਕਰਤਾ ਤਾਂ ਇਹਨਾਂ ਨੂੰ ਦੋਨਾਂ ਨੂੰ ਪਰੇਸ਼ਾਨੀ ਹੋਏਗੀ ਜੀ, ਔਰ ਜਿਹਨੂੰ ਅਸੀਂ ਫੋਨ ਕਰਾਂਗੇ ਉਹ ਤਾਂ ਖੁਸ਼ ਹੋਵੇਗਾ, ਜਿਹਦੇ ਖਿਲਾਫ ਕੋਈ ਫੋਨ ਹੋਗਾ ਉਹ ਤਾਂ ਜ਼ਰੂਰ ਇਸ ਗੱਲ ਦੇ ਵਿੱਚ ਆਊਗਾ। ਬਿਲਕੁਲ, ਉੱਥੇ ਫਿਰ ਅਸੀਂ ਆਪਣਾ ਲੋਕਲ ਬੰਦਾ ਹੁੰਦਾ ਹੈ ਉਸ ਏਰੀਆ ਦਾ, ਉਹਨੂੰ ਭੇਜਦੇ ਆ। ਉਹ ਮੈਟ ਡੀਮੈਟ ਦੇਖਦਾ ਵੀ ਇਹਦੇ ਵਾਕਿਆ ਵੀ ਕੋਈ ਕੀ ਪ੍ਰੋਬਲਮ, ਕਿਹੜਾ ਬੰਦਾ ਕਸੂਰਵਾਰ ਹੈਗਾ। ਤੇ ਜਿਹੜੇ ਲੋਕ ਪੜ੍ਹੇ ਲਿਖੇ ਉਹ ਸਮਝ ਜਾਂਦੇ ਆ ਵੀ ਸਾਡਾ ਕਸੂਰ ਹੈਗਾ ਤੇ ਉਹਨੂੰ ਸਮਝਾ ਦਿੰਦੇ ਮਹੱਲੇ ਵਾਲੇ ਇਕੱਠੇ ਹੋ ਕੇ ਇਹ ਗੱਲ ਹੈਗੀ ਆ। ਲੇਕਿਨ ਅਸੀਂ ਹਰ ਬੰਦੇ ਦੇ ਥਾਣੇ ਫੋਨ ਨਹੀਂ ਕਰਦੇ। ਥਾਣੇ ਬਿਲਕੁਲ ਕੋਈ ਬਹੁਤ ਜ਼ਿਆਦਾ ਕੋਈ ਚੋਰੀ ਹੋ ਗਈ ਕਿਸੇ ਘਰ ਦੇ ਵਿੱਚ, ਕੋਈ ਵੱਡੀ ਗੱਡੀ ਚੋਰੀ ਹੋ ਗਈ ਜਾਂ ਕੋਈ ਬੰਦੇ ਨੂੰ ਨੁਕਸਾਨ ਹੀ ਬਹੁਤ ਵੱਡਾ ਹੋ ਗਿਆ, ਉੱਥੋਂ ਫਿਰ ਫੋਨ ਕਰਨਾ ਜ਼ਰੂਰੀ ਵੀ ਹੁੰਦਾ ਹੈ। ਜਾਂ ਜਿਸ ਤਰ੍ਹਾਂ ਕੋਈ ਬੰਦਾ ਇੰਨੀ ਜ਼ਿਆਦਾ ਕਿਸੇ ਬੰਦੇ ਨੂੰ ਉਹਨੇ ਮਾਰਿਆ ਹੈਗਾ ਕਿ ਵੀ ਉਹ ਬੰਦਾ ਵਿਚਾਰੇ ਦੇ ਘੱਟੋ ਘੱਟ 2 ਮਹੀਨੇ ਉੱਠ ਨਹੀਂ ਸਕਦਾ ਤੇ ਨਜਾਇਜ਼ ਮਾਰਿਆ ਹੈਗਾ, ਤੇ ਫਿਰ ਤੁਹਾਨੂੰ ਕਿਸੇ ਨਾ ਕਿਸੇ ਦਾ। ਪਰ ਮੇਰੀ ਇੱਕ ਹੋਰ ਜਾਣਕਾਰੀ 'ਚ ਵਾਧਾ ਕਰਿਓ, ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਪੱਕੇ ਆੜੀ ਹੋ। ਅੱਧਾ ਪੰਜਾਬ ਇਹ ਕਹਿਣ ਲੱਗ ਪਿਆ ਸੀ ਵੀ ਸਿੱਧੂ ਸਾਹਿਬ ਦੀ ਟਿਕਟ ਗਈ, ਤੁਹਾਡੀ ਗਈ, ਉਧਰੋਂ ਇੱਕ ਗੁਰਪ੍ਰੀਤ ਕਾਂਗੜ ਹੋਰਾਂ ਦੀ ਗਈ, ਜਿਹੜੇ ਵੀ ਉਹਨਾਂ ਦੇ ਖੇਮੇ 'ਚ ਸੀ। ਨਹੀਂ, ਮੈਂ
ਆੜੀ ਤਾਂ ਮੈਂ ਪੱਕਾ ਕੈਪਟਨ ਸਾਹਿਬ ਦਾ ਜੋ ਕੈਬਨਿਟ ਦਾ ਵਜ਼ੀਰ ਸੀ ਆਪੇ ਹੋ ਜਾਂਦਾ ਹੈ, ਪਰ ਲੇਕਿਨ ਮੇਰਾ ਇੱਕ ਸਿਸਟਮ ਹੈ ਕਿ ਮੈਂ ਕਾਂਗਰਸੀ ਹਾਂ, ਮੈਂ ਕਾਂਗਰਸਮੈਨ ਹਾਂ। ਕਾਂਗਰਸਮੈਨ ਹੋਣ ਕਰਕੇ ਮੈਂ ਉਹਨਾਂ ਦਾ ਮੇਰੀ ਲਿਹਾਜ਼ ਉਦੋਂ ਤੱਕ ਸੀ ਜਦੋਂ ਤੱਕ ਉਹ ਸੀਗੇ, ਹਾਂ ਸਾਡੀ ਪਾਰਟੀ ਸੀਗੀ। ਹੁਣ ਮੇਰੇ ਪਰਸਨਲ ਰਿਲੇਸ਼ਨ ਉਹਨਾਂ ਨਾਲ ਹੋ ਸਕਦੇ ਨੇ, ਲੇਕਿਨ ਪਾਰਟੀ ਵਾਲੀ ਆਈਡੀਓਲੋਜੀ ਦੇ ਬੇਸ 'ਤੇ ਨਹੀਂ ਹੋ ਸਕਦੇ। ਅਸੀਂ ਜਦੋਂ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਉਹਨਾਂ ਨੇ ਰਿਜ਼ਾਈਨ ਕਰਤਾ, ਅਸੀਂ ਛੱਡਤਾ ਉਹਨਾਂ ਨੂੰ, ਲੇਕਿਨ ਜਿੰਦਰ ਮੈਂ ਉਹਦੀ ਟੀਮ ਦਾ ਮੈਂਬਰ ਰਿਹਾ, ਤੇ ਜੇ ਮੈਂ ਆਪਣੇ ਹਲਕੇ ਦਾ ਸਵਾਰਨਾ ਸੀ ਜਾਂ ਮੈਂ ਆਪਣੇ ਡਿਪਾਰਟਮੈਂਟ ਨੂੰ ਚਮਕਾਉਣਾ ਸੀਗਾ, ਤਾਂ ਫਿਰ ਉਹਦੇ ਨਾਲ ਮੈਨੂੰ ਬਣਾ ਕੇ ਰੱਖਣੀ ਪੈਣੀ ਸੀ। ਜੇ ਮੈਂ ਆਪਣਾ ਰਸਤਾ ਵੱਖ ਕਰ ਲੈਂਦਾ ਤਾਂ ਸ਼ਾਇਦ ਮੈਂ ਆਪਣੇ ਹਲਕੇ ਦਾ ਤੁਹਾਨੂੰ ਸੈਨਤ ਸੁਨਤ ਨਹੀਂ ਮਾਰੀ ਵੀ ਭਾਈ ਇੱਧਰ ਆ ਜਾਓ? ਨਹੀਂ, ਸੈਨਤਾ ਦਾ ਮਾਰਦਾ ਹੀ ਹੁੰਦਾ, ਪਰ ਲੇਕਿਨ ਮੈਂ ਜੋ ਇਹ ਗੱਲ ਕਲੀਅਰ ਕਰਤੀ ਸੀ ਡੇਵਾਂ ਤੋਂ ਵੀ ਮੈਂ ਤਾਂ ਕਾਂਗਰਸ ਨਾਲ ਹੈ, ਕਾਂਗਰਸ ਨਾਲ। ਪਰ ਸਰ ਸਮਝ ਨਹੀਂ ਆਉਂਦੀ ਵੀ ਕਾਂਗਰਸ ਦੀ ਸਿਹਤ ਜ਼ਿਆਦਾ ਹੀ ਖਰਾਬ ਹੈ, ਕੁਛ ਕਦੀ ਕਿਸੇ ਦਾ ਢਿੱਡ ਦੁਖਦਾ ਹੈ, ਕਦੀ ਕਿਸੇ ਦਾ ਸਿਰ ਦੁਖਦਾ ਹੈ। ਐਕਚੁਅਲੀ ਪਾਰਟੀ ਦੀ ਤਾਕਤ ਦੀ ਨਿਸ਼ਾਨੀ ਹੈ ਜੀ। ਤੁਸੀਂ ਇਹ ਦੱਸੋ ਕੇਜਰੀਵਾਲ ਕੋਲ ਲੜਾਈ ਹੋ ਰਹੀ, ਕਾਂਗਰਸ ਦੀ ਕੋਈ ਲੜਾਈ ਹੋ ਰਹੀ, ਉਹਨਾਂ ਨੂੰ ਪਤਾ ਸਾਡੀ ਸਰਕਾਰ ਨਹੀਂ ਬਣਨੀ। ਸਾਡੇ ਇਹ ਵੀ ਹੁਣ ਭਾਈ ਸਰਕਾਰ ਜਿੱਤੇ ਜਿਹੜਾ ਬੰਦੇ ਕੋਲ ਜ਼ਿਆਦਾ ਪਾਵਰ ਹੁੰਦੀ ਹੈ ਜਾਂ ਜ਼ਿਆਦਾ ਨੂੰ ਲੱਗਦਾ ਹੈ ਕਿ ਅਗਲਾ ਸਮਾਂ ਸਾਡਾ ਆਉਣ ਵਾਲਾ ਹੈ, ਉੱਥੇ ਲੜਾਈ ਹੁੰਦੀ ਹੈ ਨਾ। ਇਹ ਸਾਡੀ ਪਾਰਟੀ ਇੱਕ ਡੈਮੋਕ੍ਰੇਸੀ ਹੈ, ਸਿਸਟਮ ਵੀ ਹੈਗਾ ਕਿ ਅਸੀਂ ਹਰ ਬੰਦੇ ਨੂੰ ਗੱਲ ਕਹਿਣ ਦਾ ਹੱਕ ਹੈਗਾ, ਕੋਈ ਬੰਦਾ ਕੁਛ ਵੀ ਕਹਿ ਸਕਦਾ, ਲੇਕਿਨ ਜਿਹੜੀ ਓਪੀਨੀਅਨ ਬਣਦੀ ਆ ਉਹ ਤਾਂ ਜਨਾਨੀਮਸ ਬਣਦੀ ਹੈ ਨਾ। ਜਿਵੇਂ ਹੁਣ ਅੱਜ CM ਦੀ ਗੱਲ ਹੈ, ਸਾਰੇ ਪੰਜਾਬ 'ਚ ਉਹਨਾਂ ਨੇ ਡਾਟਾ ਇਕੱਠਾ ਕਰਨਾ ਹੈ, ਜੇ ਅਨਾਉਂਸ ਵੀ ਕਰਨਗੇ ਕੋਈ ਕਿਹੜਾ ਬੰਦਾ ਸਾਰਾ ਨਾਲ ਚੱਲ ਸਕਦਾ, ਜਾਂ ਕਿਹੜਾ ਬੰਦੇ ਦੀ ਪੋਪੂਲੈਰਿਟੀ ਹੈ, ਕਿਹੜਾ ਬੰਦਾ ਲੋਕਾਂ ਵੱਲ ਅਸੈਸੀਬਲ ਹੈਗਾ, ਵੀ ਅਸੀਂ ਉਹਨੂੰ ਅਸੀਂ ਉਹਦਾ ਨਾਂ ਕੋਡ ਕਰਾਂਗੇ। ਅਤੇ ਜਾਂ ਫਿਰ ਇਹ ਹੋਊਗਾ ਕਿ ਜਦੋਂ ਅਸੀਂ ਜਿੱਤ ਕੇ ਜਾਵਾਂਗੇ, ਅਸੀਂ ਜਾ ਕੇ 70 ਬੰਦੇ ਹੋਵਾਂਗੇ ਜਾਂ 80 ਬੰਦੇ ਜਿੰਨੇ ਵੀ ਹੁੰਦੇ ਆ, ਵੀ ਸਾਡਾ ਜਿਹੜਾ ਲੀਡਰ ਚੁਣਨਾ ਹੈ ਅਸੀਂ ਅਧਿਕਾਰ ਦੇ ਦਾਂਗੇ। ਤੁਹਾਨੂੰ ਵੀ ਨਹੀਂ ਪਤਾ ਵੀ ਭਾਈ ਕੌਣ ਮੁੱਖ ਮੰਤਰੀ ਚਿਹਰਾ ਹੋ? ਨਹੀਂ, ਮੈਨੂੰ ਨਹੀਂ ਪਤਾ ਇਸ ਗੱਲ ਦਾ। ਇਹ ਤਾਂ ਉਹ ਆਪਣੇ ਲੈਵਲ 'ਤੇ ਬਕਾਇਦਾ ਜਿਹੜੀ ਹਾਈ ਕਮਾਂਡ ਹੈ ਇਸ ਗੱਲ ਦਾ ਸਰਵੇ ਕਰਦੀ ਹੈ, ਉਹ ਤੋਂ ਬਾਅਦ ਐਨਾਲਿਸਿਸ ਕਰਨ ਤੋਂ ਬਾਅਦ ਫਿਰ। ਬਾਈ ਜੀ, ਤੁਸੀਂ ਨੌਜਵਾਨ ਵਰਗ ਦੇ ਵਿੱਚੋਂ, ਤੁਸੀਂ ਵੀ ਕੁੜੀਆਂ ਚਿੜੀਆਂ ਦੇ ਨਾਲ ਵਿਚਰਦੇ ਹੋ। ਆਮ ਆਦਮੀ ਪਾਰਟੀ ਤੋਂ ਬਾਅਦ ਭਗਵੰਤ ਮਾਨ ਦੇ ਚਿਹਰਾ ਆਉਣ ਤੋਂ ਬਾਅਦ ਕੀ ਮੰਨਦੇ ਹੋ ਵੀ ਤੁਸੀਂ ਲੋਕਾਂ ਦੇ ਵਿੱਚ ਕੀ ਵਿਚਰਦਾ ਦੇਖਦੇ ਹੋ? ਦੇਖੋ ਜੀ, ਮੈਂ ਜਿਵੇਂ ਰੋਜ਼ ਵਿਚਰਦੇ ਹਾਂ, ਕੋਈ ਜਿਸ ਹਿਸਾਬ ਨਾਲ ਜਦੋਂ ਕੋਈ ਚਿਹਰਾ ਆਉਂਦਾ ਹੈ, ਗ੍ਰਾਫ ਵਧਣਾ ਚਾਹੀਦਾ, ਉਸ ਹਿਸਾਬ ਨਾਲ ਕੋਈ ਲੋਕਾਂ 'ਚ ਗੱਲ ਦਾ ਅਸਰ ਨਹੀਂ ਹੈ, ਕਿਉਂਕਿ ਮਾਨ ਸਾਹਿਬ ਉੱਤਰ ਨਹੀਂ, ਸੱਚੀ ਮੁੱਚੀ ਵਾਲਾ ਢਿੱਡੋਂ ਜਿਹੜਾ ਨਿਕਲੇ। ਨਹੀਂ, ਬਿਲਕੁਲ ਸਹੀ ਗੱਲ ਹੈ ਜੀ। ਦੇਖੋ, ਜੇ ਤੁਸੀਂ ਆਪਾਂ ਯੰਗ ਪੀੜ੍ਹੀ ਦੀ ਗੱਲ ਕਰਦੇ, ਯੰਗ ਪੀੜ੍ਹੀ ਉਸ ਬੰਦੇ ਵੱਲ ਦੇਖਦੀ ਹੈ ਜਿਹਦੇ 'ਤੇ ਉਹਨੂੰ ਲੱਗਦਾ ਕਿ ਵੀ ਇਹ ਸਾਡਾ ਫਿਊਚਰ ਸਵਾਰ ਸਕਦਾ ਜਾਂ ਸਾਡੇ ਕੰਮ ਕਰ ਸਕਦਾ, ਜੋ ਬੰਦਾ ਉਸ ਲੈਵਲ ਦੀ ਨੌਲੇਜ ਜਾਂ ਤਜਰਬਾ ਰੱਖਦਾ। ਸੋ ਉਹੇ ਜੀ ਮੈਨੂੰ ਕੋਈ ਗੱਲ ਉੱਥੇ ਨਜ਼ਰ ਨਹੀਂ ਆਉਂਦੀ। ਅਤੇ ਵਾਕਈ ਬਿਲਕੁਲ ਪਹਿਲਾਂ ਸਾਨੂੰ ਵੀ ਲੱਗਦਾ ਸੀ ਵੀ ਸ਼ਾਇਦ ਭਗਵੰਤ ਮਾਨ ਨੂੰ ਐਲਾਨਣ ਤੋਂ ਬਾਅਦ ਕਿੰਨੀ ਕੁ ਲਹਿਰ ਬਣ ਜਾਏਗੀ, ਪਰ ਕੋਈ ਉਸ ਗੱਲ ਦਾ ਕੋਈ ਬਹੁਤ ਵੱਡਾ ਅਸਰ ਨਹੀਂ ਸਾਨੂੰ ਦਿਖਦਾ ਜੀ। ਪਰ ਤੁਹਾਨੂੰ ਕੀ ਲੱਗਦਾ ਕਿ ਕਿੰਨੇ ਕੁ % ਯੰਗਸਟਰਸ ਨੂੰ ਹੋਰ ਅੱਗੇ ਆਉਣ ਦੀ ਲੋੜ ਹੈ, ਕਿ ਹੁਣ ਥੋੜੀ ਜਿਹੀ ਕਮਾਨ ਜਿਹੜੀ ਹੈ ਉਹ ਨੌਜਵਾਨ ਪੀੜ੍ਹੀ ਦੇ ਹੱਥ 'ਚ ਹੋਣੀ ਚਾਹੀਦੀ ਹੈ? ਬਿਲਕੁਲ ਜੀ, ਉਹ ਤਾਂ ਹੈ ਹੀ ਹੈ। ਇਹ ਤਾਂ ਇੱਕ ਚੇਂਜ ਨੇਚਰ ਹੈ। ਉਹ ਜਿਵੇਂ ਕਹਿੰਦੇ ਕਿ ਰੁੱਤ ਨਵਿਆਂ ਦੀ ਆਈ ਹੈ, ਸੋ ਨਵਿਆਂ ਨੇ ਤਾਂ ਆਉਣਾ ਹੀ ਹੈ ਤੇ ਜ਼ਰੂਰੀ ਵੀ ਹੈ। ਇਹ ਚੇਂਜ ਚੰਗੇ ਲਈ ਹੋਣਾ ਬਹੁਤ ਜ਼ਰੂਰੀ ਹੈ ਜੀ। ਬਿਲਕੁਲ ਸਹੀ। ਤੁਸੀਂ ਕਹਿਣਾ ਚਾਹੁੰਦੇ ਹੋ ਕੁਝ? ਹਾਂਜੀ, ਆਫਟਰ ਜਦੋਂ ਭਗਵੰਤ ਮਾਨ ਜੀ ਦਾ ਨਾਮ ਸਾਹਮਣੇ ਆਇਆ, ਆਪ ਦੀ ਲਹਿਰ ਟੁੱਟੀ ਹੋਈ ਹੈ ਇੱਕ ਤਰੀਕੇ ਨਾਲ ਨਾ ਜੀ। ਸ਼ਹਿਰ ਦਾ ਵੋਟਰ ਤਾਂ ਜੀ ਇਸ ਟਾਈਮ 'ਤੇ ਸਾਨੂੰ ਪਰਸਨਲੀ ਲੋਕਾਂ ਨੇ ਵੀ ਇਹ ਕਿਹਾ ਹੈਗਾ ਵੀ ਪਹਿਲਾਂ ਤਾਂ ਅਸੀਂ ਸੋਚਦੇ ਸੀਗੇ ਜੀ, ਹੁਣ ਆਫਟਰ ਜਦੋਂ CM ਚਿਹਰਾ ਆ ਗਿਆ, ਹੁਣ ਸ਼ਾਇਦ ਅਸੀਂ ਮਨ ਵਿਚਾਰ। ਉਹ ਕਿਉਂ ਤੁਹਾਡੇ ਖਿਆਲ 'ਚ? ਜੀ ਦੇਖੋ ਜੀ, ਹਰ ਇੱਕ ਦੀ ਆਪਣੀ ਵਿਚਾਰਧਾਰਾ ਹੁੰਦੀ ਹੈਗੀ ਹੈ। ਹੁਣ ਕਈ ਲੋਕ ਸਮਝਦੇ ਨੇ ਕਿ ਥੋੜ੍ਹਾ ਜਿਹਾ ਫੇਸ, ਜਿਵੇਂ ਪਾਰਟੀ ਦਾ ਕੋਈ ਹੋਰ ਚਿਹਰਾ ਹੁੰਦਾ ਸਾਹਮਣੇ ਤਾਂ ਜ਼ਿਆਦਾ ਵਧੀਆ ਸੀ। ਜਿਹੜੇ ਪੜ੍ਹਿਆ ਲਿਖਿਆ ਵੋਟਰ ਹੈ ਉਹ ਐਕਸਪੈਕਟ ਜਿਹੜੀ ਜਨਰੇਸ਼ਨ ਹੈ, ਜੇ ਉਹ ਸੋਚਦੇ ਨੇ ਤੁਹਾਡੇ ਉਹਨਾਂ ਕੋਲ ਯੰਗ ਜਨਰੇਸ਼ਨ ਹੈ, ਤਾਂ ਸਾਡੇ ਕਾਂਗਰਸ ਪਾਰਟੀ 'ਚ ਤਾਂ ਬਹੁਤ ਵੱਡਾ ਯੰਗ ਬਲੱਡ ਹੈਗਾ, ਬਹੁਤ ਵੱਡਾ ਕੇਡਰ ਹੈਗਾ। ਔਰ ਸਾਡੇ ਤਕਰੀਬਨ ਕਿੰਨੇ ਮੁੰਡੇ ਲਾਸਟ ਟਾਈਮ ਦੇਖੋ ਵੀ, ਤੁਸੀਂ ਗੱਲ ਕਰ ਲਓ, ਆਪਣੇ ਪਾੜੇ ਦੀ ਗੱਲ ਕਰ ਲਓ, ਤੁਸੀਂ ਬਾਵੇ ਦੀ ਗੱਲ ਕਰ ਲਓ, ਤੁਸੀਂ ਜੀਰੇ ਦੀ ਗੱਲ ਕਰ ਲਓ, ਤੁਸੀਂ ਦਵਿੰਦਰ ਘਵਾਏ ਦੀ ਗੱਲ ਕਰ ਲਓ, ਕਿ ਗੋਲਡੀ ਦੀ ਗੱਲ ਕਰ ਲਓ, ਅਤੇ ਕਿੰਨੇ ਜਿਹੜੇ ਫਰੈਸ਼ ਬੱਚੇ ਸੀਗੇ, ਜਿਹੜੇ ਸੁਖਪਾਲ ਭੁੱਲਰ ਦੀ ਗੱਲ ਕਰ ਲਓ, ਜਿਨ੍ਹਾਂ ਨੇ ਫਸਟ ਟਾਈਮ ਕੰਟੈਸਟ ਕੀਤਾ, ਜੰਗ ਬਲੱਡ ਸੀ ਸਾਰਾ, ਠੀਕ ਹੈ ਨਾ। ਜਦੋਂ ਮੈਂ ਇਲੈਕਸ਼ਨ ਫਸਟ ਟਾਈਮ ਲੜਿਆ, ਮੈਂ ਵੀ ਬੜਾ ਯੰਗ ਸੀਗਾ। ਅਤੇ ਲੇਕਿਨ ਇਹ ਜਿਹੜੀ ਚੀਜ਼ਾਂ ਨੇ ਉਹ ਸਾਰੀਆਂ ਪਾਰਟੀਆਂ 'ਚ ਹੁੰਦੇ ਨੇ, ਲੇਕਿਨ ਤਜਰਬਾ
ਤਜਰਬਾ ਵੀ ਚਾਹੀਦਾ ਜੀ। ਦੇਖੋ ਤਜਰਬਾ ਤੇ ਪਲੱਸ ਤੁਹਾਡੀ ਸੋਚ ਕਿਹੋ ਜਿਹੀ ਹੈ, ਤੁਹਾਡਾ ਵਿਜ਼ਨ ਕਿਹੋ ਜਿਹਾ ਹੈ, ਲੋਕ ਇਸ ਨੂੰ ਬਾਤ ਕਰਦੇ ਨੇ। ਭਗਵੰਤ ਮਾਨ 'ਚ ਇਹ 'ਚ ਕੋਈ ਤੁਹਾਡੇ ਜਿਹੜੀ ਕਰਾਊਡ ਪੁਲਰ ਹੈਗਾ ਕਿ ਉਹ ਉੱਥੇ ਆਪਣੇ ਹਲਕੇ 'ਚ ਜਿੱਥੇ ਜਾਣੀ ਕਿ ਬਹੁਤ ਇਨੋਸੈਂਟ ਲੋਕ ਨੇ ਉਹਨਾਂ ਨੂੰ ਬਹੁਤ ਦੂਰਅੰਦੇਸ਼ੀ ਨਹੀਂ ਹੁੰਦੀ। ਜਿਹੜਾ ਸ਼ਹਿਰ ਦਾ ਵੋਟਰ ਜਿਵੇਂ ਇੱਕ ਨੂਰ ਨੇ ਕਿਹਾ Urban voter ਨੂੰ appease ਨਹੀਂ ਜਿਹੜਾ ਕਰਦਾ ਹੈਗਾ ਉਹ ਬੜਾ ਸੋਚ ਸਮਝ ਕੇ ਵੀ ਯਾਰ ਵੀ ਸਾਡਾ ਇਹ ਬੰਦਾ ਕੀ ਸਾਨੂੰ ਇਹ ਸਹੀ ਥਾਂ 'ਤੇ ਪਹੁੰਚਾ ਸਕਦਾ। ਹੁਣ ਦੇਖੋ ਸਾਡੇ ਸ਼ਹਿਰ ਦੀ ਟੋਟਲੀ ਇੱਕ ਡਿਫਰੈਂਟ ਟਾਈਪ ਪੋਲਿਟਿਕਸ ਹੈਗੀ ਆ। ਸਾਡੇ ਸ਼ਹਿਰ ਦੇ ਲੋਕਾਂ ਨੇ ਹੁਣ ਅਸੀਂ ਮੈਡੀਕਲ ਕਾਲਜ ਬਣਾਇਆ, ਹਰ ਬੰਦਾ ਐਪਰੀਸ਼ੀਏਟ ਕਰਦਾ। ਅਸੀਂ ਨਰਸਿੰਗ ਕਾਲਜ ਬਣਾਉਣ ਦੀ ਗੱਲ ਕਰ ਰਹੇ ਹਾਂ, ਬਣ ਰਿਹਾ, ਉਹਦੀ ਬੰਦਾ ਐਪਰੀਸ਼ੀਏਟ ਕਰਦਾ। ਅਸੀਂ 3-1 ਹਸਪੀਟਲ ਬਣਾਉਂਦਾ, ਉਹਦੀ ਐਪਰੀਸ਼ੀਏਟ ਕਰਦੇ ਨੇ। ਜਿਹੜੀ ਸਕੂਲ ਅਪਗ੍ਰੇਡ ਹੋ ਗਿਆ, ਸਕੂਲ ਦੇ ਵਿੱਚ ਜਿਵੇਂ ਸਾਇੰਸ ਗਰੁੱਪ ਨੇ ਉਹ ਸ਼ੁਰੂ ਕਰਵਾਤਾ। ਜੋ ਇਹ ਚੀਜ਼ਾਂ ਹੁੰਦੀਆਂ ਨੇ, ਜਾਂ ਹੁਣ ਸਾਡੇ ਕਈ ਬੱਸ ਸਟੈਂਡ ਦੀ ਮਸਲਾ ਸੀ ਉਹ ਹੱਲ ਕੀਤਾ ਹੈ, ਜਾਂ ਆਡੀਟੋਰੀਅਮ ਨਹੀਂ ਸੀ ਮਹਾਲੀ 'ਚ। ਉਹ ਜਿਹੜੇ ਹਰ ਬੰਦੇ ਦੀ ਨੇਚਰ ਵੱਖਰੀ ਵੱਖਰੀ, ਜਾਂ ਅਸੀਂ ਇੰਡਸਟਰੀ ਜਿਵੇਂ ਇਨਫੋਸਿਸ ਇੱਥੇ ਆ ਗਈ, MT ਯੂਨੀਵਰਸਿਟੀ ਆ ਗਈ, ਜਾਂ ਫਲਕਸ ਆ ਗਈ, ਉਹ ਜਿਹੜਾ ਪੜ੍ਹਿਆ ਲਿਖਿਆ ਕੇਡਰ ਹੈ ਉਹ ਸਾਰਾ ਇਹ ਵੀ ਸਾਡੇ ਬੱਚਿਆਂ ਦਾ ਫਿਊਚਰ ਕਿੱਥੇ ਹੈਗਾ ਜੀ। ਪਰ ਜਿੱਥੋਂ ਤੱਕ ਕੁੜੀਆਂ ਦੀ ਗੱਲ ਹੈ, ਇੱਕ ਕੁੜੀ ਹੋਣ ਦੇ ਨਾਤੇ ਮੈਂ ਤੁਹਾਨੂੰ ਪੁੱਛ ਰਹੀ ਹਾਂ, ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਵੀ ਅਸੀਂ 20,000 ਰੁਪਈਆ ਵੀ ਦਿਆਂਗੇ, ਅਸੀਂ 2,000 ਵੀ ਦਿਆਂਗੇ, ਅਸੀਂ 5,000 ਵੀ ਦਿਆਂਗੇ, ਸਕੂਟਰੀ ਵੀ ਦਿਆਂਗੇ, ਟੈਬਲੇਟ ਵੀ ਦਿਆਂਗੇ, ਇਹ ਦਿਆਂਗੇ, ਉਹ ਦਿਆਂਗੇ। ਕਿੰਨਾ ਕੁ ਸਹਿਮਤ ਹੋ ਇਹਨਾਂ ਗੱਲਾਂ ਨਾਲ ਵੀ ਕੀ ਵਾਕਈ ਇਹਨਾਂ ਚੀਜ਼ਾਂ ਦੀ ਲੋੜ ਹੈਗੀ ਹੈ ਕਿਸੇ ਨੂੰ ਮੁਫਤ ਦੇਣ ਜੋਗਾ ਕੋਈ ਚੀਜ਼? ਜੀ ਦੇਖੋ, ਆਪਾਂ ਅੱਜ ਬੈਠ ਕੇ ਇੱਥੇ ਗੱਲ ਕਰ ਸਕਦੇ ਹਾਂ ਹੱਕਾਂ ਦੀ, ਹੈ ਨਾ ਜੀ, ਪਰ ਵਾਕਿਅਤ ਇਹ ਗੱਲ ਦੀ ਹੈਗੀ ਹੈ ਕਿ ਇੰਟੀਰੀਅਰ ਦੇ ਵਿੱਚ ਜਾ ਕੇ ਕੁੜੀਆਂ ਨੂੰ ਲੋੜੀਂਦੀਆਂ ਚੀਜ਼ਾਂ ਅੱਜ ਨਹੀਂ ਮਿਲ ਰਹੀਆਂ। ਜੋ ਸਰਕਾਰ ਦੇ ਸਕਦੀ ਹੈ ਜੇ ਤਾਂ ਉਹਨਾਂ ਨੂੰ ਦੇਣੀ ਚਾਹੀਦੀ ਹੈ, ਤਾਂ ਕਿ ਉਹ ਅੱਗੇ ਵੱਧ ਕੇ। ਪੰਜਾਬ ਦੇ ਸਿਰ ਤੇ ਤਾਂ ਆਲਰੇਡੀ ਇੰਨਾ ਕਰਜ਼ਾ ਤਾਂ ਸਰਕਾਰ ਕਿੱਥੋਂ ਦੇ ਸਕਦੀ ਹੈ, ਪਰ ਤਾਂ ਵੀ ਲੋਕਾਂ ਦੇ ਨਾਲ ਇਹੋ ਜਿਹੇ ਵਾਅਦੇ ਕਰਨੇ ਕਿੰਨੇ ਕੁ ਵਾਜਬ ਮੰਨਦੇ? ਸਾਰੀਆਂ ਪਾਰਟੀਆਂ। ਹਾਂਜੀ ਨਹੀਂ, ਆਈ ਐਗਰੀ ਜੀ, ਵਾਅਦੇ ਉਹੀ ਕਰਨੇ ਚਾਹੀਦੇ ਨੇ ਜਿਨ੍ਹਾਂ ਤੇ ਤੁਸੀਂ ਪੂਰੇ ਖੜੇ ਹੋ ਸਕੋ। ਜੀ। ਤੇ ਪਰ ਜਿੱਥੇ ਮੈਨੂੰ ਇਹ ਲੱਗਦਾ ਹੈ ਵੀ ਜਿੱਥੇ ਜਿਹੜੇ ਵਰਗ ਨੂੰ ਜਿਸ ਚੀਜ਼ ਦੀ ਜੇ ਲੋੜ ਹੈਗੀ ਹੈ ਉਹ ਆਪ ਪੂਰੀ ਨਹੀਂ ਕਰ ਸਕਦਾ, ਸਰਕਾਰ ਦੀ ਉੱਥੇ ਡਿਊਟੀ ਬਣਦੀ ਹੈ ਕਿ ਉਹ ਉਹਨਾਂ ਨੂੰ ਦੇਣੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਵੀ ਖਾਸ ਕਰਕੇ ਜਿਹੜੇ ਸਾਡੇ ਬੱਚੇ ਨੇ, ਅੱਜ ਕੁੜੀਆਂ ਦੀ ਗੱਲ ਤੁਸੀਂ ਕੀਤੀ ਖਾਸ ਕਰਕੇ, ਜਾਂ ਪੈਸੇ ਦੀ ਗੱਲ ਕਰਦੇ, ਇਹ ਜਿਹੜੀ ਗੱਲ ਹੈਗੀ ਆ ਪੈਸੇ ਦੇ ਨਾਲ ਗੱਲ, ਮੈਂ ਇਹਦੇ ਨਾਲ ਸਹਿਮਤ ਨਹੀਂ ਹੈਗਾ ਜੀ। ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਮੈਂ ਆਪਣੀਆਂ ਬੱਚੀਆਂ ਵਾਸਤੇ ਇੱਕ ਕੁਆਲਿਟੀ ਵਾਲੀ ਐਜੂਕੇਸ਼ਨ ਉਹ ਹੋਵੇ, ਮਿਆਰੀ ਪੜ੍ਹਾਈ ਹੋਵੇ, ਉਹਨਾਂ ਵਾਸਤੇ ਚੰਗੇ ਇੰਸਟੀਚਿਊਟ ਹੋਣ। ਅਸੀਂ ਉਹਨਾਂ ਨੂੰ ਇੰਨਾ ਕੁ ਉਹ ਕਰ ਦਈਏ, ਪ੍ਰਪੇਅਰ ਕਰ ਦਈਏ ਕਿ ਉਹ ਆਪਣੇ ਪੈਰਾਂ 'ਤੇ ਖੜੀਆਂ ਹੋ ਜਾਣ ਜੀ। ਰੁਜ਼ਗਾਰ ਅਸੀਂ ਇੰਪਲੋਇਮੈਂਟ ਜਨਰੇਟ ਕਰੀਏ ਜੀ। ਅਸੀਂ ਉਹਨਾਂ ਦੇ ਮੁਤਾਬਕ ਇੰਪਲੋਇਮੈਂਟ ਹੋਵੇ ਜਿਹੜੀ ਕਿ ਉਹਨਾਂ ਕੋਲ ਕੁਆਲੀਫਿਕੇਸ਼ਨ ਹੈਗੀ ਆ। ਇੱਕ ਪਲੱਸ ਅਸੀਂ ਫੋਰਸਫੁਲੀ ਕਿਸੇ ਬੱਚੇ ਨੂੰ ਵੀ ਧੱਕ ਨੂੰ ਡਾਕਟਰੀ ਬਣਾਉਣਾ, ਹਾਲਾਂਕਿ ਉਹ ਵਿਚਾਰਾ ਲੱਗਣ ਦੇ ਮਾਸਟਰ ਦਾ ਵੀ ਯੋਗ ਨਾ ਹੋਵੇ, ਤੇ ਜਾਂ ਅਸੀਂ ਇੰਜੀਨੀਅਰ ਹੀ ਬਣਾਉਣਾ ਹੈਗਾ। ਜਿਹੜੀ ਸਾਡੀ ਇਹ ਸੋਚ ਆ ਨਾ, ਇਹ ਅਸੀਂ ਜਿਵੇਂ ਹੁਣ ਪ੍ਰਾਈਵੇਟ ਕਾਲਜ ਜਾਂ ਯੂਨੀਵਰਸਿਟੀਆਂ ਬਣ ਗਈਆਂ, ਕਈ ਜਗ੍ਹਾ ਤਾਂ ਅੱਛਾ ਵਿੱਚ ਤਕਾਰਾ ਜਾਂ ਹੋਰ ਕਈ ਚੰਗੀਆਂ ਯੂਨੀਵਰਸਿਟੀਆਂ ਹੈਗੀਆਂ ਨੇ, ਪਰ ਕਈਆਂ ਦਾ ਮਿਆਰ ਬਿਲਕੁਲ ਗਰਾਤਾ। ਉਹਦੇ ਨਾਲ ਸਾਡੀ ਜਿਹੜਾ ਡਿਗਰੀ ਹੋਲਡਰ ਬੱਚੇ ਵੱਧ ਗਏ, ਉਹਨਾਂ ਦੇ ਅੰਦਰ ਇੱਕ ਐਸੀ ਭਾਵਨਾ ਹੋ ਗਈ, ਮੈਂ ਤਾਂ ਹੁਣ B.Tech ਕੀਤੀ ਹੋਈ ਆ, ਉਹ ਛੋਟੀ ਨੌਕਰੀ, ਜੇਕਰ ਉਹਦੀ ਬਜਾਏ ਅਸੀਂ ਉਹਦਾ IQ ਦੇਖਦੇ ਵੀ ਬੱਚਾ ਕਿਸ ਲੈਵਲ ਦੀ ਪੜ੍ਹਾਈ ਕਰ ਸਕਦਾ, ਕਿਸ ਲੈਵਲ 'ਤੇ ਬੱਚਾ ਅੱਗੇ ਜਾ ਸਕਦਾ, ਅਸੀਂ ਉਹਨੂੰ ਬਾਚ ਕਰਕੇ ਉਹੋ ਜਿਹਾ ਮਾਹੌਲ ਪੈਦਾ ਕਰੀਏ। ਹੁਣ ਸਾਡੀਆਂ ਲੜਕੀਆਂ ਦਿਹਾਤ ਦੇ ਵਿੱਚ ਲੜਕੀਆਂ ਨੇ, ਮੈਂ ਆਪਣੇ 4 ਸਕੂਲ ਅਪਗ੍ਰੇਡ ਕਰ ਰਿਹਾ ਇਸ ਸਾਲ ਦੇ ਵਿੱਚ, 2 ਪਹਿਲਾਂ ਹੋ ਗਏ, 6-7 ਸਕੂਲ ਅਪਗ੍ਰੇਡ ਹੋ ਗਏ। ਉਹਨੂੰ ਮੈਂ ਸਾਰਿਆਂ ਦੀਆਂ ਬਿਲਡਿੰਗਾਂ ਵੀ ਨਵੀਆਂ ਬਣਾ ਰਿਹਾ। ਉਹਨੇ ਸਮਾਰਟ ਸਕੂਲ ਵਰਗਾ ਉਹਨਾਂ ਨੂੰ ਮਾਹੌਲ ਬਣਾ ਰਿਹਾ, +2 ਕੀਤੇ ਨੇ। ਔਰ ਉੱਥੇ ਅਸੀਂ ਜਿਹੜੇ ਸਾਇੰਸ ਗਰੁੱਪ ਜਾਂ ਕਮਰਸ ਗਰੁੱਪ ਜਾਂ ਕੰਪਿਊਟਰ ਸਾਇੰਸ ਦਾ ਨਾਲ ਕੰਮ ਸਟਾਰਟ ਕਰਾ ਦਈਏ, ਤਾਂ ਸਾਡੇ ਬੱਚੇ ਪੜ੍ਹਦੇ ਹੀ ਇੱਕ ਐਸੀ ਮਹਾਰਤ ਹਾਸਲ ਕਰ ਲੈਣਗੇ, ਉਹਨਾਂ ਨੂੰ ਜੋਬ ਦੀ ਇੱਕ ਦਿੱਕਤ ਨਹੀਂ ਆਏਗੀ। ਦੇਖੋ ਅੱਜ ਦੀ ਡੇਟ 'ਚ ਜਿੰਨਾ IT ਸੈਕਟਰ ਦੇ 'ਚ ਰੁਜ਼ਗਾਰ ਹੈ, ਇੰਨਾ ਹੋਰ ਕਿਸੇ ਸੈਕਟਰ 'ਚ ਨਹੀਂ ਹੈਗਾ। ਤੁਸੀਂ ਗੱਲ ਤਾਂ ਮੰਨਦੇ ਹੋ ਨਾ ਕਿ IT ਸੈਕਟਰ ਇਸ ਵੇਲੇ ਸਭ ਤੋਂ ਟੌਪ 'ਤੇ ਚੱਲ ਰਿਹਾ ਹੈਗਾ। ਅਤੇ ਜਿਹੜੇ ਬੱਚੇ ਕੋਲ ਕੰਪਿਊਟਰ ਸਾਇੰਸ 'ਚ ਡਿਗਰੀ ਕੀਤੀ ਹੈ ਜਾਂ MSc ਕੀਤੀ ਹੈ, ਜਾਂ ਕੋਈ ਬੱਚੇ ਮੈਥ ਦੇ ਵਿੱਚ ਜ਼ਿਆਦਾ ਜਾਂ ਸਾਇੰਸ ਵਿੱਚ ਜ਼ਿਆਦਾ ਹੈਗੇ ਨੇ, ਅਸੀਂ ਉਹਨਾਂ ਬੱਚਿਆਂ ਨੂੰ ਵਰਕ ਕਲਚਰ ਪੈਦਾ ਕਰਨਾ ਸਿਖਾਈਏ। ਹੁਣ ਜਿਹੜਾ ਬੱਚਾ ਦਾ ਸਾਡਾ +2 ਪਾਸ ਹੈ, ਅਸੀਂ ਕਿਤੇ ਸਾਡੇ ਕੋਲ ਰਿਸ਼ਤੇਦਾਰ ਆ ਗਏ, ਫਿਰ ਜੀ ਮੈਂ ਕਿਹਾ ਜੀ ਸਾਡਾ ਬੱਚੇ ਨੂੰ ਨੌਕਰੀ ਲਵਾਓ। ਮੈਂ ਕਿਹਾ ਜੀ ਲਵਾ ਦੇਣਾ, ਤੁਹਾਡਾ ਬੱਚਾ ਪੜ੍ਹਿਆ ਤਾਂ ਬਹੁਤ ਹੈ ਜੀ। ਮੈਂ ਕਿਹਾ ਫਿਰ ਵੀ ਕਿੰਨਾ ਕੁ ਪੜ੍ਹਿਆ? ਇਹ +2 ਕੀਤੀ ਹੋਈ ਹੈ ਜੀ। ਅਤੇ ਮੈਂ ਕਿਹਾ ਜੀ ਇਹ +2 ਕੀਤੀ ਹੋਈ ਆ, +2 ਤਾਂ ਬੇਸਿਕ ਹੋਏਗੀ ਆ, ਸਿਰਫ ਇਹਦਾ ਤੁਸੀਂ ਜਿਹੇ ਜਿਹੇ ਬੈਟਰ ਜੇ +2 ਕਰ ਲਈ, ਮਿਨੀਮਮ ਗ੍ਰੈਜੂਏਟ ਬੰਦਾ ਹੋਣਾ ਚਾਹੀਦਾ। ਅਸੀਂ ਜੇ ਉਸੇ ਬੱਚੇ ਨੂੰ ਬਜਾਏ ਅਸੀਂ ਸਕਿੱਲ ਵਾਲੇ ਪਾਸੇ ਪਾ ਦਈਏ, ਕੰਮ ਕਰਨਾ ਸਿਖਾਈਏ। ਦੇਖੋ ਹੁਣ ਆਪਾਂ ਬਾਹਰ ਜਾਂਦੇ ਹਾਂ, ਫੋਰਨ ਕੰਟਰੀ ਜਾਂਦੇ ਹਾਂ। ਮੈਂ ਕੈਨੇਡਾ ਗਿਆ, ਇੱਕ ਬਹੁਤ ਗੁਰਸਿੱਖ ਬੰਦਾ ਵੇਖਾਂ ਠੋਕ ਰਿਹਾ, ਘਰ ਬਣਾ ਰਿਹਾ ਆਪਣਾ,
ਤੇ ਮੈਂ ਉਹਨੂੰ ਪੁੱਛਿਆ ਵੀ ਮੈਂ ਕਿਹਾ ਚੱਲ ਵੀ ਇਹ ਤਾਂ ਆਪਣੇ ਕਿਸੇ ਰਾਮਗੜੀਆ ਪਰਿਵਾਰ 'ਚ ਹੋਣਾ ਪੰਜਾਬ ਦੇ ਵਿੱਚੋਂ ਵੀ ਜਿਹੜਾ ਘਰ ਬਣਾਇਆ ਜਾਂਦਾ। ਕਹਿੰਦਾ ਜੀ ਮੈਂ ਤਾਂ ਬਿਲਗੇ ਪਿੰਡ ਦਾ ਰਹਿਣ ਵਾਲਾ ਹੈਗਾ, ਉੱਥੋਂ ਦਾ ਮੇਰਾ ਪਤਾ ਨਹੀਂ ਕੀ ਗੋਤ ਹੈਗਾ। ਤੇ ਮੈਂ ਕਿਹਾ ਜੀ ਤੁਸੀਂ ਕੰਮ, ਕਹਿੰਦਾ ਇੱਥੇ ਅਸੀਂ ਸਾਰੇ ਕੰਮ ਹੀ ਆਪੇ ਕਰ ਲੈਂਦੇ ਹਾਂ। ਤੇ ਜੇ ਅਸੀਂ ਉਹੋ ਜਿਹਾ ਵਰਕ ਕਲਚਰ ਕ੍ਰੀਏਟ ਕਰਦੇ ਨਾ, ਸਾਨੂੰ ਬੱਚਿਆਂ ਨੂੰ ਬਜਾਏ ਅਸੀਂ ਫ੍ਰੀ ਵੀ ਜਿਹੜੀਆਂ ਹੈਗੀਆਂ ਨੇ ਇਹ ਬੰਦ ਕਰਨੀਆਂ ਚਾਹੀਦੀਆਂ ਨੇ। ਇਹਦੇ ਥੋੜ੍ਹਾ ਬਹੁਤਾ ਰੋਕ ਲਾ ਕੇ ਜਿੰਦਰ ਅਸੀਂ ਇੱਕ ਲੈਵਲ ਦੀ ਤੇ ਪਹੁੰਚ ਜਾਂਦੇ, ਉਦੋਂ ਬਾਅਦ ਸਾਨੂੰ ਹੌਲੀ ਹੌਲੀ ਬੱਚਾ ਇਸ ਪਾਸੇ ਲੈ ਕੇ ਜਾਈਏ, ਬਜਾਏ ਸਾਡੇ ਬੱਚਿਆਂ ਨੂੰ ਅਸੀਂ ਦੇਖੋ ਗੱਲ ਇਹ ਮੈਂ ਇੱਕ ਪੋਲਿਟਿਕਸ ਦੇ ਪਾਸੇ ਗੱਲ ਕਰਦਾ ਕਿ ਵੀ ਬੱਚਿਆਂ ਨੂੰ ਜੇ ਅਸੀਂ ਕੰਮ ਕਰਨਾ ਨਹੀਂ ਸਿਖਾਵਾਂਗੇ ਤਾਂ ਅਸੀਂ ਅੱਗੇ ਨਹੀਂ ਵੱਧ ਸਕਦੇ। ਦੇਖੋ ਇੱਕੋ ਵੈਨਜ਼ੂਏਲਾ ਕੰਟਰੀ ਹੈਗਾ, ਤੁਸੀਂ ਸ਼ਾਇਦ ਉਹਦੇ ਵੀ ਦੇਖਿਆ ਹੋਣਾ ਵੀ ਉੱਥੇ ਕਿਵੇਂ ਇੱਕ ਕਾਮਰੇਡਾਂ ਦਾ ਰਾਜ ਆ ਗਿਆ, ਉਹਨੇ ਸਾਰਾ ਕੁਝ ਫ੍ਰੀ ਕਰਤਾ। ਉਹ ਜਿਹੜਾ ਬਹੁਤ ਅਮੀਰ ਮੁਲਕ ਸੀਗਾ ਉੱਥੇ ਖਾਨਾਜੰਗੀ ਸ਼ੁਰੂ ਹੋ ਗਈ। ਅਸੀਂ ਬੱਚਿਆਂ ਨੂੰ ਜੇ ਇੱਕ ਤਾਂ ਬਿਜੀ ਕਰਾਂਗੇ, ਇੱਕ ਤਾਂ ਮੈਂਟਲੀ ਬੰਦਾ ਠੀਕ ਰਹਿੰਦਾ, ਪਲੱਸ ਫਿਜ਼ੀਕਲ ਫਿੱਟ ਰਹਿੰਦਾ, ਪਲੱਸ ਘਰਦਿਆਂ ਦੇ ਬੋਝ ਨਹੀਂ ਬਣਦਾ। ਜਿਹੜੀਆਂ ਇਹ ਚੀਜ਼ਾਂ ਨੇ ਨਾ ਬੱਚੇ ਨੂੰ ਬਜਾਏ 1000 ਰੁਪਏ ਦੇ ਜਾਂ 2000 ਦੇਣ ਦੀ ਬਜਾਏ ਸਾਨੂੰ ਉਹਨਾਂ ਬੱਚਿਆਂ ਨੂੰ ਇੱਕ ਚੰਗੀ ਮਿਆਰੀ ਐਜੂਕੇਸ਼ਨ ਦਿਵਾਉਣ ਦੀ ਜ਼ਰੂਰਤ ਹੈਗੀ ਹੈ ਅਤੇ ਉਹਨਾਂ ਨੂੰ ਉਸ ਪਾਸੇ ਲਾਈਏ ਜਿਹੜੇ ਕੰਮ ਪਾਸੇ ਉਹ ਲੱਗ ਸਕਦੇ ਨੇ। ਇੱਕ ਅਸੀਂ ਜਿਹੜਾ ਸਾਡਾ ਵਾਤਾਵਰਨ ਹੈਗਾ ਨਾ, ਜਿਹੜਾ ਸਾਡੀ ਸੁਸਾਇਟੀ ਹੈ ਇਹ ਮਰਦ ਪ੍ਰਧਾਨ ਸਾਡਾ ਹੈਗਾ, ਇਹ ਸੁਸਾਇਟੀ ਸਾਨੂੰ ਇਹ ਸੋਚ ਬਦਲਣੀ ਪੈਣੀ ਆ। ਹੁਣ ਸਾਨੂੰ ਬੱਚੀਆਂ ਪੁਲਿਸ ਭਰਤੀ ਹੋ ਗਈਆਂ ਜਾਂ ਉਹਦੇ ਹੋ ਗਈਆਂ, ਜਿਹੜਾ ਉੱਥੋਂ ਦਾ ਕਲਚਰ ਹੈ ਪੁਲਿਸ ਦਾ ਕਿਹੋ ਜਿਹਾ, ਉੱਥੋਂ ਦਾ ਥਾਣੇ ਦਾ ਮਾਹੌਲ ਕਿਹੋ ਜਿਹਾ, ਜਿਹੜਾ ਉੱਥੇ ਮਰਦ ਨੇ ਜਿਹੜਾ ਸਟਾਫ ਹੈ ਉਹਨਾਂ ਨੂੰ ਵੀ ਸਾਨੂੰ ਇੱਕ ਸ਼ਿਸ਼ਟਾਚਾਰ ਸਿਖਾਉਣ ਦੀ ਜ਼ਰੂਰਤ ਹੈਗੀ ਕਿ ਤੁਸੀਂ ਇਹਨਾਂ ਨਾਲ ਕਿਸ ਤਰੀਕੇ ਨਾਲ ਪੇਸ਼ ਆਉਣਾ ਹੈਗਾ। ਠੀਕ ਹੈ, ਅਸੀਂ ਅਮਰੀਕਾ ਕੈਨੇਡਾ ਗਏ, ਰਾਤ ਨੂੰ 2 ਵਜੇ ਇਕੱਲੀ ਲੜਕੇ ਹਾਈਵੇ ਤੇ ਪੈਟਰੋਲਿੰਗ ਕਰ ਰਹੀ ਆ ਸਿੰਗਲ, ਤੇ ਉਹਨਾਂ ਲੋਕਾਂ ਦੀ ਸੋਚ ਹੈ ਨਾ। ਠੀਕ ਹੈ, ਸਾਡੇ ਰਾਤ ਨੂੰ ਲੜਕੀ ਬਾਹਰ ਨਿਕਲ ਕੇ ਸੋਚ ਹੀ ਨਹੀਂ ਸਕਦੀ। ਸਾਨੂੰ ਸਾਡੀ ਜਿਹੜੀ ਸੋਚ ਆ ਸਮਾਜ ਦੀ ਉਹਨੂੰ ਬਦਲਣ ਦੀ ਲੋੜ ਹੈ, ਪਲੱਸ ਸਾਨੂੰ ਇਹੋ ਜਿਹਾ ਮਾਹੌਲ ਸਿਰਜਣ ਦੀ ਲੋੜ ਹੈ ਜਿਹਦੇ ਨਾਲ ਸਾਡੇ ਬੱਚੇ ਖੁੱਲ੍ਹ ਕੇ ਫ੍ਰੀ ਕੰਮ ਕਰ। ਕੀ ਮੰਨਦੇ ਹੋ ਵੀ ਕਾਂਗਰਸ ਕਿੰਨੀਆਂ ਸੀਟਾਂ ਲੈ ਜੂ ਐਤਕੀ ਅੰਦਾਜ਼ਾ? ਦੇਖੋ ਜੀ ਮੇਰਾ ਜਦੋਂ ਅੱਜ ਜੋ ਮਾਹੌਲ ਹੈ ਕਿ ਜਿਵੇਂ ਤੁਹਾਡੇ ਕਈ ਸਰਵੇ ਵੀ ਆਏ ਨੇ, ਅਸੀਂ ਜਿਹੜਾ ਸਾਡਾ ਪਿਛਲਾ ਰਿਕਾਰਡ ਹੈ ਉਹਨੂੰ ਅਸੀਂ ਮੇਨਟੇਨ ਕਰਾਂਗੇ। ਸੰਭਵ ਹੈ, ਪੋਸੀਬਲ ਹੈ। ਉਹ ਕਿਵੇਂ? ਉਹਦਾ ਕਾਰਨ ਹੈ ਕਿ ਕਿਸੇ ਪਾਰਟੀ ਕੋਲ ਇੱਕ ਠੋਸ ਉਹ ਨਹੀਂ ਹੈਗਾ, ਏਜੰਡਾ ਨਹੀਂ ਹੈਗਾ। ਅਸੀਂ ਜਿੰਨਾ ਮੈਨੀਫੈਸਟੋ 'ਚ ਕਿਹਾ ਸੀ ਅਸੀਂ ਕੀਤਾ। ਦੇਖੋ ਮੈਂ ਇੱਕ ਚੀਜ਼ ਹੋਰ ਜਿਹੜੀ ਵੱਡੀ ਗੱਲ ਕਰਨਾ ਕਿ ਜਿਹੜਾ ਸਾਡੇ ਬਜ਼ੁਰਗ 111 ਦਿਨਾਂ 'ਚ ਕੀਤਾ ਕਿ 4.5 ਸਾਲ 'ਚ ਕੀਤਾ ਜੀ? ਹਾਂਜੀ, ਨਹੀਂ ਦੇਖੋ ਸਰਕਾਰ ਤਾਂ ਸਾਡੀ ਚੱਲਦੀ ਸੀ, ਕਾਂਗਰਸ ਦੀ ਸਰਕਾਰ ਸੀ, ਕਾਂਗਰਸ ਦੀ ਆਈਡੀਓਲੋਜੀ ਸੀ, ਉਹਦੇ ਮੁਤਾਬਕ ਕੰਮ ਕੀਤੇ ਨੇ। ਕੈਪਟਨ ਸਾਹਿਬ ਸਾਡੇ ਮੁੱਖ ਮੰਤਰੀ ਸੀ, ਅਸੀਂ ਉਹਦੇ ਨਾਲ ਵਜ਼ੀਰ ਸੀਗੇ, ਉਹਨਾਂ ਨੇ ਵੀ ਕੰਮ ਕੀਤਾ। ਜਿਹੜਾ 3 ਮਹੀਨੇ ਦਾ ਕੰਮ ਇਹ ਥੋੜ੍ਹਾ ਲਾਮਿਸਾਲ ਬੜਾ ਫਾਸਟ ਨਾ ਹੋਇਆ, ਲੇਕਿਨ ਹੌਲੀ ਹੌਲੀ ਦੇਖੋ ਪੰਜਾਬ ਦੀ ਜਦੋਂ ਅਸੀਂ ਸੰਭਾਲਿਆ ਸੀ, ਪੰਜਾਬ ਦੀ ਫਾਈਨੈਂਸ਼ੀਅਲੀ ਸਿਹਤ ਬਹੁਤ ਮਾੜੀ ਸੀ। ਭਾਵੇਂ ਅਸੀਂ ਜਿਵੇਂ ਮਰਜ਼ੀ ਆ ਉਹਨੂੰ ਸਿਸਟਮ ਨੂੰ ਠੀਕ ਕੀਤਾ, ਹੌਲੀ ਹੌਲੀ ਡਿਵੈਲਪਮੈਂਟ ਵੀ ਕੀਤੀ, ਕਰੋਨਾ ਨਾਲ ਵੀ ਲੜੇ, ਲੋਕਾਂ ਦੇ ਕਾਰੋਬਾਰ ਵੀ ਬੰਦ ਹੋਏ, ਉਹਨਾਂ ਨੂੰ ਅਸੀਂ ਰਿਲੀਫ ਵੀ ਦਿੱਤਾ, ਪਲੱਸ ਅਸੀਂ ਉਹਨਾਂ ਨੂੰ ਸਹੂਲਤਾਂ ਵੀ ਦਿੱਤੀਆਂ। ਪਰ ਲੇਕਿਨ ਇਹ ਨਹੀਂ ਕਿ ਅਸੀਂ ਪੰਜਾਬ ਦੀ ਤਰੱਕੀ ਵੀ ਬਹੁਤ ਹੋਈ ਪੰਜਾਬ ਦੇ ਵਿੱਚ। ਮੈਂ ਆਪਣੀ ਕੰਸਟੀਟਿਊਂਸੀ ਦੀ ਗੱਲ ਕਰਦਾ, ਮੇਰੇ ਕਿਸੇ ਪਿੰਡ ਚਲੇ ਜਾਓ, ਹਰ ਪਿੰਡ 'ਚ ਮੈਂ ਪੂਰੀ ਡਿਵੈਲਪਮੈਂਟ ਜਿਹੜੀ ਸੀਗੀ ਪੂਰੇ ਸਿਸਟਮੈਟਿਕਲੀ ਕਰਵਾਈ ਆ, ਔਰ ਪੂਰੇ ਨਗਰ ਸ਼ਹਿਰ 'ਚ ਕਰਵਾਈ ਆ। ਲੇਕਿਨ ਦੇਖੋ ਕਰਜ਼ਾ ਹੋਣਾ ਨਾ ਹੋਣਾ ਇੱਕ ਸੈਕੰਡਰੀ ਗੱਲ ਹੈ, ਪਰ ਜੇ ਅਸੀਂ ਘਰੇ ਬਹਿ ਜਾਂਗੇ ਚੁੱਪ ਕਰਕੇ, ਜਾਂ ਅਸੀਂ ਕੋਈ ਜਿਹੜਾ ਸਿਸਟਮ ਕ੍ਰੀਏਟ ਨਹੀਂ ਕਰਾਂਗੇ ਨਵਾਂ, ਜਾਂ ਅਸੀਂ ਇੰਪਲੋਇਮੈਂਟ ਜਨਰੇਟ ਕਰਾਂਗੇ, ਜਾਂ ਅਸੀਂ ਰੈਵਨਿਊ ਜਨਰੇਟ ਨਹੀਂ ਕਰਾਂਗੇ, ਤਾਂ ਅਸੀਂ ਅੱਗੇ ਨਹੀਂ ਵੱਧ ਸਕਦੇ। ਅਸੀਂ ਕਰਜ਼ਾ ਬੰਦਾ ਕਈ ਬਿਜ਼ਨਸਮੈਨ ਕਰਜ਼ਾ ਲੈਂਦੇ ਨੇ, ਕਰਜ਼ਾ ਲੈ ਕੇ ਮੋੜਦੇ ਵੀ ਨੇ, ਪਰ ਲੇਕਿਨ ਉਹ ਆਪਣਾ ਬਿਜ਼ਨਸ ਨਾਲ ਪ੍ਰਮੋਟ ਕਰਦੇ ਆ ਨਾ। ਅਸੀਂ ਪੰਜਾਬ ਦਾ ਬਿਜ਼ਨਸ ਪ੍ਰਮੋਟ ਕੀਤਾ, ਅਸੀਂ ਪੰਜਾਬ ਦੇ ਵਿੱਚ ਸਿਸਟਮ ਨੂੰ ਵਧਾਇਆ, ਐਕਸਪੈਂਡ ਵੀ ਕੀਤਾ। ਹੁਣ ਜੋ ਤੁਸੀਂ ਹਸਪਤਾਲਾਂ ਦੀ ਗੱਲ ਕੀਤੀ ਹੈ ਕਿ ਸਾਡੇ ਕੋਲ ਇੱਕ ਸਿੰਗਲ ਟੈਸਟ ਕਰਨ ਦੀ ਕਪੈਸਿਟੀ ਨਹੀਂ ਸੀ ਜਦੋਂ ਸਟਾਰਟ ਹੋਇਆ ਕਰੋਨਾ, ਪਰ ਅੱਜ ਅਸੀਂ 1 ਲੱਖ ਟੈਸਟ ਪਰ ਡੇ ਕਰ ਸਕਦੇ ਹਾਂ। 50,000 RT-PCR ਤੇ 25 ਰੈਪਿਡ ਐਂਟੀਜਨ ਤੇ 25 ਟਰੂਨਟ ਦੇ ਕਰ ਸਕਦੇ ਹਾਂ। ਲੇਕਿਨ ਤਰੱਕੀ ਹੋਈ ਹੈ ਨਾ। ਜੇ ਅੱਜ ਅਸੀਂ ਬੈੱਡਾਂ ਦੀ ਕਪੈਸਿਟੀ 10,000 ਕਰ ਲਈ, ਉਹ ਵੀ ਤਰੱਕੀ ਹੋਈ ਹੈ। ਜੇ ਉਹ ਹੁਣ ਤੁਹਾਨੂੰ ਪੈਸੇ ਤਾਂ ਖਰਚ ਕਰਨੇ ਪੈਣਗੇ, ਲੇਕਿਨ ਤੁਸੀਂ ਖਰਚੇ ਭਾਵੇਂ ਤੁਹਾਡੇ ਜੋ ਹੋਣ, ਪਰ ਆਪਣੀ ਆਮਦਨ ਵੀ ਵਧਾਓ। ਆਮਦਨ ਵਧਾਉਣ ਵਾਸਤੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ ਵੀ ਅਸੀਂ ਰੈਵਨਿਊ ਨੂੰ ਕਿੱਦਾਂ ਆਪਣੀ ਸਟੇਟ ਦਾ ਵਧਾ ਸਕਦੇ ਹਾਂ, ਆਪਣੀ ਸਟੇਟ 'ਚ ਕਿਹੜੇ ਕੰਮ ਕਰਕੇ ਸਾਡੇ ਬੱਚਿਆਂ ਨੂੰ ਰੁਜ਼ਗਾਰ ਵੱਧ ਦੇ ਸਕਦੇ ਹਾਂ। ਅਸੀਂ ਇਹ 'ਚ ਗੱਲਾਂ ਚੱਲਦੀਆਂ ਨੇ, ਕਰਜ਼ੇ ਵੱਧਦੇ ਵੀ ਰਹਿੰਦੇ, ਘਟਦੇ ਵੀ ਰਹਿੰਦੇ, ਪਰ ਸਾਨੂੰ ਨਾਲ ਆਪਣੀ ਸੁਸਾਇਟੀ ਨੂੰ ਪਹਿਲੇ ਚਲਾਉਣ ਦੀ ਜ਼ਰੂਰਤ ਹੈ। ਜੀ ਬਿਲਕੁਲ। ਤੇ ਤੁਸੀਂ ਕੀ ਮੰਨਦੇ ਹੋ ਕਾਂਗਰਸ ਪਾਰਟੀ ਦੀ ਜੇ ਗੱਲ ਕਰੀਏ, ਕਿਉਂਕਿ ਪਿੱਛੇ ਪ੍ਰਿਯੰਕਾ ਗਾਂਧੀ ਹੋਰਾਂ ਨੇ ਔਰਤਾਂ ਨੂੰ ਲੈ ਕੇ ਬਹੁਤ ਸਾਰੇ ਨਾਅਰੇ ਵੀ ਦਿੱਤੇ, ਕਿੰਨੀ ਕੁ ਵਧੀਆ ਪਾਰਟੀ ਮੰਨਦੇ ਹੋ ਔਰਤਾਂ ਦੇ ਲਈ ਖਾਸ ਤੌਰ ਤੇ? ਨਹੀਂ, ਬਹੁਤ ਵਧੀਆ ਹੈ ਜੀ। ਤੁਸੀਂ ਦੇਖੋ ਵੀ ਅਸੀਂ ਇੱਥੇ ਹੁਣ ਕਾਰਪੋਰੇਸ਼ਨ ਦੀ ਇਲੈਕਸ਼ਨ ਲੜੀ ਸੀ, ਅਸੀਂ 50% ਔਰਤਾਂ ਰੱਖੀਆਂ ਸੀ ਵਿੱਚ। ਠੀਕ
ਠੀਕ ਹੈ ਨਾ, ਉਹ ਪੂਰਾ ਵਧੀਆ ਜਿੱਤ ਕੇ ਵੀ ਆਈਆਂ ਨੇ, ਕੰਮ ਵੀ ਕਰ ਰਹੀਆਂ ਨੇ ਬਹੁਤ ਵਧੀਆ, ਤੇ ਕਾਂਗਰਸ ਨਹੀਂ ਦਿੱਤਾ ਹੈ ਜੀ ਇਹਨਾਂ ਨੂੰ ਬਰਾਬਰ ਦਾ ਉਹ। ਇਹ ਥੋੜਾ ਚੀਜ਼ ਕਦੀ ਆ ਵੀ ਡਰਦੇ ਕਿਤੇ ਇਹਨਾਂ ਨਾਲ ਨਾਰਾਜ਼ ਹੋ ਜਾਏ ਤੇ ਇਸ ਕਰਕੇ ਵੀ ਹੈ। ਔਰ ਮੈਂ ਇੱਕ ਗੱਲ ਕਹਿ ਸਕਦਾ ਕਿ ਵੀ ਸਾਡੇ ਨਾਲੋਂ ਜ਼ਿਆਦਾ ਸਿੰਸੀਅਰ ਲੇਡੀ ਨੇ ਜੀ, ਉਸ ਗੱਲ ਨੂੰ ਬੜੀ ਸੀਰੀਅਸਲੀ ਲੈਂਦੀਆਂ ਨੇ। ਔਰ ਜਿਹੜੇ ਉਹਦੇ ਵਾਰਡ ਨੇ, ਕਿਉਂਕਿ ਲੇਡੀ ਦਾ ਕੀ ਉਹ ਅੰਦਰ ਵੜ ਜਾਂਦੀਆਂ ਨੇ, ਅਸੀਂ ਕਿਸੇ ਦੇ ਘਰ ਦੇ ਅੰਦਰ ਨਹੀਂ ਜਾ ਸਕਦੇ। ਜੈਂਟਸ ਜਿਹੜੇ ਆ ਨਾ, ਜੇ ਜੈਂਟਸ ਘਰੇ ਤਾਂ ਹੀ ਜਾ ਸਕਦੇ ਆ, ਤੇ ਇਹਨਾਂ ਨੇ ਜਾ ਕੇ ਰਸੋਈ 'ਚ ਖੜ ਜਾਣਾ, ਉਹਦੇ ਨਾਲ ਚਾਹ ਵੀ ਪੀ ਆਉਂਦੀਆਂ ਨੇ, ਉਹਦਾ ਕਦੀ ਬੁਰਕੀ ਰੋਟੀ ਵੀ ਖਾਇਆ ਆਉਂਦੀਆਂ ਨੇ, ਤੇ ਸਾਰੀਆਂ ਗੱਲਾਂ ਵੀ ਮਾੜੇ ਮੋਟੇ ਢਿੱਡ ਵੀ ਹਲਕਾ ਕਰਿਆ ਆਉਂਦੀਆਂ ਨੇ ਜੀ ਬਿਲਕੁਲ, ਕੋਈ ਸੂਟਾਂ ਸਾਟਾਂ ਦੀਆਂ ਗੱਲਾਂ ਵੀ ਕਰਿਆ ਆਉਂਦੀਆਂ ਨੇ, ਜਿਵੇਂ ਗੈਸ ਵੀ ਬਣ ਜਾਂਦੀ ਹੈ ਨਾ ਜੇ ਨਾ ਗੱਲਾਂ ਕਰਨ, ਤੇ ਉਹ ਚੀਜ਼ ਕਰਕੇ ਵੀ ਲੇਡੀ ਜ਼ਿਆਦਾ ਸੀਰੀਅਸ ਕੰਮ ਕਰਦੀਆਂ ਨੇ, ਔਰ ਉਹਨਾਂ ਦੀ ਆਊਟਪੁੱਟ ਜ਼ਿਆਦਾ। ਚਲੋ ਆਖਰੀ ਸਵਾਲ ਮੇਰਾ ਇਹ ਆ ਵੀ ਤੁਹਾਡੇ ਉੱਤੇ ਕੁਝ ਕੁ ਦੋਸ਼ ਲਾਉਂਦੇ ਆ ਸ਼ਾਮ ਲਾਟ ਵਾਲੀ ਗੱਲ ਦੇ, ਉਹ ਕਿਹੜੀ 20 ਕਿੱਲੇ ਜ਼ਮੀਨ ਤੁਸੀਂ ਲੈ ਲਈ ਆਪਣੇ ਨਾਂ ਤੇ ਕਰ ਲਈ, ਤੇ ਉਹ ਤੁਸੀਂ ਚਾਹੁੰਦੇ ਸੀ ਵੀ ਇੱਥੇ ਆਪਾਂ ਮੈਰਿਜ ਪੈਲਸ ਬਣਾ ਲੈਣਾ, ਉਹ ਵਿੱਚੋਂ ਗੱਲ ਕੀ ਆ? ਦੇਖੋ ਟੈਣਾ ਸਾਹਿਬ, ਇਹ ਗੱਲ ਹੈ, ਪਹਿਲੀ ਗੱਲ ਤਾਂ ਮੇਰਾ ਮੈਰਿਜ ਪੈਲਸ ਜਿਹੜਾ ਹੈਗਾ ਆਲਰੇਡੀ 9 ਏਕੜ ਦੇ ਵਿੱਚ ਬਣਿਆ ਹੋਇਆ, ਔਰ 2005 ਦਾ ਬਣਿਆ ਹੋਇਆ। ਔਰ ਦੂਜੀ ਗੱਲ, ਜਿਹੜਾ ਅਸੀਂ ਜ਼ਮੀਨ ਲਈ ਹੈ ਉਹਦੇ ਅਸੀਂ ਕੋਈ ਪਾਪ ਨਹੀਂ ਕੀਤਾ। ਉਹ ਜ਼ਮੀਨ ਦੇ ਵਿੱਚ ਗਊਸ਼ਾਲਾ ਬਣਾਈ ਹੈ, 10 ਕਿੱਲੇ ਜ਼ਮੀਨ ਹੈ, 10 ਦੇ ਵਿੱਚੋਂ ਵੀ ਕੁਛ ਨਦੀ 'ਚ ਹੈਗੀ ਆ, 2-4 ਜਿਹੜੇ ਹੈਗੇ ਨੇ ਇੱਧਰ ਉੱਧਰ ਹੈਗੀ ਆ। ਲੇਕਿਨ ਜਿਹੜੀ ਉਹ ਉੱਥੇ ਗਊਸ਼ਾਲਾ ਤੁਸੀਂ ਜਾ ਕੇ ਦੇਖੋਗੇ, ਸਾਡੇ ਸ਼ਹਿਰ ਮੇਰੇ ਲੋਕਾਂ ਨੇ ਵਾਅਦਾ ਕੀਤਾ ਸੀ, ਕਹਿੰਦੇ ਯਾਰ ਅਵਾਰਾ ਪਸ਼ੂ ਬਹੁਤ ਜ਼ਿਆਦਾ ਨੇ। ਮੈਂ ਕਿਹਾ ਮੈਂ ਅਵਾਰਾ ਪਸ਼ੂ ਤੋਂ ਬੇਸਹਾਰਾ ਤੇ ਅਵਾਰਾ ਜਿਹੜੇ ਪਸ਼ੂ ਨੇ ਉਹਨਾਂ ਤੋਂ ਮੁਕਤ ਕਰਾਂਗੇ ਸ਼ਹਿਰ ਨੂੰ। ਅੱਜ ਉੱਥੇ ਜਾ ਕੇ ਤੁਸੀਂ ਦੇਖੋ ਵੀ ਕਿੰਨੀਆਂ ਗਊਆਂ ਨੇ ਤੇ ਕਿੰਨੇ ਤਰੀਕੇ ਨਾਲ ਅਸੀਂ ਰੱਖਿਆ ਹੋਇਆ, ਔਰ ਉੱਥੇ ਕੋਈ ਮੈਰਿਜ ਪੈਲਸ ਨਹੀਂ ਬਣਿਆ, ਕੋਈ ਮੇਰੇ ਬੇਟੇ ਨੇ ਕੋਠੀ ਨਹੀਂ ਬਣਾਈ, ਮੇਰੇ ਕੋਲ ਵੀ ਘਰ ਹੈਗਾ, ਮੇਰੇ ਬ੍ਰਦਰ ਕੋਲ ਵੀ ਘਰ ਹੈਗਾ, ਸਾਡੇ ਕੋਲ ਜ਼ਮੀਨ ਵੀ ਆਪਣੀ ਬਥੇਰੀ ਹੈਗੀ, ਮਹਾਰਾਜ ਦੀ ਕਿਰਪਾ, ਸਾਡੇ ਪਰਿਵਾਰਕ ਤੌਰ ਤੇ ਵੀ ਬੜੇ ਤੇ ਉਹ ਸਾਡੇ ਉਹ ਲਿਸਟ ਦੇਤੀ ਲੋਕਾਂ ਨੇ ਵੀ ਇੰਨੇ ਕਿੱਲੇ। ਮੈਂ ਆਪਣੇ ਮੈਨੂੰ, ਮੇਰਾ ਮੁੰਡਾ ਸੈਕਟਰੀ ਆ, OST ਮੇਰਾ ਪੋਲੀਟੀਕਲ ਸੈਕਟਰੀ ਆ, ਮੈਂ ਕਿਹਾ ਪੰਡਿਤ ਜਿਹੜਾ ਤੂੰ ਲੰਡਨ ਵਾਲਾ ਹੋਟਲ ਤੇਰਾ, ਮੈਂ ਕਿਹਾ, ਤੇ ਫਲਾਣਾ ਹੋਟਲ ਤੇਰਾ, ਵੀ ਤੂੰ ਯਾਰ ਉੱਥੇ ਆਪਣੀ 65 ਕਿੱਲੇ, ਸਾਨੂੰ ਅੰਬਾਨੀ ਦੇ ਬਰਾਬਰ 7-8 ਹਜ਼ਾਰ ਕਰੋੜ ਦਾ ਮਾਲਕ ਬਣਾਤਾ। 65 ਕਿੱਲੇ ਜ਼ਮੀਨ ਉਹ ਫਲਾਣੇ ਪਿੰਡ 'ਚ ਆ। ਮੈਂ ਕਿਹਾ ਵੀ ਤੂੰ ਉਹ 65 ਕਿੱਲੇ ਜਾ ਕੇ ਸੰਭਾਲ ਆਪਣੇ, ਇਹਦੇ ਨਿਸ਼ਾਨਦੇਹੀ ਆਪਣੇ ਕਰਾਓ ਨਾ, ਆਪਾਂ ਜਾ ਕੇ ਮੌਕੇ ਤੇ ਕਬਜ਼ਾ ਲਈਏ ਵੀ ਕਿੱਥੇ ਕਿੱਥੇ ਪਈ ਹੈ। ਤੇ ਇਸ ਕਰਕੇ ਮੈਂ ਇੱਕ ਉਹ ਕੰਮ ਜਿਹੜਾ ਸੀ ਇੱਕ ਬੜਾ ਨੇਕ ਕੰਮ ਕੀਤਾ ਹੈ। ਅੱਜ ਜਾ ਕੇ ਦੇਖੋ ਵੀ, ਦੇਖ ਕੇ ਜ਼ਰੂਰ ਆਓ, ਉਹਦੀ ਮੂਵੀ ਬਣਾਓ। ਉਹ ਤਾਂ ਗੱਲ ਸੀ ਵੀ ਵਿੱਚ ਜੇ ਗਊਸ਼ਾਲਾ ਨਹੀਂ ਤਾਂ ਇਹਦੇ ਉੱਤੇ ਮੈਰਿਜ ਪੈਲਸ ਬਣਾ ਲੈਣਾ, ਬਿਲਕੁਲ ਗਲਤ ਗੱਲ ਹੈ। ਬਕਾਇਦਾ ਸਾਡੇ ਸ਼ਹਿਰ ਦੇ ਜਿਹੜੇ ਟੌਪ ਦੇ ਇੰਡਸਟਰੀਸਟ ਨੇ ਉਹਦੇ ਟਰਸਟੀ ਨੇ, ਉਹਨਾਂ ਨੇ ਮੈਨੂੰ ਸਿਰਫ ਇਸ ਕਰਕੇ ਜੀ ਇਹਨੂੰ ਬਣਾਇਆ ਸੀ ਕਿ ਮੈਂ ਪੰਚਾਇਤ ਤੋਂ ਮਤਾ ਪਵਾ ਦਾਂ। ਫਿਰ ਇਹ ਗੱਲ ਉੱਠੀ ਕਿਵੇਂ? ਤੁਹਾਨੂੰ ਕਦੇ ਮੁੰਡਿਆਂ ਖੁੰਡਿਆਂ ਤੋਂ ਪਤਾ ਲੱਗਾ ਹੋਵੇ? ਸਿਰਫ ਜੀ ਪ੍ਰੋਪਾਗੈਂਡਾ ਸੀਗਾ ਕਿ ਕੋਈ ਜਦੋਂ ਵਿਕਾਸ ਦਾ, ਸਾਡਾ ਮੁੱਦਾ ਵਿਕਾਸ ਦਾ, ਕਿ ਅਸੀਂ ਵੋਟ ਮੰਗਣੀ, ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਕਿਸੇ ਕੋਈ ਹੋਰ ਚੀਜ਼ ਕਰਕੇ ਵੋਟ ਪਾ, ਸਾਨੂੰ ਸਾਡੇ ਕੰਮ ਤੇ ਜੱਜ ਕੀਤਾ ਜਾਵੇ। ਜਦੋਂ ਉਹਨਾਂ ਕੋਲ ਹੋਰ ਕੋਈ ਮੁੱਦਾ ਨਹੀਂ ਰਹਿ ਗਿਆ ਤਾਂ ਆਹ ਮੁੱਦਾ ਸ਼ੁਰੂ ਹੋ ਗਿਆ। ਹੁਣ ਮੈਂ ਦੱਸਣਾ ਚਾਹੁੰਦਾ, ਸਾਡੇ ਉੱਥੇ ਗਊਆਂ ਜਿਹੜੀਆਂ ਆਉਂਦੀਆਂ ਨੇ, ਇੱਕ ਗਊ ਦਾ ਪੋਸਟਮਾਰਟਮ ਹੋਇਆ, 40 ਕਿਲੋ ਪਲਾਸਟਿਕ ਉਹਦੇ ਅੰਦਰੋਂ ਨਿਕਲਿਆ, 40 ਕਿਲੋ ਮੇਖਾਂ ਨਿਕਲੀਆਂ ਜੀ ਵਿੱਚੋਂ। ਤੇ ਕੀ ਗਲਤ ਕਰਤਾ ਜੇ ਉਹਨਾਂ ਨੂੰ ਅਸੀਂ? ਐਕਸੀਡੈਂਟ ਹੁੰਦੇ ਬੱਚੇ, ਨੌਜਵਾਨ ਬੱਚੇ ਮੋਟਰਸਾਈਕਲਾਂ ਦੇ, ਉਹ ਵੀ ਮਰਦੇ ਨੇ। ਤੇ ਹੁਣ ਪ੍ਰੋਬਲਮ ਕੁੱਤਿਆਂ ਦੀ ਬਹੁਤ ਹੈ ਜੀ, ਹੁਣ ਉਹ ਵੀ ਅਸੀਂ ਉਹਨਾਂ ਦੇ ਨਾਲ ਉੱਥੇ ਇੱਕ ਜਾੜ ਬਣਾ ਰਹੇ ਕੁੱਤਿਆਂ ਵਾਸਤੇ ਵੀ, ਇਹਨਾਂ ਨੂੰ ਉੱਥੇ ਲੁੱਕ ਆਫਟਰ ਕਰਾਂਗੇ, ਬਕਾਇਦਾ ਉੱਥੇ ਲਿਜਾਵਾਂਗੇ, ਸਟਰਲਾਈਜ਼ ਕਰਨਾ, ਹੋਰ ਕਰਨਾ, ਸਾਰਾ ਸਿਸਟਮ ਬਣਾਵਾਂਗੇ ਅਸੀਂ। ਇੱਕ ਇਹਨਾਂ ਨੇ ਮੇਰੇ ਤਵਾ ਲਾ ਕੇ ਬੜੀ ਪਿੰਡ 'ਚ 7 ਕਿੱਲੇ ਜ਼ਮੀਨ ਜੀ ਸਿੱਧੂ ਨੇ ਦੱਬ ਲਈ, ਫਲਾਣਾ। ਡਾਕਟਰ ਕਲੇਰ ਦਾ ਤੁਸੀਂ ਨਾਂ ਸੁਣਿਆ ਹੋਣਾ, ਡਾਕਟਰ ਤਰੇਨ ਦਾ ਤੁਸੀਂ ਨਾਂ ਸੁਣਿਆ ਹੋਣਾ, ਜਿਹਨਾਂ ਨੇ ਮੈਦਾਂਤਾ ਹਸਪੀਟਲ ਦੀ ਗੱਲ ਕਰਦੇ ਆ। ਡਾਕਟਰ ਕਲੇਰ ਦੁਨੀਆ ਦਾ ਮੰਨਿਆ ਹੋਇਆ ਹਾਰਟ ਸਪੈਸ਼ਲਿਸਟ ਹੈ। ਉਹਦੀ ਇਹ ਤਮੰਨਾ ਸੀ ਕਿ ਵੀ ਮੈਂ ਆਪਣੇ ਪੰਜਾਬ ਦਾ ਕੋਈ ਸੇਵਾ ਕਰਾਂ। ਇਹ ਕੈਪਟਨ ਸਾਹਿਬ ਦੀ ਸਰਕਾਰ ਸੀ ਉਦੋਂ, ਕੈਪਟਨ ਸਾਹਿਬ CM ਸੀਗੇ, ਤੇ ਉਹਨੇ ਆ ਕੇ ਕਿਹਾ, ਤੇ ਕੈਪਟਨ ਸਾਹਿਬ ਨੇ ਬੜੀ ਇੱਛਾ ਜਾਗੀ ਯਾਰ ਬੜਾ ਅੱਛਾ ਕੰਮ ਹੋ ਜੇ। ਉਹ ਕਹਿੰਦਾ ਵੀ ਮੈਂ ਇੱਕ ਐਸਾ ਹਸਪੀਟਲ ਬਣਾਊਂਗਾ ਜਿਹੜਾ ਹਾਰਟ ਟ੍ਰਾਂਸਪਲਾਂਟ ਦਾ ਜਿਹੜਾ ਵੀ ਉੱਥੇ ਆਪਣੀ ਫੈਸਿਲਿਟੀ ਹੋਏਗੀ, ਵੀ ਮੈਂ 500 ਬੈੱਡ ਦਾ ਹਸਪੀਟਲ ਬਣਾਊਂਗਾ, 640 ਕਰੋੜ ਰੁਪਏ 'ਤੇ ਖਰਚ ਕਰਨਾ ਹੈ, ਤੇ ਉਹ ਤੁਸੀਂ ਮੈਨੂੰ ਜ਼ਮੀਨ ਲੈ ਦਿਓ ਲੀਜ਼ 'ਤੇ, ਇਹ ਨਹੀਂ ਕਿ ਫ੍ਰੀ। ਔਰ ਬਕਾਇਦਾ ਉਹ ਪਿੰਡ ਦੇ ਲੋਕ ਮੇਰੇ ਕੋਲ ਆਏ, ਓਪੋਜੀਸ਼ਨ ਵਾਲੇ ਵੀ, ਰੂਲਿੰਗ ਪਾਰਟੀ ਵਾਲੇ ਵੀ, ਜਿਹੜਾ ਸਾਡਾ ਸਰਪੰਚ ਸਾਡਾ ਸੀਗਾ, ਤੇ ਬਾਕੀ ਉਹ
ਸਾਡਾ ਸਰਪੰਚ ਮਾਈਨੋਰਟੀ ਸੀਗਾ, ਉਦੋਂ ਪੰਚ ਘੱਟ ਸੀ, ਪੰਚ ਉਹਨਾਂ ਕੋਲ ਸੀਗਾ। ਉਹ ਸਾਰਾ ਪਿੰਡ ਇਕੱਠਾ ਹੋ ਗਿਆ। ਮੈਨੂੰ ਉਹਨਾਂ ਨੇ ਕਿਹਾ, ਹਾਲਾਂਕਿ ਵੀ ਇੱਦਾਂ ਦਾ ਕਰਕੇ ਸਾਡੇ ਪਿੰਡ ਦੇ ਵਿੱਚ ਉਹ ਬੰਦਾ ਹਸਪਤਾਲ ਮੈਂ ਕਿਹਾ ਵੀ ਜੇ ਤਾਂ ਤੁਸੀਂ ਮੇਰੀ ਰਾਏ ਲੈਂਦੇ ਹੋ, ਤੁਹਾਡੇ ਪਿੰਡ 'ਚ ਸਹਿਮਤੀ ਬਣਦੀ ਤਾਂ ਇਦੋਂ ਵਧੀਆ ਪ੍ਰੋਜੈਕਟ ਨਹੀਂ ਹੋ ਸਕਦਾ, ਤਾਂ ਸਾਡੇ ਇਲਾਕੇ ਦੀ ਕਾਇਆ ਕਲਪ ਹੋ ਜਾਊਗੀ। ਇੱਥੇ 5-4 ਹਜ਼ਾਰ ਬੰਦੇ ਨੂੰ ਰੁਜ਼ਗਾਰ ਮਿਲ ਜੂਗਾ ਸਿੱਧੇ ਜਾਂ ਸਿੱਧੇ ਤੌਰ 'ਤੇ। ਪਲੱਸ ਉਹ ਐਡਾ ਵਧੀਆ ਡਾਕਟਰ ਹੈਗਾ ਕਿ ਵੀ ਆਪਣਾ ਨਾਂ ਹੋਵੇ, ਆਪਾਂ ਕੋਈ ਕੰਮ ਕੀਤਾ ਹੈਗਾ। ਅਤੇ ਉਹਦੇ ਨਾਲ ਉਹਨੇ 1,08,000 ਰੁਪਏ ਦੀ ਔਕਸ਼ਨ ਹੋਈ ਬੋਲੀ ਦੀ ਲੀਜ਼ ਮਨੀ ਸਾਲ ਦੀ, ਪਰ 30,500 ਨੂੰ ਕਿੱਲਾ ਦੀ ਚੜ੍ਹਦੀ ਜ਼ਮੀਨ, ਸਾਡੀ ਜ਼ਮੀਨ ਮਾੜੀ ਬਹੁਤ ਇੱਥੋਂ ਦੀ, ਅਤੇ ਵੀ ਉੱਥੇ ਪਾਣੀ ਨਹੀਂ ਹੈ, ਅਤੇ ਬਕਾਇਦਾ ਉਹਦੇ 10% ਇਨਕਰੀਜ਼ ਵੀ ਹੋਈ। ਫਿਰ ਉਹਦੇ ਪਿੰਡ ਦਾ ਸਾਰਾ ਇਲਾਜ ਫਾਰ ਲਾਈਫ ਫ੍ਰੀ ਕਰਤਾ, ਸਾਰਾ ਪਿੰਡ ਦੇ ਵਿੱਚ ਡਿਵੈਲਪਮੈਂਟ ਫ੍ਰੀ। ਅਤੇ ਜਿਹੜੇ ਕਲਾਸ 3 ਕਲਾਸ 4 ਦੇ ਬੱਚੇ ਤਾਂ ਕਰਨੇ ਕਰ ਇੱਕ ਇੰਸਟੀਟਿਊਟ ਬਣਾਉਣਾ ਉਹਦੇ ਵਿੱਚ ਕਿ ਸਕਿੱਲ ਵਾਸਤੇ, ਕਿ ਉਹ ਜਿਹੜੇ ਬੱਚੇ ਉੱਥੇ ਐਡਜਸਟ ਹੋ ਜਾਣ। ਯਾਨੀ ਇੱਦੋਂ ਵਧੀਆ ਅਸੀਂ ਕੀ ਪ੍ਰੋਪੋਜ਼ਲ ਹੋ ਸਕਦੀ ਸੀ। ਮੈਨੂੰ ਜਦੋਂ ਉਹਨਾਂ ਨੇ ਰੌਲਾ ਪਾ ਲਿਆ ਕਿ ਸਿੱਧੂ ਨੇ ਐਂ ਕਰਤਾ, ਮੇਰਾ ਉਹਦੇ ਕੋਈ ਰੋਲ ਨਹੀਂ ਸੀ, ਅਤੇ ਉਹਨਾਂ ਨੇ ਸਿੱਧੇ ਤੌਰ 'ਤੇ ਕੈਪਟਨ ਸਾਹਿਬ ਨਾਲ ਗੱਲ ਕਰੀ, ਉਹਨਾਂ ਨੇ ਮਤਾ ਪਾ ਕੇ ਗੱਲ ਹੋਈ। ਮੈਂ ਉਹਨੂੰ ਫਿਰ ਕਿਹਾ, ਜਦੋਂ ਮੇਰਾ ਨਾਂ ਆਇਆ, ਮੈਂ ਕਿਹਾ ਵੀ ਮੇਰੀ ਨਾਲ ਉੱਥੇ 16 ਏਕੜ ਦਾ ਫਾਰਮ ਹੈ, ਉੱਥੋਂ 3 ਕਿਲੋਮੀਟਰ 4 ਕਿਲੋਮੀਟਰ ਅੱਗੇ ਜਾ ਕੇ ਹੈਗਾ, ਵੀ ਤੁਸੀਂ 6 ਏਕੜ ਜ਼ਮੀਨ ਮੈਥੋਂ ਫ੍ਰੀ ਲੈ ਲਓ, ਅੱਛਾ ਜੀ, ਪਰ ਹੌਸਪੀਟਲ ਬਣਾਓ, ਇੱਥੇ ਬਣਾਓ। ਉਹਦਾ ਕਾਰਨ ਹੈ ਕਿ ਮੈਂ ਕਿਹਾ ਅੱਜ ਜਦੋਂ ਕਰੋਨਾ ਸੀਗਾ, ਚਾਹੇ ਸਾਡੇ ਪੈਸੇ ਕਿਸੇ ਦੇ ਵੱਧ ਲੱਗੇ ਘੱਟ ਲੱਗੇ, ਦਿੱਲੀ ਦਾ ਵੀ 4,000 ਬੰਦਾ ਅਸੀਂ ਟਰੀਟ ਕੀਤਾ ਪੰਜਾਬ ਦੇ ਵਿੱਚ ਹਸਪੀਟਲਾਂ ਦੇ ਵਿੱਚ, ਅਤੇ ਸਾਨੂੰ ਮੋਹਾਲੀ 'ਚ 15-20 ਹਸਪੀਟਲ ਸੀਗੇ, ਕਿਸੇ ਨਾ ਕਿਸੇ ਬੈੱਡ ਮਿਲ ਜਾਂਦਾ ਸੀ, ਬੰਦਾ ਕੋਈ ਤਕਲੀਫ ਨਹੀਂ ਸੀਗੀ। ਵੀ ਜੇ ਇੱਥੇ ਇੱਕ ਵੱਡਾ ਹਸਪੀਟਲ ਹੋਰ ਆ ਜਾਂਦਾ ਹੈ ਤਾਂ ਇਹ ਇੱਕ ਮੈਡੀਕਲ ਹੱਬ ਬਣ ਜਾਊਗੀ। ਏਅਰਪੋਰਟ ਦੇ ਨੇੜੇ ਹੈਗਾ, ਉਹ ਕਹਿੰਦਾ ਮੈਨੂੰ ਏਅਰਪੋਰਟ ਨੇੜੇ ਚਾਹੀਦਾ, ਤਾਂ ਕਿ ਮੈਂ ਏਅਰਪੋਰਟ ਤੋਂ ਉਤਰ ਕੇ ਜਾਂ ਜਿਹੜੇ ਪੇਸ਼ੈਂਟ ਨੇ ਉਹਨਾਂ ਬਾਅਦ ਜਦੋਂ ਉਸ ਇਲਾਕੇ ਦੇ ਹਸਪਤਾਲ, ਮੈਂ ਕਿਹਾ ਤੂੰ ਮੇਰੇ ਕੋਲ 6 ਕਿੱਲੇ ਲੈ ਲਾ। ਮੈਨੂੰ ਪਤਾ ਜਦੋਂ ਮੈਂ 6 ਕਿੱਲੇ ਨੂੰ ਦਿੱਤੀ, ਮੇਰਾ ਜਿਹੜਾ 10 ਕਿੱਲੇ ਬਚਣਗੇ ਨਾ, ਉਹ 100 ਕਰੋੜ ਦੇ ਨਾਲ ਦੇ ਨਾਲ ਹੋ ਜਾਣਗੇ, ਕਿਉਂਕਿ ਉੱਥੇ ਬਹੁਤ ਸਾਰੇ ਲੋਕਾਂ ਨੇ ਕਾਰੋਬਾਰ ਸ਼ੁਰੂ ਕਰਨੇ ਨੇ। ਲੇਕਿਨ ਇਹਨਾਂ ਲੋਕਾਂ ਨੇ ਉਸ ਗੱਲ ਨੂੰ ਪੋਲੀਟੀਕਲ ਮੁੱਦਾ ਬਣਾ ਲਿਆ, ਜਦੋਂ ਕਿ ਇੱਕ ਬਹੁਤ ਹੀ ਨੇਕ ਅਤੇ ਨੋਬਲ ਕਾਜ਼ ਹੈ, ਅਤੇ ਜਿਹੜਾ ਕਿ ਉਹ ਕਰਨਾ ਵੀ ਜ਼ਰੂਰੀ ਹੈ। ਔਰ ਮੈਂ ਉਹਨੂੰ ਫ੍ਰੀ ਜਾਣੀ ਆਫਰ ਕੀਤੀ ਕਿ ਤੁਸੀਂ ਮੇਰੀ ਜ਼ਮੀਨ ਫ੍ਰੀ ਲਓ, ਨਾ ਕਿ ਪੈਸੇ ਦੇ ਕੇ ਲਓ। ਜੀ ਬਿਲਕੁਲ ਸਰ, ਇੱਕ ਸਵਾਲ ਮੈਂ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਸਾਰੇ ਕੰਮਾਂ ਦੀ ਲਿਸਟ ਗਣਾਈ, ਪਿਛਲੇ ਜੇ ਆਪਾਂ 5 ਸਾਲਾਂ ਦੀ ਗੱਲ ਕਰ ਲਈਏ, ਪਰ ਇਹ ਸਭ ਕੁਝ ਦੇ ਵਿੱਚ ਤੁਸੀਂ ਦੱਸਿਆ ਵੀ ਪੰਜਾਬ ਸਰਕਾਰ ਨੇ ਆ ਕੁਝ ਕੀਤਾ, ਪਰ ਲੋਕ ਤਾਂ ਵੀ ਖੁਸ਼ ਨਹੀਂ ਹੈਗੇ। ਲੋਕ ਕਹਿੰਦੇ ਆ ਸਿਹਤ ਸਹੂਲਤਾਂ ਨਹੀਂ ਮਿਲੀਆਂ, ਲੋਕ ਕਹਿੰਦੇ ਆ ਵੀ ਪੰਜਾਬ ਦੀ ਸਿਹਤ ਵਿਗੜੀ ਹੋਈ ਹੈ। ਕੀ ਕਾਰਨ ਹੈ, ਲੋਕ ਖੁਸ਼ ਕਿਉਂ ਨਹੀਂ ਹੋ ਰਹੇ? ਦੇਖੋ ਹਰਮਨ, ਇੱਦਾਂ ਹੁੰਦਾ, ਸਾਡੀ ਇੱਕ ਫਿਤਰਤ ਹੈ, ਕਿਸੇ ਕੋਲ ਕੁਛ ਵੀ ਹੋਵੇ ਉਹਦੀ ਡਿਮਾਂਡ ਦੇ ਵਿੱਚ ਵਧੀ ਜਾਂਦੀਆਂ ਨੇ। ਡਿਵੈਲਪਮੈਂਟ ਕਦੇ ਰੁਕਣੀ ਨਹੀਂ ਚਾਹੀਦੀ, ਅਤੇ ਨਾ ਪੂਰੀ ਹੁੰਦੀ ਹੈ। ਅਸੀਂ ਕਿਸੇ ਬੰਦੇ ਨੇ ਸੋਚਿਆ ਸੀ ਸਾਡੇ ਕੋਲ ਕਾਰ ਹੋਏਗੀ, ਸਾਈਕਲ ਤੋਂ ਸ਼ੁਰੂ ਹੋ ਜਾ। ਆਪਾਂ ਜਦੋਂ ਪੜ੍ਹਦੇ ਸੀਗੇ ਤਾਂ ਜੇ ਸਾਨੂੰ ਸਾਈਕਲ ਇੱਦਾਂ ਕਰ ਦੇਣਾ, ਅਸੀਂ ਐਂ ਦੇ ਬੱਲੇ ਬੱਲੇ ਹੈਲੀਕਾਪਟਰ ਲੈ ਲਿਆ। ਲੇਕਿਨ ਜਦੋਂ ਸਾਡੇ ਕੋਲ ਹੈਲੀਕਾਪਟਰ ਆ ਗਿਆ, ਉਦੋਂ ਹੋਰ ਵੱਡੀ ਗੱਲ ਛਾਲਾਂ ਮਾਰਦੇ ਹਾਂ। ਲੇਕਿਨ ਅਸੀਂ ਜਿਹੜੀ ਪਬਲਿਕ ਪ੍ਰੋਪਰਟੀ ਹੈਗੀ ਆ, ਉਹਦੇ 'ਚ ਕੀ ਹੈਗਾ ਕਿ ਜੇ ਅਸੀਂ ਸਾਰੇ ਬੰਦੇ ਰਲ ਮਿਲ ਕੇ, ਦੇਖੋ ਸਰਕਾਰੀ ਪ੍ਰੋਪਰਟੀ, ਅਸੀਂ ਪਿੰਡ 'ਚ ਪਾਰਕ ਬਣਾ ਦਿੰਦੇ ਹਾਂ, ਪਿੰਡ 'ਚ ਵਧੀਆ ਕਮਿਊਨਿਟੀ ਸੈਂਟਰ ਬਣਾ ਦਿੰਦੇ ਹਾਂ, ਜਿੰਮ ਬਣਾ ਦਿੰਦੇ ਹਾਂ, ਜੇ ਉਹਨੂੰ ਮੇਨਟੇਨ ਨਹੀਂ ਕਰਾਂਗੇ ਅਸੀਂ, ਜਾਂ ਉਹਦੇ ਬਾਰੇ ਆਪ ਵੀ ਦੇਖੋ ਸਾਡੀ ਜਿਹੀ ਅਵੇਅਰਨੈਸ ਚਾਹੀਦੀ ਹੈ ਨਾ, ਸਾਡੀ ਜੇ ਅਵੇਅਰਨੈਸ ਹੋਏਗੀ ਤਾਂ ਅਸੀਂ ਪਬਲਿਕ ਪ੍ਰੋਪਰਟੀ ਵੱਧ ਲਾਹਾ ਲੈ ਸਕਦੇ ਹਾਂ। ਅਤੇ ਇਹ ਜਿਹੜੀ ਸਾਡੀ ਡਿਊਟੀ, ਦੇਖੋ ਅਸੀਂ ਰਾਈਟਸ ਬਾਰੇ ਸਾਰੇ ਜਾਣਦੇ ਹਾਂ, ਪਰ ਡਿਊਟੀ ਬਾਰੇ ਕੋਈ ਨਹੀਂ ਜਾਣਦਾ। ਜਦੋਂ ਤੱਕ ਸਵਾਲ ਡਿਊਟੀ ਦਾ ਹੈਗਾ, ਹੁਣ ਮੇਰੀ ਵਾਈਫ ਦਾ ਇਹਦਾ ਪੂਰਾ ਰਾਈਟ ਹੈ ਮੇਰੀ ਜੇਬ 'ਚੋਂ ਪੈਸੇ ਕੱਢ ਲਵੇ, ਜਦੋਂ ਮਰਜ਼ੀ ਕੱਢ ਲੇ, ਪਰ ਇਹਦੀ ਇਹ ਡਿਊਟੀ ਵੀ ਬਣਦੀ ਮੈਨੂੰ ਰਾਤ ਨੂੰ ਆਏ ਨੂੰ 12 ਵਜੇ ਰੋਟੀ ਪਕਾ ਕੇ ਦੇਵੇ। ਠੀਕ ਹੈ, ਜੇ ਮੈਂ ਆਪ ਹੀ ਪਕਾ ਲਾਂ ਵੱਡੀ ਗੱਲ ਨਹੀਂ, ਪਰ ਢਿੱਡੋਂ ਹੋ ਗਏ ਬਾਈ ਜੀ। ਬਿਲਕੁਲ ਸਹੀ। ਮੈਂ ਘਰ ਤੇ ਆਪਣੀ ਐਗਜ਼ਾਮਪਲ ਦੇ ਦੇਣਾ, ਪਰ ਇਹਨੂੰ ਰਾਤ ਨੂੰ ਕਹੋ, ਇਹ ਵੀ ਦਿਨੇ ਡੋਰ ਟੂ ਡੋਰ ਕਰਕੇ ਆਉਂਦੀ ਹੈ, ਇਹ ਵੀ ਦਰਵਾਜ਼ਾ ਖੋਲ ਕੇ ਪੈ ਜਾਂਦੇ ਆਪਣਾ, ਆ ਕੇ ਜਦੋਂ ਮਰਜ਼ੀ ਪੈ ਜਾਊਗਾ, ਸਵੇਰੇ ਖਾ ਲਾਂਗੇ। ਮੈਂ ਵੀ ਕਰਨ ਲਪੇਟ ਕੇ ਸੌ ਜਾਣਾ, ਕੀ ਕਰਾਂ ਹੁਣ। ਚਲੋ ਬਹੁਤ ਚੰਗਾ ਲੱਗਾ ਜੀ ਗੱਲਬਾਤ ਕਰਕੇ, ਤੇ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਹੁਣ ਵਿਚਰਨਾ ਵੀ ਹੈ, ਕਿਉਂਕਿ ਦਿਨ ਕਾਫੀ ਚੜ ਗਿਆ, ਉਗੜ ਗਿਆ, ਤੇ ਬਹੁਤ ਤੁਹਾਡੀ ਮਿਹਰਬਾਨੀ, ਤੁਸੀਂ ਸਮਾਂ ਕੱਢਿਆ। ਹੋਰ ਸ਼ਖਸੀਅਤਾਂ ਦੇ ਨਾਲ ਵੀ ਗੱਲਬਾਤ ਜਾਰੀ ਰੱਖਣੀ ਆ, ਪਰ ਸਿੱਧੂ ਸਾਹਿਬ ਸਾਡੀ ਇੱਕ ਵਾਰ ਫਿਰ ਬੇਨਤੀ ਹੁੰਦੀ ਹੈ ਹਰ ਉਮੀਦਵਾਰ ਨੂੰ, ਬਈ ਉਹ ਆਪਣੇ ਹਲਕੇ ਬਾਰੇ ਚੰਗਾ ਹੀ ਸੋਚੇ, ਸੱਚੀ ਮੁੱਚੀ ਕੰਮ ਕਰੇ, ਢਿੱਡੋਂ ਕੰਮ ਕਰੇ। ਮੈਂ ਟੈਣਾ ਸਾਹਿਬ ਤੋਂ ਦੱਸਣਾ ਚਾਹੁੰਦਾ, ਜਿੰਨਾ ਮੈਂ 30 ਸਾਲ ਤੋਂ, ਸ਼ਾਇਦ ਮੈਂ ਆਪਣੀ ਜਵਾਨੀ ਮੈਂ ਬਾਹਰ ਘੱਟੋ ਘੱਟ 20 ਵਾਰੀ ਮੈਂ ਬਾਹਰਲੇ ਮੁਲਕਾਂ ਜਾ ਸਕਦਾ ਸੀ, ਅੱਜ ਤੱਕ ਮੈਂ 1 ਵਾਰੀ ਜਾ ਸਕਿਆ। ਹਰ ਸਾਲ ਮੈਂ ਬੁੱਕ ਕਰਾ ਲੈਣਾ, ਪਰ ਮੈਂ ਆਪਣੇ ਹਲਕੇ ਨੂੰ ਪ੍ਰਾਇੋਰਟੀ ਦਿੰਦਾ। ਮੇਰੇ ਹਲਕੇ ਦਾ ਸਵੇਰੇ ਇੱਕ ਮੇਰੇ ਕੋਲ ਬੰਦੇ 7 ਵਜੇ ਆ ਗਏ, ਉਹਨੂੰ ਪੁਲਿਸ ਦੇ ਨੇ ਉਹਦਾ ਟੈਂਪੂ ਫੜ ਲਿਆ। ਮੈਨੂੰ ਇਨੋਸੈਂਟ ਬੰਦਾ ਹੈ, ਉਹਦਾ ਨੰਬਰ ਅਨਨੋਨ ਹੈ, ਮੈਂ ਫੋਨ ਚੱਕਿਆ, ਮੈਨੂੰ ਕਹਿੰਦੇ ਮੇਰਾ ਟੈਂਪੂ ਫੜ ਲਿਆ, ਮੈਂ ਫਲਾਣੇ ਪਿੰਡ ਦਾ ਬੰਦਾ, ਇੱਥੇ ਪੁਲਿਸ ਵਾਲੇ ਆ। ਮੈਂ ਕਿਹਾ ਮੇਰੀ ਗੱਲ ਕਰਾਓ ਇਹਨਾਂ ਨਾਲ।
ਉਹਦੇ ਕਹਾ ਆਰਟੀਓ ਨੇ ਨਾਕਾ ਲਾਇਆ ਹੋਇਆ ਸੀ ਤੇ ਉਹ ਮੈਂ ਕਿਹਾ ਵੀ ਛੱਡਤਾ। ਜੇ ਅਸੀਂ ਆਪਣੇ ਲੋਕਾਂ ਦੇ ਹਰ ਜਗ੍ਹਾ ਤੇ ਡਿਸਪੋਜ਼ਲ ਤੇ ਹੈਗੇ ਆ ਤੇ ਲੋਕਾਂ ਨੂੰ ਵੀ ਅਸੀਂ ਇਹੀ ਅਪੀਲ ਕਰਦੇ ਹਾਂ ਤੁਸੀਂ ਇੱਕ ਹਰ ਚੀਜ਼ ਵਿਚਾਰ ਕੇ ਉਸ ਤੋਂ ਬਾਅਦ ਜੋ ਮੇਰਾ 5 ਸਾਲ ਦਾ ਹੈ ਤੇ ਮੈਂ ਕੰਮ ਕੀਤਾ ਹੈ, ਜੋ ਮੈਂ ਮੈਕਸਿਮਮ ਕੋਸ਼ਿਸ਼ ਮੇਰੀ ਇਹ ਹੁੰਦੀ ਹੈ ਕਿ ਮੈਂ ਪੜ੍ਹਾਈ ਤੇ ਉਹਦਾ ਕੰਮ ਕਰਾਂ, ਵੀ ਮੈਂ ਆਪਣੇ ਹਲਕੇ ਦੇ ਬੱਚਿਆਂ ਨੂੰ ਇੰਨਾ ਕੁ ਪੜ੍ਹਾ ਲਵਾਂ ਕਿ ਜਿੰਨੀ ਇੱਥੇ ਇੰਡਸਟਰੀ ਸਾਡੇ ਲੱਗ ਰਹੀ ਹੈ ਨਾ ਮਾਲੀ 'ਚ ਪੰਜਾਬ 'ਚ ਲੱਗ ਰਹੀ ਹੈ, ਵੀ ਸਾਰੇ ਜਿਹਨੂੰ ਬਜਾਏ ਬਾਹਰ ਜਾਣ ਦੇ ਇੱਥੇ ਰਹਿਣ, ਆਪਣੇ ਮਾਂ ਪਿਓ ਦੀ ਸੇਵਾ ਵੀ ਕਰਨ ਨਾਲ ਤੇ ਪਰਿਵਾਰਾਂ ਦਾ ਪਾਲਣ ਪੋਸ਼ਣ ਵੀ ਕਰਨ। ਅੱਜ ਜਿਹੜੀ ਸਭ ਤੋਂ ਵੱਡੀ ਗੱਲ ਸਾਡੇ ਕੋਲੇ ਬਾਹਰੋਂ ਮਾਈਗ੍ਰੇਸ਼ਨ ਤਾਂ ਬਹੁਤ ਹੋ ਰਹੀ ਹੈ, ਲੇਕਿਨ ਸਾਡੇ ਬੰਦੇ ਬਾਹਰ ਜਾਣਾ ਸ਼ੁਰੂ ਹੋ ਗਏ। ਉਹਨੂੰ ਰੋਕਣ ਵਾਸਤੇ ਸਾਨੂੰ ਇੱਕ ਮਿਆਰੀ ਪੜ੍ਹਾਈ ਦੀ ਜ਼ਰੂਰਤ ਹੈਗੀ ਤੇ ਮਿਆਰੀ ਹੈਲਥ ਸਹੂਲਤਾਂ ਦੀ ਹੈਗੀ। ਅਸੀਂ ਇਹ 'ਚ ਲੱਗੇ ਹੋਏ ਹਾਂ ਔਰ ਮੈਂ ਬੜੀ ਕੋਸ਼ਿਸ਼ ਕੀਤੀ ਹੈ। ਮੈਂ 37 MCH ਹਸਪੀਟਲ ਬਣਾਏ, ਬੱਚਾ ਹਸਪਤਾਲ ਬਣਾਏ ਆਪਣੀ ਟਨਿਓਰ ਦੌਰਾਨ ਔਰ ਕਿੰਨੇ ਮੈਂ ਹਸਪੀਟਲ ਅਪਗ੍ਰੇਡ ਕੀਤੇ, ਕਿੰਨੇ ਮੈਂ ਡਾਕਟਰ, ਕਿੰਨੇ ਸਟਾਫ ਭਰਤੀ ਕੀਤਾ, ਮੈਡੀਸਨ। ਸਭ ਤੋਂ ਵੱਡੀ ਹੈਲਥ ਸਕੀਮ ਤੁਹਾਡੇ ਸਾਹਮਣੇ ਜਿਹੜੀ ਇੰਸ਼ੋਰੈਂਸ ਦੀ ਆ, ਆਯੁਸ਼ਮਾਨ ਭਾਰਤ ਜਿਹਨੂੰ ਕਹਿੰਦੇ ਨੇ, ਸਰਵ ਸਿਹਤ ਬੀਮਾ ਯੋਜਨਾ, ਉਹ ਮੈਂ ਸਟਾਰਟ ਕੀਤੀ ਸੀ। ਅੱਜ 56 ਲੱਖ ਪਰਿਵਾਰ ਉਹ 'ਚ ਕਵਰ ਹੋਏ ਨੇ। ਯੂਨੀਵਰਸਲ ਕਰਤੀ ਉਹ ਅਸੀਂ ਕਿ ਕੋਈ ਜਿਹੜਾ ਬੰਦਾ ਸਰਕਾਰੀ ਤਨਖਾਹ ਡਰਾ ਕਰਦਾ, ਜਿਹਨੂੰ ਰਿਵਰਸਮੈਂਟ ਨਹੀਂ ਮਿਲਦੀ, ਉਹ ਕਾਰਡ ਬਣਾਵੇ ਤੇ 5 ਲੱਖ ਤੱਕ ਦਾ ਆਪਣਾ ਜਾ ਕੇ ਜਦੋਂ ਮਰਜ਼ੀ ਇਲਾਜ ਕਰਾ ਲਵੇ ਔਰ 600 ਹਸਪਤਾਲ ਦੇ ਪੈਨਲ ਉੱਤੇ ਹੈਗੇ ਨੇ ਜਿਹੜੀ ਚੀਜ਼ਾਂ ਕਰਨ ਵਾਲੀਆਂ ਨੇ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਸਾਰਿਆਂ ਦੇ ਨਾਲ ਗੱਲਬਾਤ ਕਰਕੇ। ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ। ਬਹੁਤ ਬਹੁਤ ਸ਼ੁਕਰੀਆ ਜੀ, ਦੁਬਾਰਾ ਜਦੋਂ ਮੌਕਾ ਮਿਲਿਆ। ਤੁਸੀਂ ਐਡੀ ਦੂਰੋਂ ਚੱਲ ਕੇ ਆਏ ਹੋ ਤੇ ਸਾਡੇ ਵਾਸਤੇ ਟਾਈਮ ਕੱਢਿਆ ਤੇ ਬਹੁਤ ਹੀ ਖੁਸ਼ੀ ਹੋਈ। ਬਹੁਤ ਬਹੁਤ ਸ਼ੁਕਰੀਆ ਜੀ, ਦੁਬਾਰਾ ਜਦੋਂ ਮੌਕਾ ਮਿਲਿਆ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਜੀ। ਫਿਲਹਾਲ ਸਾਨੂੰ ਸਾਰਿਆਂ ਨੂੰ ਦੇ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।